ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤਰਕ ਦਲੀਲ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ ਜੀ। ਸੇਵਾ ਦੇਸ਼ ਦੀ ਜ਼ਿੰਦਗੀ ਹੈ ਬੜੀ ਔਖੀ ਤੇ ਗੱਲਾਂ ਕਰਨੀਆਂ ਬਹੁਤ ਸੁਖੱਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਅੱਜ ਬਹੁਤ ਵੱਡੀ ਮੁਬਾਰਕ ਹੈ ਤੁਹਾਨੂੰ ਸਾਰੇ ਦਰਸ਼ਕਾਂ ਨੂੰ ਕਿ ਪਿਆਰੇ ਦਰਸ਼ਕੋ, ਅੱਜ ਕਰਤਾਰ ਸਿੰਘ ਸਰਾਭਾ ਜੀ ਦਾ ਜਨਮ ਦਿਨ ਹੈ ਔਰ ਪੂਰੇ ਪੰਜਾਬ ਵਿੱਚ ਨਹੀਂ, ਪੂਰੇ ਹਿੰਦੁਸਤਾਨ ਤੋਂ ਬਾਹਰ ਪੂਰੇ ਵਿਸ਼ਵ ਵਿੱਚ ਇਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ। ਔਰ ਇਹ ਮਹਾਨ ਹਸਤੀ ਨੇ 19 ਸਾਲ ਦੀ ਉਮਰ 'ਚ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਭਾਰਤ ਨੂੰ ਆਜ਼ਾਦ ਕਰਾਇਆ ਔਰ ਅੱਜ ਸਾਰੇ ਲੋਕ ਇਸ ਮਹਾਨ ਸ਼ਹੀਦ ਨੂੰ ਯਾਦ ਕਰ ਰਹੇ ਆ। ਔਰ ਮੇਰੇ ਨਾਲ ਬੈਠੇ ਨੇ ਸੰਜੀਵ ਜੀ, ਸੰਜੀਵ ਖੰਨਾ ਜੀ। ਅੱਜ ਦਾ ਦਿਨ ਤਾਂ ਬਹੁਤ ਮੁਬਾਰਕ ਦਿਨ ਹੈ। ਬਿਲਕੁਲ ਜੀ। ਔਰ ਸਰਾਭਾ ਜੀ ਦਾ ਜਨਮ ਦਿਨ ਹੈ ਔਰ ਇਹਨਾਂ ਦੀ ਜੀਵਨੀ ਬਾਰੇ, ਇਹਨਾਂ ਦੇ ਮੁੱਢਲੇ ਦਿਨਾਂ ਬਾਰੇ ਕੁਝ ਨਾ ਕੁਝ ਸਾਨੂੰ ਜ਼ਰੂਰ ਅੱਜ ਲੋਕਾਂ ਨਾਲ ਸਾਂਝਾ ਕਰਨਾ ਚਾਹੀਦਾ। ਬਿਲਕੁਲ ਸਾਂਝਾ ਕਰਨਾ ਚਾਹੀਦਾ ਜੀ। ਪਰ ਇੱਕ ਗੱਲ ਬੜੀ ਦੁੱਖ ਵਾਲੀ ਹੈ। ਪੁੱਛ ਕੇ ਦੇਖੋ ਕਿੰਨੇ ਕੁ ਲੋਕਾਂ ਨੂੰ ਪਤਾ ਹੈ ਜੀ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਕੌਣ ਸੀਗੇ। ਬਿਲਕੁਲ ਸਹੀ ਗੱਲ। ਬਹੁਤ ਘੱਟ ਲੋਕਾਂ ਨੂੰ, ਕਿਸੇ ਨੂੰ। ਔਰ ਜੋ ਕਾਲਜ ਪੜ੍ਹਦੇ ਨੇ ਮੁੰਡੇ ਕੁੜੀਆਂ, ਉਹਨਾਂ ਨੂੰ ਪੁੱਛ ਕੇ ਦੇਖੋ ਜੀ, ਸ਼ਾਇਦ 10% ਵੀ ਨਹੀਂ ਨਿਕਲਣੇ ਜਿਹਨਾਂ ਨੂੰ ਪਤਾ ਹੋਏਗਾ। ਇਹਦਾ ਕਾਰਨ ਕਿ ਅਸੀਂ ਸ਼ਹੀਦਾਂ ਦੀਆਂ ਜੀਵਨੀਆਂ, ਅਸੀਂ ਇਹਨਾਂ ਦੇ ਕਿਰਦਾਰ ਬਾਰੇ ਆਉਣ ਵਾਲੀ ਪੀੜ੍ਹੀ ਨੂੰ ਦੱਸਿਆ ਹੀ ਨਹੀਂ, ਬਲਕਿ ਅਜੋਕੀ ਪੀੜ੍ਹੀ ਨੂੰ ਵੀ ਨਹੀਂ ਪਤਾ। ਪੁੱਛੋ, ਨਹੀਂ ਪਤਾ ਹੋਏਗਾ। ਸਹੀ ਗੱਲ। ਬਸ ਉਹਨਾਂ ਨੂੰ ਆਪਣੀ ਦੁਕਾਨ ਦਾ, ਆਪਣੇ ਮਕਾਨ ਦਾ, ਆਪਣੀ ਸੰਤਾਨ ਦਾ, ਬਸ ਇੱਥੇ ਤੱਕ ਹੀ ਹੈ। ਔਰ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ। ਔਰ ਕਈ ਵਾਰ ਮੈਂ ਸੋਚਦਾ ਕਿ 19 ਸਾਲ ਦੀ ਉਮਰ ਦੇ ਵਿੱਚ ਸ਼ਹੀਦੀ, 23 ਸਾਲ ਦੀ ਉਮਰ ਦੇ ਵਿੱਚ ਭਗਤ ਸਿੰਘ ਸ਼ਹੀਦ ਹੋਏ, ਪਰ ਜਵਾਨੀਆਂ 'ਚ ਸ਼ਹੀਦ ਹੋ ਗਏ। ਆਹ ਦਿਨ ਦੇਖਣ ਵਾਸਤੇ ਇੰਨਾ ਲੋਕਾਂ ਵਾਸਤੇ ਜਿਨ੍ਹਾਂ ਨੂੰ ਕੋਈ ਕਦਰ ਨਹੀਂ। ਪਰ ਜੇ ਸ਼ਹੀਦਾਂ ਨੂੰ ਪੁੱਛੋ, ਉਹ ਕਹਿਣਗੇ ਪਰਵਾਹ ਨਹੀਂ, ਅਸੀਂ ਆਪਣਾ ਫਰਜ਼ ਪੂਰਾ ਕੀਤਾ, ਆਪਣੀ ਮਾਤ ਭੂਮੀ ਵਾਸਤੇ, ਆਪਣੇ ਦੇਸ਼ ਵਾਸਤੇ ਅਸੀਂ ਆਪਣਾ ਫਰਜ਼ ਨਿਭਾਇਆ। ਸਾਨੂੰ ਨਹੀਂ ਪਰਵਾਹ ਕਿ ਕੋਈ ਸਾਨੂੰ ਦੇਖਦਾ ਕਿ ਨਹੀਂ ਦੇਖਦਾ, ਕੋਈ ਸਾਨੂੰ ਪੁੱਛਦਾ ਕਿ ਨਹੀਂ ਪੁੱਛਦਾ। ਅਸੀਂ ਆਪਣਾ ਕੰਮ ਕਰ ਚੱਲੇ ਹਾਂ। ਬਾਕੀ ਤੁਸੀਂ ਹੁਣ ਆਪਣਾ ਕੰਮ ਕਿਵੇਂ ਕਰਨਾ ਹੈ, ਇਹ ਤੁਹਾਡੇ ਉੱਤੇ ਡਿਪੈਂਡ ਕਰਦਾ, ਤੁਹਾਡੀ ਸੋਚ ਦੇ ਉੱਤੇ ਨਿਰਭਰ ਕਰਦਾ। ਔਰ ਕਰਤਾਰ ਸਿੰਘ ਸਰਾਭਾ ਹੋ ਗਏ, ਔਰ ਇਸ ਤਰ੍ਹਾਂ ਸਾਡੇ ਸ਼ਹੀਦ ਭਰੇ ਪਏ ਨੇ। ਉਹਨਾਂ ਸਭ ਦੀ ਗੱਲ ਕਰੋ ਤਾਂ ਤੁਸੀਂ ਦੇਖੋ ਕਿ ਸਾਡਾ ਇਤਿਹਾਸ, ਸਾਡਾ ਵਿਰਸਾ ਕਿੰਨਾ ਅਮੀਰ ਹੈ। ਸਭ ਤੋਂ ਛੋਟੀ ਸ਼ਹਾਦਤ ਨਿੱਕੇ ਨਿੱਕੇ ਦਸ਼ਮੇਸ਼ ਪਿਤਾ ਦੇ ਦੋਵੇਂ ਬੱਚੇ ਜੀ, ਉਹ ਵੀ ਸ਼ਹਾਦਤ ਹੈ। ਤਾਂ ਉੱਥੋਂ ਹੀ ਪ੍ਰੇਰਨਾ ਲੈ ਕੇ ਜੋ ਕਰਤਾਰ ਸਿੰਘ ਸਰਾਭਾ ਸ਼ਹੀਦ ਹੁੰਦੇ ਨੇ, ਇਹ ਸਾਰੇ ਸ਼ਹੀਦ ਉੱਥੋਂ ਹੀ ਪ੍ਰੇਰਨਾ ਲੈਂਦੇ ਨੇ। ਈਵਨ ਸ਼ਹੀਦ ਆਜ਼ਮ ਭਗਤ ਸਿੰਘ ਨੇ ਵੀ ਜਦੋਂ ਗੱਲ ਕੀਤੀ ਹੈ ਲਾਹੌਰ ਕੌਂਸਪਾਇਰੇਸੀ ਕੇਸ ਦੇ ਵਿੱਚ, ਉਦੋਂ ਦਸ਼ਮੇਸ਼ ਪਿਤਾ ਦਾ ਖਾਸ ਜ਼ਿਕਰ ਕੀਤਾ ਕਿ ਜਿੱਥੋਂ ਮੈਂ ਇਹ ਸਾਰੀ ਆਪਣੇ ਅੰਦਰ ਇੰਸਪਾਇਰੇਸ਼ਨ ਲੈਣਾ, ਜੋਸ਼ੀਲਾ ਚੀਜ਼ ਜਿਹੜੀ ਮੇਰੇ ਅੰਦਰ ਆਉਂਦੀ ਆ, ਉਹਦੇ 'ਚ ਦਸ਼ਮੇਸ਼ ਪਿਤਾ ਦੀ ਬਾਣੀ ਵੀ ਹੈ। ਤਾਂ ਇਹ ਸਾਰੀਆਂ ਗੱਲਾਂ ਦੇਖੋ, ਅਸੀਂ ਕਦਰ ਨਹੀਂ ਕਰਦੇ। ਇਹ ਸਾਡੇ ਵਾਸਤੇ ਬੜੀ ਸ਼ਰਮ ਦੀ ਗੱਲ ਹੈ। ਦੇਖੋ, ਇਹਨਾਂ ਦੀ ਜੀਵਨੀ ਬੜੀ ਇਤਿਹਾਸਿਕ ਜੀਵਨੀ ਹੈ, ਜਿੱਥੇ ਇਹਨਾਂ ਨੇ ਸਾਰਾ ਕੁਝ ਸਿੱਖਿਆ। ਗਦਰ ਲਹਿਰ ਦੇ ਇਹ ਬਾਣੀ ਹੈ, ਗਦਰ ਲਹਿਰ ਇਹਨਾਂ ਨੇ ਸ਼ੁਰੂ ਕੀਤੀ ਆ। ਉਹਦੇ ਵਿੱਚ ਇੱਕ ਨਹੀਂ, ਪੰਜਾਬ 'ਚੋਂ ਬਹੁਤ ਲੋਕਾਂ ਨੇ ਇਹਦੇ ਵਿੱਚ ਸ਼ਮੂਲੀਅਤ ਹਾਸਲ ਕੀਤੀ। ਔਰ ਦੇਸ਼ ਦੀ ਆਜ਼ਾਦੀ ਲਈ 1857 ਦੇ ਗਦਰ ਤੋਂ ਲੈ ਕੇ ਉਹਨਾਂ ਨੇ ਹੁਣ ਤੱਕ ਜੋ ਕੁਝ ਕੀਤਾ, ਉਹ ਉਹਦੇ ਨਾਲ ਪੂਰਾ ਇਤਿਹਾਸ ਦੇ ਪੰਨੇ ਭਰੇ ਪਏ ਆ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਪੰਜਾਬ ਵੈਸੇ ਸ਼ਹੀਦੀ ਦੇ ਵਿੱਚ ਸਾਰਾ ਆਪਣਾ ਜੀਵਨ ਲਾਉਣ ਲਈ ਬਹੁਤ ਸ਼ਹੀਦ ਇੱਥੇ ਹੋਏ ਨੇ। ਪੰਜਾਬ ਤੋਂ ਆਜ਼ਾਦੀ ਦੇ ਲਈ, ਲੜਾਈ ਦੇ ਲਈ ਸ਼ਹੀਦ ਸਭ ਤੋਂ ਅੱਗੇ ਪੰਜਾਬ ਤੋਂ ਰਹੇ ਆ। ਜਿੰਨੀ ਵੀ ਨਫਰੀ ਹੈਗੀ ਹੈ, ਪੰਜਾਬ ਦੇ ਜ਼ਿਆਦਾ ਰਹੇ ਆ। ਔਰ ਜੇ ਅਸੀਂ ਗੱਲ ਕਰੀਏ ਇਹਨਾਂ ਦਾ 1896 'ਚ ਜਨਮ ਹੋਇਆ ਸੀ ਇਹਦੇ 'ਚ ਸਰਾਭਾ 'ਚ। ਇਹਨਾਂ ਦੇ ਮਾਤਾ ਸਾਹਿਬ ਕੌਰ ਜੀ ਸੀ, ਪਿਤਾ ਜੀ ਮੰਗਲ ਸਿੰਘ ਜੀ ਸੀ। ਔਰ ਇਹਨਾਂ ਨੇ ਦੇਖੋ, ਜਿੱਦਾਂ ਤੁਸੀਂ ਕਿਹਾ ਕਿ ਇਹਨਾਂ ਦੀ ਸੰਖੇਪ ਜੀਵਨੀ ਵੀ ਜਿਹੜੀ ਹੈਗੀ ਆ, ਸਾਡੇ ਜਿਹੜੇ ਸਿਲੇਬਸ ਆ ਜਾਂ ਅੱਗੇ ਹਿਸਟਰੀ ਪੜ੍ਹਾਈ ਜਾਂਦੀ ਹੈ, ਇਤਿਹਾਸ ਭੂਗੋਲ ਦੇ ਨਾਲ ਇਤਿਹਾਸ ਹੁੰਦਾ ਸੀਗਾ, ਉਹ ਲੋਕ ਪੜ੍ਹਦੇ ਸੀਗੇ, ਸਿਲੇਬਸ ਹੁੰਦਾ ਸੀਗਾ। ਪਰ ਹੁਣ ਇੱਕ ਇਸ ਤਰ੍ਹਾਂ ਦੀ ਮਾਰ ਵਗੀ ਹੈ ਕਿ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਕਰਨਾਟਕਾ 'ਚ ਭਗਤ ਸਿੰਘ ਜੀ ਦਾ ਜਿਹੜਾ ਸੀਗਾ ਪਾਰਟ ਸੀਗਾ, ਉਹ ਉੱਥੋਂ ਡਿਲੀਟ ਕਰ ਦਿੱਤਾ ਗਿਆ। ਔਰ ਉੱਥੇ ਦੂਸਰੇ ਸੀਗੇ RSS ਦੇ ਸੰਸਥਾਪਕ, ਸੰਸਥਾਪਕ, ਉਹਨਾਂ ਦਾ ਉੱਥੇ ਇਨਕਲੂਡ ਕੀਤਾ। ਪਰ ਇਹ ਗੱਲ ਸਾਡੀ ਜਵਾਨ ਜਿਹੜੇ ਨੇ ਜਾਂ ਸਾਡੇ ਬੱਚੇ ਨੇ ਜਾਂ ਜਿਹੜੇ ਵਿਦਿਆਰਥੀ ਨੇ, ਉਹਨਾਂ ਦਾ ਕੋਈ ਕਸੂਰ ਨਹੀਂ। ਜਿਸ ਤਰ੍ਹਾਂ ਦੀ ਅਸੀਂ ਪਾਠਸ਼ਾਲਾ 'ਚ ਉਹਨਾਂ ਨੂੰ ਵਿਦਿਆ ਦੇ ਰਹੇ ਹਾਂ, ਜਿਸ ਤਰ੍ਹਾਂ ਦਾ ਸਿਲੇਬਸ ਪਰੋਸ ਕੇ ਦੇ ਰਹੇ ਹਾਂ, ਉਹਦੇ 'ਚ ਹੀ ਕਮੀ ਆ। ਕਿਉਂਕਿ ਜੇ ਅੱਗੇ ਪਹਿਲਾਂ ਹਰ ਕਿਤਾਬ ਦੇ ਵਿੱਚ ਜਿਹੜੇ ਸੀ ਜੋਸ਼ੀਲੇ ਗਾਣੇ ਹੁੰਦੇ ਸੀ, ਦੇਸ਼ ਭਗਤੀ ਦੇ ਗਾਣੇ ਹੁੰਦੇ ਸੀ, ਪੈਟਰੀਓਟਿਕ ਸੌਂਗ ਹੁੰਦੇ ਸੀਗੇ, ਚੈਨਲਾਂ 'ਤੇ ਵੀ ਪੈਟਰੀਓਟਿਕ ਸੌਂਗ ਆਉਂਦੇ ਸੀਗੇ ਔਰ ਉਹ ਬੱਚੇ ਉਹਨਾਂ ਨੂੰ ਗਾਉਂਦੇ ਸੀਗੇ, ਕਰਦੇ ਸੀਗੇ। ਔਰ ਦੇਖੋ, ਰਵਿੰਦਰਨਾਥ ਟੈਗੋਰ ਜੀ ਨੇ ਜਿਹੜਾ ਸਾਡਾ ਰਾਸ਼ਟਰੀ ਗੀਤ ਲਿਖਿਆ, ਉਹਦੇ 'ਚ ਵੀ ਸਭ ਤੋਂ ਪਹਿਲਾਂ ਪੰਜਾਬ ਦਾ ਨਾਂ ਲਿਖਿਆ। ਪੰਜਾਬ, ਸਿੰਧ, ਗੁਜਰਾਤ, ਮਰਾਠਾ, ਦਰਾਵੜ, ਉਤਕਲ, ਬੰਗਾ। ਕਿੰਨੀ ਵੱਡੀ ਗੱਲ ਹੈ। ਪੰਜਾਬ ਦੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਉਹਨਾਂ ਨੇ। ਔਰ ਇਹ ਵੱਡੀ
ਉਹਨਾਂ ਦੀ ਸ਼ਹਾਦਤ ਨੂੰ ਆਹੂਤੀ ਦਿੱਤੀ ਉਹਨਾਂ ਨੇ। ਇਹ ਜਦੋਂ ਉਹਨਾਂ ਨੇ ਪੰਜਾਬ ਦਾ ਨਾਂ ਦਿੱਤਾ, ਇਸੇ ਕਰਕੇ ਉਹਨਾਂ ਨੇ ਜਦੋਂ ਲਿਖਣ ਲੱਗੇ ਉਹਨਾਂ ਨੇ ਦੇਖਿਆ ਕਿ ਪੰਜਾਬ ਦਾ ਤਾਂ ਕੰਟਰੀਬਿਊਸ਼ਨ ਬਹੁਤ ਵੱਡਾ, ਪੰਜਾਬ ਨੇ ਤਾਂ ਇੰਨਾ ਕੁਝ ਦੇ ਦਿੱਤਾ ਹਿੰਦੁਸਤਾਨ ਨੂੰ। ਨੌਜਵਾਨ ਜਿਹੜੇ ਸ਼ਹੀਦ ਹੋ ਗਏ, ਤੁਸੀਂ ਦੱਸਿਆ ਕਿ 23 ਸਾਲ ਦੇ ਭਗਤ ਸਿੰਘ ਜੀ ਸੀਗੇ, ਕਰਤਾਰ ਸਿੰਘ ਜੀ ਜੋ 19 ਸਾਲ ਦੇ, ਸੁਖਦੇਵ ਜੀ। ਇਹਦੇ 'ਚ ਕੀ ਹੋਇਆ ਕਿ ਹਾਂ ਇਸੇ ਤਰ੍ਹਾਂ ਦੇ ਸਰਾਭਾ ਜੀ ਆਪਣੇ ਕਮਰੇ 'ਚ ਬੈਠੇ ਨੇ ਜੀ, ਤੇ ਉਹਨਾਂ ਦੇ ਰਿਸ਼ਤੇਦਾਰੀ ਦੇ ਵਿੱਚ ਮੰਨ ਲਓ ਚਾਚਾ ਜੀ ਨੇ, ਮੰਨ ਲਓ ਤਾਊ ਜੀ ਨੇ, ਮਤਲਬ ਅੰਕਲ ਜੀ ਨੇ, ਉਹਨਾਂ ਦਾ ਇੱਕ ਛੋਟਾ ਜਿਹਾ ਬੱਚਾ ਉਹ ਸਰਾਭਾ ਸਾਹਿਬ ਕੋਲ ਆਉਂਦਾ ਹੈ, ਕਹਿੰਦਾ ਭਾਜੀ ਆ ਦੱਸੋ ਇਹ ਝੰਡੇ ਛਪੇ ਹੋਏ ਨੇ ਮੇਰੀ ਕਿਤਾਬ ਦੇ ਵਿੱਚ, ਇਹਦੇ 'ਚ ਭਾਰਤ ਦਾ ਝੰਡਾ ਕਿਹੜਾ? ਤੇ ਕਰਤਾਰ ਸਿੰਘ ਸਰਾਭਾ ਕਹਿੰਦੇ ਆਹ ਵਾਲਾ, ਕਹਿੰਦੇ ਨਹੀਂ ਇਹਦੇ ਵਿੱਚ ਤੇ ਭਾਰਤ ਦਾ ਝੰਡਾ ਹੈ ਹੀ ਨਹੀਂ। ਉਹ ਆਪਣਾ ਖੇਡਦਾ ਚਲਾ ਗਿਆ, ਇਹਨਾਂ ਨੂੰ ਸੱਟ ਪੈ ਗਈ, ਇਸੇ ਗੱਲ ਨੇ ਸੱਟ ਮਾਰੀ ਕਿ ਮੇਰੇ ਭਾਰਤ ਦਾ ਝੰਡਾ ਕਿਤਾਬ ਵਿੱਚ ਨਹੀਂ ਹੈਗਾ, ਪੜਾਇਆ ਹੀ ਨਹੀਂ ਜਾ ਰਿਹਾ, ਔਰ ਇਹ ਮੁਲਕ ਕਿਹਦਾ ਹੈ? ਭਾਰਤ ਦਾ। ਤੇ ਇਹ ਬਰਤਾਨਵੀ ਹਕੂਮਤ ਨੇ ਇਦਾਂ ਦਾ ਸਿਲੇਬਸ ਡਿਜ਼ਾਈਨ ਕੀਤਾ ਕਿ ਭਾਰਤ ਦਾ ਝੰਡਾ ਹੀ ਨਹੀਂ ਹੈਗਾ ਉਹਦੇ 'ਚ। ਉੱਥੋਂ ਸੱਟ ਵੱਜੀ ਤੇ ਦੇਖੋ ਕਿੱਥੇ ਤੱਕ ਆਏ ਨੇ। ਸੋ ਇਹ ਟਰਨਿੰਗ ਪੁਆਇੰਟਸ ਨੇ ਲਾਈਫ ਦੇ, ਔਰ ਅਸੀਂ ਜਿਹੜੇ ਅੱਜ ਦੇ ਲੋਕ ਆ ਐਸੇ ਢੀਠ ਹਾਂ, ਮੈਂ ਮਾਫੀ ਚਾਹਾਂਗਾ ਜਿਹੜਾ ਮੈਂ ਸ਼ਬਦ ਇਸਤੇਮਾਲ ਕਰਦਾ ਪਿਆ, ਪਰ ਇਹ ਵਾਕਈ ਸੱਚਾਈ ਹੈ, ਐਸੇ ਢੀਠ ਹਾਂ ਸਾਡਾ ਸ਼ਾਇਦ ਟਰਨਿੰਗ ਪੁਆਇੰਟ ਹੈ ਹੀ ਨਹੀਂ। ਸਾਨੂੰ ਸਿਰਫ ਮੁਨਾਫਾ ਦਿਖਦਾ ਹੈ, ਮੁਨਾਫਾਖੋਰੀ ਦਿਖਦੀ, ਦੇਸ਼ ਨੂੰ ਲੁੱਟਣਾ ਕਿਵੇਂ ਹੈ, ਦੇਸ਼ ਨੂੰ ਖਾਣਾ ਕਿਵੇਂ ਹੈ, ਤੇ ਜਾਇਦਾਦਾਂ ਕਿਵੇਂ ਬਣਾਉਣੀਆਂ ਨੇ ਆਪਣੀਆਂ 7 ਪੀੜ੍ਹੀਆਂ ਵਾਸਤੇ, 14 ਪੀੜ੍ਹੀਆਂ ਵਾਸਤੇ ਕਿਵੇਂ ਰਜਾਉਣਾ ਹੈ ਉਹਨਾਂ ਨੂੰ। ਸਹੀ ਗੱਲ। ਤੇ ਜਿਹੜੇ ਸਾਡੇ ਨਾਲ ਆਲੇ ਦੁਆਲੇ ਸਾਡੇ ਯਾਰ ਦੋਸਤ ਮਿੱਤਰ ਸਾਡੇ ਆਪਣੇ ਜਿਨ੍ਹਾਂ ਨੂੰ ਅਸੀਂ ਆਪਣਾ ਸਮਝਦੇ ਹਾਂ, ਉਹਨਾਂ ਦੀਆਂ ਜੇਬਾਂ ਕਿਵੇਂ ਭਰਨੀਆਂ ਨੇ। ਬਿਲਕੁਲ ਸਾਨੂੰ ਇੰਨਾ ਹੀ ਪਤਾ ਹੈ। ਇਹ ਸ਼ਹੀਦਾਂ ਦੀ ਸ਼ਹਾਦਤ ਨੂੰ ਅਸੀਂ ਜੇ ਕਦਰ ਕਰੀਏ ਤਾਂ ਵਾਕਈ ਨਾ ਪੰਜਾਬ ਦਾ ਇਹ ਹਾਲ ਹੋਵੇ ਤੇ ਨਾ ਭਾਰਤ ਦਾ ਇਹ ਹਾਲ ਹੋਵੇ। ਪਰ ਜਿੱਥੇ ਗੱਲ ਹੈ ਨਾ ਸ਼ਹੀਦਾਂ ਦੀ ਜਿਹੜੀ ਕੁਰਬਾਨੀ ਦਾ ਸਾਰਾ ਕੁਝ ਕਥਨ ਆ, ਜਿੱਥੇ ਜਿੱਥੇ ਲੋਕਾਂ ਤੱਕ ਪਹੁੰਚਾਉਣ ਦਾ ਜਿਹੜੀ ਇੱਕ ਕੰਟਰੀਬਿਊਸ਼ਨ ਰਹੀ ਆ ਜਾਂ ਕੋਸ਼ਿਸ਼ ਰਹੀ ਆ, ਉਹ ਪਹਿਲਾਂ ਸਾਡੇ ਜਿੰਨੇ ਕਵੀ ਸੀਗੇ ਗਾਉਣ ਵਾਲੇ ਜਾਂ ਵੀਰ ਰਸ ਦੀ ਕਵਿਤਾਵਾਂ ਲਿਖਣ ਵਾਲੇ ਜਾਂ ਜਿਹੜੇ ਲਿਖਾਰੀ ਸੀਗੇ ਗੀਤਕਾਰ ਸੀ, ਉਹਨਾਂ ਨੇ ਬਹੁਤ ਕੁਝ ਲਿਖਿਆ ਔਰ ਉਹ ਲੋਕਾਂ ਤੱਕ ਪਹੁੰਚਦਾ ਸੀ। ਇਹ ਇੱਕ ਬੜਾ ਜ਼ਰੀਆ ਹੈ, ਮਾਧਿਅਮ ਆ ਲੋਕਾਂ ਤੱਕ ਪਹੁੰਚਾਉਣ ਦਾ, ਕੇਵਲ ਲੈਸਨ ਨਹੀਂ, ਸਾਰਾ ਕੁਝ ਸਿਖਾਉਣ ਦਾ। ਕਵਿਤਾਵਾਂ ਵੀ ਹੈ, ਉਹਦੇ ਵਿੱਚ ਬੜਾ ਕੁਝ ਹੈਗਾ। ਜਿਸ ਤਰ੍ਹਾਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖਤ ਦੀ ਸਾਜਨਾ ਕਰਕੇ ਫਿਰ ਉਹਨਾਂ ਨੇ ਜਿਹੜਾ ਵੀਰ ਰਸ ਦੀ ਢਾਡੀ ਪਰੰਪਰਾ ਨੂੰ ਤੋਰਿਆ ਗਿਆ। ਸਾਰੰਗੀ ਨਾਲ ਜਦੋਂ ਗਾਉਂਦੇ ਸੀ, ਵੀਰ ਰਸ ਦੇ ਨਾਲ ਪ੍ਰਸੰਗ ਸੀਗਾ ਕਿ ਕਿਸ ਦੀ ਵਾਰ ਗਾਓ, ਕਿਸ ਯੋਧੇ ਦੀ ਵਾਰ ਗਾਉਣਾ ਸੀ। ਉਹਨਾਂ ਨੇ ਸ਼ੁਰੂਆਤ ਕੀਤੀ ਔਰ ਉਹ ਸ਼ੁਰੂਆਤ ਨਾਲ ਪ੍ਰਸੰਗ ਜਦੋਂ ਚੱਲਦਾ ਸੀ, ਲੋਕ ਬਹਿ ਕੇ ਸੁਣਦੇ ਸੀ, ਜੋਸ਼ ਆਉਂਦਾ ਸੀ, ਰੌਂਗਟੇ ਖੜੇ ਹੁੰਦੇ ਸੀ ਔਰ ਲੋਕ, ਉਹ ਜਨਤਾ ਲੜਨ ਲਈ ਤਿਆਰ ਹੁੰਦੀ ਸੀ। ਇਸੇ ਕਰਕੇ ਹਥਿਆਰਬੰਦ ਹੋ ਜਾਂਦੇ ਸੀ ਔਰ ਇਹ ਅਕੀਦਾ ਸੀ, ਇੱਕ ਪ੍ਰਿੰਸੀਪਲ ਸੀਗਾ ਜਿਹੜਾ ਲੋਕਾਂ ਤੱਕ ਪਹੁੰਚਾਇਆ ਜਾਂਦਾ ਸੀਗਾ। ਜਿਸ ਤਰ੍ਹਾਂ ਹੁਣ ਇੱਕ ਕਵੀ ਨੇ ਲਿਖਿਆ ਹੈ ਆਜ਼ਾਦੀ ਬਾਰੇ, ਆਜ਼ਾਦੀ ਰਕਾਨੇ ਗਏ ਕੁੰਡ ਦੇ ਜ਼ਮਾਨੇ, ਆਜ਼ਾਦੀ ਰਕਾਨੇ ਗਏ ਕੁੰਡ ਦੇ ਜ਼ਮਾਨੇ, ਕੁੰਡ ਕੱਢ ਲਾ ਤੇ ਇੰਜ ਨਹੀਂ ਚਾਹੀਦਾ ਨਹੀਂ ਜਿਵੇਂ ਸਾਕ ਹੁੰਦਾ ਦਿਓਰ ਭਰਜਾਈ ਦਾ, ਕਿ ਤੂੰ ਘੁੰਡ ਕੱਢੇਂਗੀ ਤਾਂ ਫਿਰ ਉੱਤੇ ਜੇਠ ਵਾਲੀ ਗੱਲ ਹੋਈ, ਦਿਓਰ ਭਰਜਾਈ ਤੋਂ ਘੁੰਡ ਨਹੀਂ ਕੱਢਦੀ। ਆਜ਼ਾਦੀ ਨੂੰ ਇੱਕ ਇਸ ਤਰ੍ਹਾਂ ਦੀ ਰਕਾਨ ਤੇ ਕੁੜੀ ਬਿਲਕੁਲ ਸਹੀ ਹੈ। ਔਰ ਇਹ ਕਵਿਤਾਵਾਂ ਜਿਹੜੀਆਂ ਨੇ ਇਹਨਾਂ ਨੇ ਹੀ ਪ੍ਰੇਰਨਾ ਦਿੱਤੀ। ਬਿਲਕੁਲ। ਹੁਣ ਸਭ ਤੋਂ ਜਿਹੜੀ ਅਸੀਂ ਅਕਸਰ ਮਸ਼ਹੂਰ ਹੈ ਰਾਮ ਪ੍ਰਸਾਦ ਬਿਸਮਿਲ, ਉਹਨਾਂ ਨੇ ਲਿਖੀ ਸਰਫਰੋਸ਼ੀ ਕੀ ਤਮन्ना अब हमारे दिल में है, देखना है जोर कितना बाजुए कातिल में है, वक्त आने दे बता देंगे तुझे है आसमां, हम अभी से क्या बताएं क्या हमारे दिल में। कितना कुछ अच्छा लिख दिया, अजे भी लोग याद करते हैं। बिल्कुल याद करते हैं। कवि उदों दे गीतकार, उदों दे शायर, वो वैसे जो कुछ लिख गया अजे भी लोगों के चेते च वसिया होया और उसी तरह लोग याद करते हैं। और हर देश ਦੇ ਵਿੱਚ ਹੈ। ਹਰ ਦੇਸ਼, ਤੁਸੀਂ ਕਿਸੇ ਵੀ ਦੇਸ਼ 'ਚ ਚਲੇ ਜਾਓ, ਜ਼ਰੂਰ ਜਿੱਥੇ ਵੀ ਗੁਲਾਮੀ ਹੰਡਾਈ ਉਹਨਾਂ ਨੇ, ਉੱਥੇ ਦੇਸ਼ ਭਗਤ ਪੈਦਾ ਹੋਏ ਨੇ ਤੇ ਉਹਨਾਂ ਨੇ ਪੈਟਰੀਓਟਿਕ ਸੌਂਗਸ ਲਿਖੇ ਨੇ, ਦੇਸ਼ ਭਗਤੀ ਦੇ ਗੀਤ ਲਿਖੇ ਨੇ। ਹੁਣ ਅੱਜ ਅਸੀਂ ਉਹ ਮਾਰਕੀਟ ਦੇ ਚੱਕਰ 'ਚ ਮਾਰਕੀਟ ਸਾਰਾ ਦਿਨ ਇਹੀ ਕੁਝ ਕਰਦੇ ਰਹਿੰਦੇ ਹਾਂ। ਸ਼ਿਵ ਕੁਮਾਰ ਬਟਾਲਵੀ ਜੀ ਨੇ ਜਿੱਥੇ ਲਿਖੀ ਹੈ ਨਾ ਰੋਮਾਂਟਿਕ ਪੋਇਟਰੀ ਲਿਖੀ ਹੈ, ਜਿੱਥੇ ਉਹਨਾਂ ਨੂੰ ਵੀ ਵਰਲਡ ਵਰਥ ਵਾਂਗੂ ਕੁਦਰਤ ਦਾ ਕਵੀ ਕਹਿੰਦੇ ਸੀਗੇ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਬੜੀ ਅੱਛੀ ਕਵਿਤਾ ਲਿਖੀ ਆ ਔਰ ਦੇਸ਼ ਭਗਤੀ ਦੀਆਂ ਕਵਿਤਾਵਾਂ ਲਿਖੀਆਂ ਔਰ ਉਹਨਾਂ ਨੇ ਬਹੁਤ ਕੁਝ ਲਿਖਿਆ। ਜਿੱਥੇ ਉਹਨਾਂ ਨੇ ਰੋਮਾਂਟਿਕ ਜਾਂ ਪਿਆਰਵਾਦੀ ਕਵਿਤਾਵਾਂ ਲਿਖੀਆਂ ਔਰ ਸਾਰੇ ਕਵੀਆਂ ਦਾ ਉਦੋਂ ਇੱਕ ਰੁਝਾਨ ਸੀਗਾ ਕਿ ਅਸੀਂ ਦੇਸ਼ ਭਗਤੀ ਲਈ, ਨੌਜਵਾਨਾਂ ਨੂੰ ਸਿੱਧੇ ਰਾਹ ਪਾਉਣ ਲਈ ਔਰ ਇਸੇ ਤਰ੍ਹਾਂ ਦੀਆਂ ਗੱਲਾਂ ਤੋਂ ਵਾਕਿਫ ਕਰਾਇਆ ਜਾਵੇ। ਹੁਣ ਜੇ ਸਾਡਾ ਨੌਜਵਾਨ ਇਸ ਵੇਲੇ ਭਟਕ ਰਿਹਾ, ਇਸੇ ਕਰਕੇ ਆ, ਨਸ਼ਿਆਂ ਦੀ ਦਲਦਲ 'ਚ ਜੇ ਧੱਸ ਗਿਆ ਤੇ ਇਸੇ ਕਰਕੇ, ਕਿਉਂਕਿ ਇਹਨੂੰ ਉੱਦਾਂ ਦੀ ਗੁੜਤੀ ਨਹੀਂ ਦਿੱਤੀ, ਦਿਸ਼ਾ ਨਹੀਂ ਹੈ, ਸਿੱਖਿਆ ਨਹੀਂ ਦਿੱਤੀ, ਉਹਨਾਂ ਦਾ ਦੱਸਿਆ ਨਹੀਂਗਾ ਕਿ ਆਹ ਦੇਸ਼ ਆ, ਆਹ ਇਤਿਹਾਸ ਆ। ਤੁਸੀਂ ਇਦਾਂ ਕਰੋ, ਇੱਕ ਕਮਾਨ ਲੈ ਲਓ, ਤੀਰ ਕਮਾਨ ਹੁੰਦਾ ਨਾ, ਉਹਦੇ ਉੱਤੇ ਕਮਾਨ ਦੇ ਉੱਤੇ ਤੀਰ ਚੜਾਓ ਤੇ ਬਿਨਾਂ ਕਿਸੇ ਦਿਸ਼ਾ ਤੋਂ ਉਹਨੂੰ ਛੱਡ ਦਿਓ।
ਉਹ ਟੱਕਰਾਂ ਹੀ ਮਾਰੇਗਾ। ਬਿਲਕੁਲ ਬਿਲकुल। ਉਸੇ ਤਰ੍ਹਾਂ ਇਹ ਜਿਹੜਾ ਜਵਾਨ ਹੈ, ਨੌਜਵਾਨ ਹੈ, ਇਹ ਖਿੱਚ ਕੇ ਛੱਡੇ ਹੋਏ ਤੀਰ ਨੇ ਬਸ, ਜਿਨ੍ਹਾਂ ਨੂੰ ਕੋਈ ਦਿਸ਼ਾ ਨਹੀਂ ਦਿੱਤੀ ਗਈ, ਮਾਰਗਦਰਸ਼ਨ ਨਹੀਂ ਹੋਇਆ ਨਾ, ਮਾਰਗਦਰਸ਼ਨ ਨਹੀਂ ਹੋਇਆ, ਟੱਕਰਾਂ ਮਾਰਦੇ ਫਿਰਦੇ ਨੇ। ਉਹ ਜੀ ਇਸੇ એનર્ਜੀ ਨੂੰ ਚੈਨਲਾਈਜ਼ ਕੀਤਾ ਜਾਵੇ, ਇਸੇ એનર્ਜੀ ਨੂੰ ਇੱਕ ਦਿਸ਼ਾ ਦਿੱਤੀ ਜਾਵੇ, ਮਾਰਗਦਰਸ਼ਨ ਦਿੱਤਾ ਜਾਵੇ। ਤਾਂ ਭਗਤ ਸਿੰਘ ਹੋਰ ਕੀ ਕਹਿੰਦੇ ਸੀ? ਅੱਗੇ ਜੁਆਇੰਟ ਫੈਮਲੀਆਂ ਸੀ ਨਾ, ਸੰਯੁਕਤ ਪਰਿਵਾਰ ਸੀਗੇ, ਤਾਏ ਚਾਚੇ ਭੂਆ ਮਾਸੀਆਂ ਸਾਰਾ ਲੋਕ ਇਕੱਠੇ ਹੁੰਦੇ ਸੀ, ਉਹਨਾਂ ਕੋਲ ਪੜ੍ਹਦੇ ਸੀ ਬੱਚੇ, ਔਰ ਉਹਨਾਂ ਕੋਲ ਵੱਖਰੀ ਵੱਖਰੀ ਤਰ੍ਹਾਂ ਦੀ ਸਿੱਖਿਆ ਮਿਲਦੀ ਸੀ। ਦਬਕਾ ਵੀ ਪੈਂਦਾ ਸੀ, ਜੇ ਕਿਤੇ ਇੱਧਰ ਉੱਧਰ ਵੇਂਦਾ ਜਾਂ ਚੱਲਦਾ ਫਿਰਦਾ ਚਾਚਾ ਕਹਿੰਦਾ ਓਏ ਕਿੱਧਰ ਚੱਲਿਆ, ਜੇ ਕੁਝ ਹੁੰਦਾ ਵੱਡਾ ਭਰਾ ਹੀ ਰੋਕਦਾ ਸੀ। ਇਹ ਸਤਿਕਾਰ, ਇੱਜ਼ਤ, ਨਿਮਰਤਾ ਹੁੰਦੀ ਸੀ ਔਰ ਸੋਚਦੇ ਸੀ। ਜਦੋਂ ਅਸੀਂ ਇੱਕਦਮ ਫਰੀडम ਆ ਗਈ, ਲਿਬਰਟੀ ਆ ਗਈ, ਇੱਕਦਮ ਅਸੀਂ ਸੋਚਣਾ ਇਕੱਲਿਆਂ ਕਰ ਦਿੱਤਾ, ਔਰ ਮਾਂ ਪਿਓ ਤੇ 2 ਬੱਚੇ ਰਹਿ ਗਏ ਘਰਾਂ 'ਚ, ਕੰਪਿਊਟਰ ਆ ਗਿਆ, ਤੁਹਾਡੇ ਕੋਲ ਸੋਸ਼ਲ ਮੀਡੀਆ ਆ ਗਿਆ, ਸੰਯੁਕਤ ਪਰਿਵਾਰ ਟੁੱਟ ਗਏ, ਲੋਕ ਇੱਕ ਦੂਜੇ ਤੋਂ ਦੂਰ ਹੋ ਗਏ ਔਰ ਆਪਣੀ ਆਪਣੀ ਸੋਚ ਹੋ ਗਈ, ਇਕੱਲਤਾ ਹੋ ਗਈ। ਜੇ ਕੋਈ ਐਤਵਾਰ ਆਉਂਦਾ ਵੀ ਆਉਂਦਾ ਪਹਿਲਾਂ ਸਾਨੂੰ ਫੋਨ ਕਰਕੇ ਆਵੀਂ ਘਰ, ਬੱਚੇ ਉਦੋਂ ਪੜ੍ਹਾਈ ਵਾਲੇ ਪਾਸੇ ਹੁੰਦੀ ਹੈ, ਕਮਰੇ ਆਪਣੇ ਆ ਗਿਆ ਹੈ ਨਾ, ਟਾਵਲ ਆਪਣੇ ਆ ਗਿਆ, ਬਾਥਰੂਮ ਆਪਣੇ ਹੈਗਾ, ਕਿ ਜੁਆਇੰਟ ਸੀਗਾ ਸਾਰਾ ਕੁਝ। ਪੈਂਟ ਵੀ ਇੱਕ ਦੂਜੇ ਦੀ ਪਾ ਲੈਣੀ, ਪਗੜੀ ਵੀ ਬੰਨ੍ਹ ਲੈਣੀ ਹੈ ਨਾ, ਟਾਈ ਵੀ ਲਾ ਲੈਣੀ, ਬੜਾ ਕੁਛ ਉਹ ਜੁਆਇੰਟ। ਇਹਦੇ ਨਾਲ ਪਿਆਰ ਪਨਪਦਾ, ਉਹਦੇ ਨਾਲ ਹਮਦਰਦੀ ਹੈ ਤੁਹਾਡੇ 'ਚ ਆਉਂਦੀ ਹੈ, ਸਾਰਾ ਇੱਜ਼ਤ ਆਉਂਦੀ ਹੈ, ਔਰ ਤੁਹਾਨੂੰ ਲੱਗਦਾ ਯਾਰ ਮੈਂ ਭਰਾ ਦੇ ਕੱਪੜੇ ਪਾਏ, ਮੈਂ ਵੀ ਉਹਦੇ ਵੱਡਾ ਉਹਦੇ ਜਿੱਡਾ ਹੋ ਗਿਆ। ਇਹ ਚੀਜ਼ਾਂ ਸ਼ਾਇਦ ਸਾਨੂੰ ਕਿਤਾਬਾਂ 'ਚ ਨਹੀਂ ਮਿਲਣਗੀਆਂ, ਲੋਕਾਂ ਦੇ ਕੋਲੋਂ ਨਹੀਂ ਮਿਲਣਗੀਆਂ। ਇਹ ਪਿਆਰ ਇਹ ਤਦ ਮਿਲੂਗਾ ਜੇ ਵੱਡਿਆਂ ਨਾਲ ਅਸੀਂ ਬਵਾਂਗੇ। ਬਿਲਕੁਲ। ਆਪਾਂ ਹੁਣ ਇੱਥੋਂ ਥੋੜਾ ਅੱਗੇ ਵਧੀਏ। ਜ਼ਰੂਰ। ਆ ਜਿਹੜਾ ਤੁਸੀਂ ਕਿਹਾ ਨਾ ਕਿ ਇੱਕ ਦੂਜੇ ਦੇ ਕੱਪੜੇ ਪਾਉਣਾ, ਇੱਕ ਸਾਡੇ ਮੇਰੇ ਆਪਣੇ ਹੀ ਫਰੈਂਡ ਸਰਕਲ 'ਚ ਅੰਕਲ ਜੀ ਨੇ ਵੱਡੇ, ਉਹ ਦੱਸਦੇ ਨੇ, ਕਹਿੰਦੇ ਮੇਰੇ ਭਾਈ ਸਾਹਿਬ ਨਾ 에ਅਰ ਫੋਰਸ ਵਿੱਚ ਕੰਮ ਕਰਦੇ ਸੀ, ਜਦੋਂ ਛੁੱਟੀ ਆਏ ਤੇ ਕਹਿੰਦੇ ਉਹ ਮੇਰੇ ਤੋਂ ਥੋੜੀ ਛੋਟੀ ਹਾਈਟ ਦੇ ਨੇ ਤੇ ਮੈਂ ਉਹਨਾਂ ਤੋਂ ਲੰਮਾ, ਤੇ ਮੈਂ ਉਹਨਾਂ ਦੀ ਪੈਂਟ ਪਾ ਲਈ। ਮੈਂ ਕਿਹਾ ਚਲ ਮੈਂ ਵੀ ਪਾ ਕੇ ਦੇਖਾਂ, ਤੇ ਕਹਿੰਦੇ ਮੈਨੂੰ ਬੜੀ ਘੁੱਟਦੀ ਸੀ, ਮੈਂ ਕਿਸੇ ਤਰ੍ਹਾਂ ਇਦਾਂ ਕਰਕੇ ਚੜਾ ਲਈ, ਤੇ ਉੱਤੋਂ ਹੋਰ ਸ਼ੌਕੀਨੀ ਜੇਬ 'ਚ ਹੱਥ ਵੀ ਪਾ ਲਏ, ਉਹ ਵੀ ਚੰਗੀ ਤਰ੍ਹਾਂ ਵਾੜ ਲਏ ਹੱਥ, ਹੁਣ ਹੱਥ ਅੰਦਰ ਫਸ ਗਏ ਨੇ। ਕਹਿੰਦੇ ਮੈਂ ਇਦਾਂ ਕਰਕੇ ਤੁਰਿਆ ਜਾਵਾਂ ਤੇ ਇੱਕ ਥਾਂ ਤੇ ਡਿੱਗ ਗਿਆ। ਹੁਣ ਕਹਿੰਦਾ ਮੈਂ ਚੁੱਕਿਆ ਨਾ ਜਾਵੇ ਆਪਣਾ ਆਪ ਮੇਰੇ ਤੋਂ, ਕਿਉਂ ਨਾ ਚੁੱਕਿਆ ਜਾਵੇ ਆਪਣਾ ਆਪ ਮੇਰੇ ਤੋਂ, ਮੇਰੇ ਹੱਥ ਫਸੇ ਪਏ ਵਿੱਚ ਔਰ ਪੈਂਟ ਮੇਰੀ ਟਾਈਟ। ਕਹਿੰਦੇ ਮੈਂ ਰੋਈ ਜਾਵਾਂ, ਉੱਠਣ ਜੋਗਾ ਮੈਂ ਹੈ ਹੀ ਨਹੀਂ। ਤੇ ਕਹਿੰਦੇ ਕੋਈ ਕੋਲੋਂ ਦੀ ਲੰਘਿਆ, ਕਹਿੰਦੇ ਕੀ ਹੋ ਗਿਆ? ਕਹਿੰਦਾ ਮੇਰੇ ਤੋਂ ਉੱਠਿਆ ਨਹੀਂ ਜਾਂਦਾ। ਕਹਿੰਦਾ ਕਿਉਂ? ਕਹਿੰਦਾ ਪੈਂਟ 'ਚ ਫਸਿਆ ਹੋਇਆ। ਤੇ ਕਹਿੰਦਾ ਉਹਨੇ ਫੜ ਕੇ ਮੈਨੂੰ ਖੜਾ ਕੀਤਾ, ਨਾਲ 2 ਚੰਡਾਂ ਦਿੱਤੀਆਂ। ਕਿਹਨੇ ਕਿਹਾ ਸੀ ਤੈਨੂੰ ਇਹ ਪੈਂਟ ਪਾਉਣ ਨੂੰ? ਮੈਂ ਕਿਹਾ ਮੇਰੇ ਵੱਡੇ ਭਰਾ ਦੀ ਹੈ, ਮੈਨੂੰ ਵੀ ਸ਼ੌਕ ਚੜਿਆ, ਮੈਂ ਵੀ ਉਹਦੀ ਪੈਂਟ ਪਾ ਕੇ ਵੇਖਾਂ। ਸੋ ਇਹ ਇੱਕ ਅਸਲੀਅਤ ਹੈ, ਇਹ ਇਦਾਂ ਹੋਇਆ। ਕਹਿੰਦੇ ਅੱਜ ਵੀ ਮੈਂ ਉਹ ਯਾਦ ਕਰਦਾ ਨਾ, ਉਹ ਬਚਪਨ ਨੂੰ ਮੈਂ ਬੜਾ ਹੱਸਦਾ, ਭਾਜੀ ਮੈਂ ਤੁਹਾਡੀ ਪੈਂਟ ਪਾਈ ਸੀ, ਮੇਰਾ ਸਾਰਾ ਸ਼ੌਕ ਉਦੋਂ ਹੀ ਲੈ ਗਿਆ ਸੀ ਪੈਂਟ ਪਾਉਣ ਦਾ। ਸੋ ਇਹ ਸਾਰੀਆਂ ਗੱਲਾਂ ਨੇ ਕਿ ਸਾਨੂੰ ਹਮੇਸ਼ਾ, ਬੱਚੇ ਨੂੰ ਵੀ ਦੇਖੋ ਆਪਣੇ ਪਿਓ ਦੇ ਬੂਟ ਪਾ ਕੇ ਤੁਰਿਆ ਫਿਰੇਗਾ, ਠੱਕ ਮਾਰਦਾ, ਚੱਪਲਾਂ ਵੱਡੀਆਂ ਪਾ ਕੇ ਤੁਰਿਆ ਫਿਰੇਗਾ ਛੋਟਾ ਬੱਚਾ। ਇੱਕ ਕਹਾਵਤ ਹੈਗੀ ਆ, ਕਹਿੰਦੇ ਜਦੋਂ ਬੱਚੇ ਦੀ, ਤੁਹਾਡੇ ਬੇਟੇ ਦੀ ਹੈ ਨਾ, ਜਦੋਂ ਜੁੱਤੀ ਤੁਹਾਡੇ ਪੈਰੀ ਆ ਜਾਂਦੀ ਹੈ ਤਾਂ ਉਦੋਂ ਤੁਹਾਨੂੰ ਲੱਗੂਗਾ ਕਿ ਉਹਦਾ ਕੱਦ ਮੇਰੇ ਜਿੱਡਾ ਹੋ ਗਿਆ, ਮੇਰਾ ਸਲਾਹਕਾਰ ਹੋ ਗਿਆ। ਤੁਸੀਂ ਉਹਦੇ ਕੋਲ ਥੋੜ੍ਹਾ ਜਿਹਾ ਚੇਂਪ ਕਰੋਗੇ, ਉਹਦੇ ਕੋਲ ਥੋੜ੍ਹਾ ਜਿਹਾ ਨੇੜੇ ਆਓਗੇ, ਤੇ ਤੁਹਾਨੂੰ ਲੱਗੂਗਾ ਕਿ ਹੁਣ ਇਹ ਸਲਾਹਕਾਰ ਹੈ, ਮੇਰੇ ਵਰਗਾ ਹੋ ਗਿਆ। ਜੁੱਤੀ ਜਦੋਂ ਆ ਜਾਂਦੀ ਪੁੱਤ ਦੀ ਤੁਹਾਡੇ ਪੈਰੀ, ਇੱਕ ਕਹਾਵਤ ਹੈ ਔਰ ਬੜੀ ਸੱਚੀ ਸਾਬਤ ਹੋਈ ਹੈ। ਬਿਲਕੁਲ ਸਹੀ ਗੱਲ ਆ, ਔਰ ਇਹ ਕਹਾਵਤਾਂ ਦੇ ਉੱਤੇ ਹੀ ਸਾਡਾ ਸਾਰਾ ਸੱਭਿਆਚਾਰ ਟਿਕਿਆ ਹੋਇਆ। ਬਿਲਕੁਲ। ਔਰ ਸਾਡੇ ਜਿਹੜੇ ਦੇਸ਼ ਭਗਤ ਰਹੇ ਨੇ, ਆਜ਼ਾਦੀ ਘੁਲਾਟੀਏ ਰਹੇ ਨੇ, ਇਹ ਵੀ ਆਪਣੀ ਜ਼ਾਤੀ ਜ਼ਿੰਦਗੀ ਦੇ ਵਿੱਚ ਬੜੇ ਮਜ਼ਾਕ, ਹਾਸਾ ਠੱਠਾ ਮਖੌਲ ਕਰਦੇ ਰਹੇ, ਖੁਸ਼ ਮਿਜਾਜ਼। ਔਰ ਇੰਨੇ ਖੁਸ਼ ਮਿਜਾਜ਼ ਕਿ ਕਹਿੰਦੇ ਨੇ ਕਿ ਜੇ ਅਸੀਂ ਇਦਾਂ ਹਾਸੇ ਠੱਠੇ ਨਾ ਕਰੀਏ ਤੇ ਅਸੀਂ ਆਜ਼ਾਦੀ ਦੀ ਲੜਾਈ ਕਿਵੇਂ ਲੜ ਸਕਦੇ ਹਾਂ? ਉਹ ਤਾਂ ਬਿਲਕੁਲ ਖੁਸ਼ਕ ਹੋ ਜਾਾਂਗੇ ਅਸੀਂ। ਜੇ ਖੁਸ਼ਕ ਹੋ ਜਾਾਂਗੇ ਤਾਂ ਲੋਕਾਂ ਦੀਆਂ ਭਾਵਨਾਵਾਂ ਨੂੰ, ਉਹਨਾਂ ਦੀ ਸੰਵੇਦਨਾ ਨੂੰ ਕਿਵੇਂ ਸਮਝਾਂਗੇ? ਇਸ ਕਰਕੇ ਮਖੌਲ। ਤੁਸੀਂ ਕਦੀ ਇਹਨਾਂ ਦੀ ਭਗਤ ਸਿੰਘ ਜੀ ਦੀ ਜੀਵਨੀ ਪੜ੍ਹ ਕੇ ਦੇਖੋ, ਜੋ ਵੱਖ-ਵੱਖ ਰਾਈਟਰਸ ਨੇ ਲਿਖੀ ਹੈ, ਜਾਂ ਜੋ ਉਸ ਵਕਤ ਦੇ ਬੰਦੇ ਜਿਉਂਦੇ ਸੀ ਉਸ ਵਕਤ, ਜਿਨ੍ਹਾਂ ਨੂੰ ਇੰਟਰਵਿਊ ਕੀਤਾ ਉਹਨਾਂ ਨੇ, ਜਿਸ ਦੇ ਆਧਾਰਿਤ ਉਹਨਾਂ ਨੇ ਲਿਖਤਾਂ ਲਿਖੀਆਂ। ਉਹਨਾਂ ਨੇ ਲਿਖਿਆ ਕਿ ਭਗਤ ਸਿੰਘ ਆਪਣੀ ਜ਼ਾਤੀ ਜ਼ਿੰਦਗੀ ਦੇ ਵਿੱਚ ਬਹੁਤ ਮਖੌਲੀਏ ਸੀ, ਬਹੁਤ ਮਜ਼ਾਕ ਕਰਦੇ ਸੀ, ਫਿਲਮਾਂ ਦੇਖਣ ਦੇ ਖਾਸ ਸ਼ੌਕੀਨ ਸੀਗੇ। ਸੋ ਇਹ ਉਹਨਾਂ ਦੇ ਕਈ ਪੱਖ ਨੇ ਜਿਹੜੇ ਸਾਹਮਣੇ ਨਹੀਂ ਆਉਂਦੇ। ਇਹਨਾਂ ਦੀ ਇੱਕ ਡਾਇਰੀ ਹੈ ਔਰ ਨਾਟਕ ਕਰਦੇ ਰਹੇ ਨੇ, ਇੱਕ ਪਰਸਨਲ ਡਾਇਰੀ ਹੈ ਇਹਨਾਂ ਦੀ, ਜਿਹੜੀ ਡੇਲੀ ਲਿਖਦੇ ਸੀ ਅੱਜ ਕੀ ਹੋਇਆ, ਕੱਲ ਕੀ ਹੋਣਾ, ਔਰ ਪਲਾਨਿੰਗ ਨਾਲ ਚੱਲਦੇ, ਨਾਟਕ ਕਰਦੇ ਰਹੇ, ਥੀਏਟਰ ਕਰਦੇ ਰਹੇ। ਸ਼ਹੀਦ ਊਧਮ ਸਿੰਘ ਨਾਟਕ ਕਰਦੇ ਰਹੇ ਕਿ ਨਾਟਕ ਦੇ ਜ਼ਰੀਏ ਆਪਣੀ ਆਜ਼ਾਦੀ ਦਾ ਸੰਦੇਸ਼ ਅਸੀਂ ਥਾਂ ਤੇ ਪਹੁੰਚਾਈਏ। ਤਾਂ ਇਹ ਸਾਰੀਆਂ ਘਟਨਾਵਾਂ ਨੂੰ ਜੇ ਅਸੀਂ ਦੇਖਦੇ ਹਾਂ, ਸਾਡੇ ਵਰਗੇ ਨਾਰਮਲ ਇਨਸਾਨ ਸੀਗੇ, ਪਰ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝੀ ਤੇ ਜ਼ਿੰਮੇਵਾਰੀ ਚੁੱਕੀ, ਤੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਸ਼ਹਾਦਤ ਹਾਸਿਲ ਕੀਤੀ। ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਕਦਰ ਕਰੀਏ ਉਸ ਸ਼ਹਾਦਤ ਦੀ, ਤੇ ਉਹਨਾਂ ਨੇ ਜੋ ਸਮਝਾਇਆ ਨਾ, ਉਹਦੇ ਮੁਤਾਬਿਕ ਆਪਣੇ ਪਰਿਵਾਰ ਨੂੰ ਵੀ ਸਾਂਭੀਏ, ਆਪਣੀ ਜ਼ਿੰਦਗੀ ਨੂੰ ਵੀ ਸਾਂਭੀਏ, ਤੇ ਆਪਣੇ ਦੇਸ਼ ਨੂੰ ਵੀ ਸਾਂਭੀਏ। ਕਿਉਂਕਿ ਦੇਸ਼, ਪੰਜਾਬ, ਇਹ ਸਭ ਸਾਡਾ ਆਪਣਾ ਪਰਿਵਾਰ ਹੀ ਹੈ, ਬਲਕਿ ਪੂਰੀ ਦੁਨੀਆ ਸਾਡਾ ਇੱਕ ਪਰਿਵਾਰ ਹੈ। ਪੂਰੀ ਦੁਨੀਆ ਨੂੰ ਸਾਂਭੀਏ। ਦੇਖੋ ਥਾਂ ਤੇ ਜੰਗਾਂ ਹੁੰਦੀਆਂ ਪਈਆਂ ਨੇ, ਯੂਕਰੇਨ ਤੇ ਰਸ਼ੀਆ ਦੀ ਜੰਗ, ਚੌਥਾ ਮਹੀਨਾ ਸ਼ੁਰੂ ਹੋ ਗਿਆ, ਕੀ ਕੁਛ ਨਹੀਂ। ਉਧਰੋਂ ਚੀਨ ਤਿਆਰ ਹੋਇਆ ਖੜਾ ਤਾਈਵਾਨ ਦੇ ਖਿਲਾਫ,
ਪਤਾ ਨਹੀਂ ਕੀ ਕੁਛ ਅੰਦਰ ਖਾਤੇ ਚੱਲੀ ਜਾਂਦਾ, ਤੇ ਭੁਗਤਣਾ ਕਿਹਨੂੰ ਪੈਂਦਾ? ਸਾਰੀ ਦੁਨੀਆ ਨੂੰ ਭੁਗਤਣਾ ਪੈਂਦਾ। ਇਹ ਜੰਗ ਤੋਂ ਕੀ ਖੱਟ ਲੈਣਾ ਅਸੀਂ, ਹੈ ਨਾ? ਜੰਗਾਂ 'ਚੋਂ ਕੱਖ ਨਹੀਂ ਲੱਭਣਾ। ਫਸਟ ਵਰਲਡ ਵਾਰ ਹੋਈ, ਸੈਕੰਡ ਵਰਲਡ ਵਾਰ ਹੋਈ, ਕੀ ਕਿਸੇ ਦਾ ਫਾਇਦਾ ਹੋਇਆ? ਪੁਰਾਣੇ ਟਾਈਮ ਦੇਖ ਲਓ, ਮਹਾਭਾਰਤ ਹੋਇਆ, ਕਿਸੇ ਦਾ ਕੋਈ ਫਾਇਦਾ ਹੋਇਆ? ਇੰਨੇ ਲੋਕ ਤੁਸੀਂ ਮਰ ਜਾਂਦੇ ਨੇ, ਮਰਵਾ ਦਿੰਦੇ ਹੋ, ਕੀ ਫਾਇਦਾ ਕੀ ਹੈ? ਨਹੀਂ, ਲੜਾਈ ਦਾ ਜਿਹੜਾ ਸਿੱਟਾ ਨਾ, ਇਹ ਸਿੱਟਾ ਤਾਂ ਇਹਦਾ ਹੁੰਦਾ ਬਲੱਡ ਸ਼ੈਡ, ਖੂਨ ਖਰਾਬਾ ਹੋਊਗਾ। ਜਦੋਂ ਕੋਈ ਇਤਿਹਾਸਕਾਰ ਜਾਂ ਸਕਾਲਰ ਨੂੰ ਪੜ੍ਹੋ ਤਾਂ ਆਂਦਾ ਜਿਹੜੇ ਬੰਬ ਆ ਇਹ ਕਬੂਤਰ ਮਾਰ ਲਈ ਨਹੀਂ ਬਣਾਏ ਜਾਂਦੇ, ਇਹਦੇ ਨਾਲ ਤਾਂ ਲੋਕ ਹੀ ਤਬਾਹ ਹੋਣੇ, ਇਹਦੇ ਨਾਲ ਹੀ ਲੋਕਾਂ ਦਾ ਧੂੜਾਂ ਉੱਡਣਗੀਆਂ। ਇਹਦੇ ਨਾਲ ਪਰਮਾਣੂ ਬੰਬ ਜਦੋਂ ਚੱਲਿਆ, ਜਾਪਾਨ 'ਚ ਚੱਲੇ ਆ, ਹੀਰੋਸ਼ੀਮਾ ਨਾਗਾਸਾਕੀ 'ਚ, ਅਜੇ ਤੱਕ ਉੱਥੇ ਉਹਦੀ ਜ਼ਹਿਰ ਦਾ ਫੈਲਾ ਰਿਹਾ। ਇਹ ਉਹ ਵਰਲਡ ਵਾਰ, ਥਰਡ ਵਰਲਡ ਵਾਰ ਦੀ ਗੱਲ ਹੈ। ਔਰ ਉਸ ਤੋਂ ਬਾਅਦ ਕਿੰਨੀਆਂ ਜੰਗਾਂ ਹੋਈਆਂ। ਜੰਗ ਦਾ ਜਿਹੜਾ ਅਕੀਦਾ, ਜੰਗ ਦਾ ਜਿਹੜਾ ਪ੍ਰਿੰਸੀਪਲ ਹੈ, ਇਹ ਖਤਰਨਾਕ ਹੁੰਦਾ। ਇਹਦੇ 'ਚ ਹੀ ਹੈ ਯੂਕਰੇਨ ਰਸ਼ੀਆ ਇਸ ਵੇਲੇ ਆਪੋ 'ਚ ਸਿੰਘ ਫਸਾ ਕੇ ਬੈਠੇ ਆ, ਇਹਦਾ ਪ੍ਰਭਾਵ ਸਾਰੇ ਵਰਲਡ 'ਤੇ ਪਿਆ। ਇਹਦੇ ਵਿੱਚ ਕੀ ਹੋ ਗਿਆ? ਗਰੀਬੀ ਉਸ ਵਾਲੇ ਪਾਸੇ ਆ ਰਹੀ ਹੈ, ਕਣਕ ਦੀ ਪੈਦਾਵਾਰ ਘਟ ਗਈ ਹੈ, ਉਹਦੇ 'ਚ ਖਾਣ ਦੀ ਰੋਟੀ ਘਟ ਗਈ ਹੈ, ਤੇਲ ਦਾ ਆਵਾਜਾਈ ਘਟ ਗਈ ਹੈ। ਇਹ ਚੀਜ਼ਾਂ ਸਾਰੀਆਂ ਲੋਕਾਂ 'ਤੇ ਪ੍ਰਭਾਵਿਤ ਕਰਦੀ। ਬਿਲਕੁਲ ਜੀ, ਦੇਖੋ ਨਾ ਤੁਸੀਂ, ਇਸ 'ਚੋਂ ਨਿਕਲਣ ਦਾ ਕੁਝ ਵੀ ਨਹੀਂ ਹੈਗਾ। ਜਿਹੜਾ ਹਾਰੂਗਾ ਉਹਦੇ ਬੰਦੇ ਵੀ ਮਰਦੇ ਨੇ, ਜਿਹੜਾ ਜਿੱਤਦਾ ਹੈ ਉਹਦੇ ਬੰਦੇ ਵੀ ਮਰਦੇ ਨੇ। ਤਾਂ ਸਭ ਦੇ ਥਾਂ ਤੇ ਦੀਵੇ ਜਗਦੇ ਰਹਿਣ, ਮਾਵਾਂ ਦੇ ਪੁੱਤ ਸਲਾਮਤ ਰਹਿਣ, ਹੈ ਨਾ? ਲੋਕਾਂ ਦੇ ਸਾਰੇ ਪਰਿਵਾਰ ਦੇ ਮੈਂਬਰ ਸਲਾਮਤ ਰਹਿਣ। ਔਰ ਕਹਿੰਦੇ ਨੇ ਕਿ ਇਨਸਾਨ ਕੁਦਰਤ ਦੀ ਸਭ ਤੋਂ ਸਿਆਣੀ ਰਚਨਾ ਹੈ, ਇਹੀ ਕਿਹਾ ਜਾਂਦਾ। ਬਿਲਕੁਲ। ਆ ਜਿਹੜੀ ਸਭ ਤੋਂ ਸਿਆਣੀ ਰਚਨਾ, ਆ ਦੇਖੋ ਕੰਮ ਦੇਖੋ, ਐਟਮ ਬੰਬ ਬਣਾ ਕੇ ਬੈਠਾ ਹੋਇਆ, ਪਤਾ ਨਹੀਂ ਕੀ ਕੁਝ ਬਣਾ ਕੇ ਬੈਠਾ ਹੈ ਕਿ ਇਹਦੇ ਨਾਲ ਮੈਂ ਹੋਰ ਛੇਤੀ ਮਰਾਂਗਾ, ਇਹਦੇ ਨਾਲ ਮੈਂ ਹੋਰ ਛੇਤੀ ਮਰਾਂਗਾ। ਆਪਣੇ ਆਪ ਨੂੰ ਮਾਰਨ ਦਾ ਸਮਾਨ ਆਪ ਹੀ ਤਿਆਰ ਕਰਦਾ ਹੈ। ਇਹ ਕੁਦਰਤ ਦੀ ਸਿਆਣੀ ਰਚਨਾ ਦੇ ਕੰਮ ਨੇ। ਹਾਂ, ਸਿਆਣਾ ਤਾਂ ਇਹ ਉਦੋਂ ਆ ਜਦੋਂ ਇਹਨਾਂ ਨੇ ਘਰ ਨੂੰ ਕੁਝ ਸਮਾਨ ਲਿਆਉਣਾ ਜਾਂ ਇਹਨੇ ਕੁਝ ਕਰਨਾ, ਆਪਣੀ ਜੇਬ ਲਈ ਕੰਮ ਕਰਨਾ। ਜਦੋਂ ਬਾਹਰ ਆ ਗਿਆ ਨਾ ਇਨਸਾਨ, ਉਦੋਂ ਭਲਾ ਕਰਨ ਵਾਲਾ, ਸਰਬੱਤ ਦਾ ਭਲਾ ਚਾਹੁਣ ਵਾਲੇ ਥੋੜ੍ਹੇ ਲੋਕ ਹੁੰਦੇ ਆ, ਬਾਕੀ ਲੋਕ ਤਾਂ ਉਹੀ ਹੈ। ਸਹੀ ਗੱਲ, ਲੋਕ ਤਬਾਹੀ ਮਚਾਉਣ ਵਾਲੇ ਲੋਕ ਹੁੰਦੀ ਹੈ। ਕਿਉਂਕਿ ਇੱਕ ਸਾਈਕੀ ਹੈ, ਆਦਮ ਮਨੁੱਖ ਤੋਂ ਲੈ ਕੇ ਹੁਣ ਤੱਕ, ਪੱਥਰ ਯੁੱਗ ਤੋਂ ਲੈ ਕੇ ਹੁਣ ਤੱਕ ਜੋ ਚੱਲਿਆ, ਪੰਜਾਬ 'ਚ ਨਹੀਂ ਸਾਰੇ ਹਿੰਦੁਸਤਾਨ 'ਚ, ਬਾਹਰਲੇ ਦੇਸ਼ਾਂ 'ਚ ਵੀ ਜਿਹੜੇ ਕਿਹਾ ਵਾ, ਮਨੁੱਖ ਨੂੰ ਮਨੁੱਖ ਮਾਰਦਾ ਆ। ਆਦਿ ਕਾਲ 'ਚ ਵੀ, ਨਾਗਾਲੈਂਡ 'ਚ ਅਜੇ ਵੀ ਉਸੇ ਤਰ੍ਹਾਂ ਹੀ ਆ, ਉਸੇ ਤਰ੍ਹਾਂ ਚੱਲਦਾ ਰਿਹਾ। ਜਿਹੜੇ ਸਾਡੇ ਕੁਝ ਰਿਮੋਟ ਏਰੀਆ ਉਹਨਾਂ 'ਚ ਇਸੇ ਤਰ੍ਹਾਂ ਦਾ ਚੱਲਦਾ। ਉਹ ਹਾਵ ਭਾਵ ਲੋਕਾਂ ਦੇ ਅਜੇ ਉਸੇ ਤਰ੍ਹਾਂ ਦੇ, ਉਹਨਾਂ ਦੇ ਰਗਾਂ 'ਚ ਖੂਨ ਉਹੀ ਗੁਲਾਮੀ ਵਾਲਾ, ਉਹੀ ਮਾਰ ਮਟਾਉਣ ਵਾਲਾ, ਉਹੀ ਚੀਜ਼ਾਂ ਅਜੇ ਉਸੇ ਤਰ੍ਹਾਂ ਚੱਲਦੀਆਂ। ਹਥਿਆਰਬੰਦ ਹੋ ਕੇ ਰਹਿਣਾ, ਹਥਿਆਰ ਚਲਾਉਣੇ ਕਰਨਾ, ਸ਼ਾਂਤੀ ਵਾਲੀ ਗੱਲ ਤਾਂ ਨਹੀਂ ਆਈ। ਇਸੇ ਕਰਕੇ ਬੜੇ ਧਰਮ ਚੱਲੇ ਆ, ਬੋਧੀ ਇਸੇ ਕਰਕੇ ਬੁੱਧ ਗ੍ਰੰਥ, ਬਿਲਕੁਲ ਸਹੀ ਗੱਲ ਹੈ, ਹਾਂ, ਜੈਨੀ ਆਏ ਇੱਥੇ, ਆਇਆ ਸਿੱਖ ਧਰਮ ਆਇਆ, ਇਹ ਕਰਕੇ ਕਿ ਲੋਕਾਂ ਨੂੰ ਇੱਕ ਸਿੱਧੇ ਰਸਤੇ ਪਾਉਣ ਲਈ ਬੜਾ ਕੁਝ। ਬਿਲਕੁਲ ਸਹੀ ਗੱਲ ਹੈ। ਬਸ ਉਹੀ ਗੱਲ ਹੈ ਨਾ, ਜਿੱਦਾਂ ਸਾਡੇ ਬਜ਼ੁਰਗ ਕਹਿੰਦੇ ਨੇ ਕਿ ਬੰਦਾ ਬੰਦੇ ਦਾ ਦਾਰੂ ਹੈ ਤੇ ਬੰਦਾ ਬੰਦੇ ਦੇ ਭਾਰੂ ਹੈ। ਇਹੀ ਗੱਲ ਹੈ। ਹੁਣ ਜੇ ਬੰਦਾ ਬੰਦੇ ਦਾ ਦਾਰੂ ਬਣ ਕੇ ਚੱਲੇ ਤਾਂ ਬਹੁਤ ਵਧੀਆ ਗੱਲ ਹੈ। ਸਾਡੇ ਜਿੰਨੇ ਵੀ ਸ਼ਹੀਦ ਹੋਏ ਨੇ, ਦੁਨੀਆ ਦੇ ਜਿਸ ਵੀ ਕੋਨੇ 'ਚ ਸ਼ਹੀਦ ਨੇ, ਪੈਟਰੀਓਟਸ ਨੇ, ਸਭ ਇਹੀ ਕਹਿੰਦੇ ਨੇ ਕਿ ਇੱਕ ਇਨਸਾਨ ਦੂਜੇ ਇਨਸਾਨ ਨੂੰ ਆਪਣਾ ਗੁਲਾਮ ਨਾ ਬਣਾਵੇ। ਇੱਥੇ ਕੀ ਹੈ? ਤੁਹਾਡੀ ਸੋਚ ਨੂੰ ਹੀ ਗੁਲਾਮ ਕੀਤਾ ਗਿਆ। ਤੁਸੀਂ ਸੋਚ ਹੀ ਨਾ ਸਕੋ ਆਜ਼ਾਦੀ ਬਾਰੇ। ਸੋ ਇਦਾਂ ਦੀ ਗੁਲਾਮ ਮਾਨਸਿਕਤਾ ਜਿਹੜੀ ਹੈ ਨਾ, ਉਹ ਕਦੀ ਵੀ ਸ਼ਹੀਦਾਂ ਦੀਆਂ ਸ਼ਹੀਦੀਆਂ ਨੂੰ ਨਮਸਕਾਰ ਨਹੀਂ ਕਰੇਗੀ, ਸ਼ਹੀਦਾਂ ਦੀਆਂ ਸ਼ਹੀਦੀਆਂ ਦੀ ਕਦਰ ਨਹੀਂ ਕਰੇਗੀ, ਕਿਉਂਕਿ ਗੁਲਾਮ ਮਾਨਸਿਕਤਾ ਹੈ। ਇਸ ਮਾਨਸਿਕਤਾ ਨੂੰ ਮਾਰਕੀਟ ਨੇ ਕਬਜ਼ੇ 'ਚ ਲਿੱਤਾ ਹੋਇਆ। ਸਾਨੂੰ ਅੱਜ ਇਹੀ ਚਾਹੀਦਾ, ਬ੍ਰਾਂਡਸ ਕਿਹੜੇ ਨੇ, ਤੂੰ ਕਿਹੜੇ ਬ੍ਰਾਂਡ ਦੇ ਕੱਪੜੇ ਪਾਏ ਨੇ, ਤੂੰ ਕਿਹੜੇ ਬ੍ਰਾਂਡ ਦੇ ਬੂਟ ਪਾਏ ਨੇ, ਤੇਰੇ ਕੋਲ ਕਿਹੜੇ ਬ੍ਰਾਂਡ ਦਾ ਮੋਬਾਈਲ ਹੈ। ਬ੍ਰਾਂਡ ਨਹੀਂ ਦੇਖਣੇ ਅਸੀਂ ਦੇਖਣਾ ਬੰਦੇ ਦੀਆਂ ਕੁਆਲਿਟੀਆਂ ਕੀ ਨੇ, ਬੰਦੇ ਦੇ ਗੁਣ ਕੀ ਨੇ। ਆਪਣੇ ਗੁਣਾਂ ਦੀ ਬਜਾਏ ਅਸੀਂ ਬ੍ਰਾਂਡਸ ਦੇ ਪਿੱਛੇ ਭੱਜਦੇ ਹਾਂ, ਜਦਕਿ ਸਾਨੂੰ ਆਪਣੇ ਗੁਣਾਂ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ। ਇਹੀ ਹਰ ਦੇਸ਼ ਦਾ ਸ਼ਹੀਦ ਇਹੀ ਗੱਲ ਕਹਿੰਦਾ ਹੈ, ਇਨਸਾਨ ਜਦੋਂ ਆਪਣੇ ਗੁਣਾਂ ਨੂੰ ਪਛਾਣਦਾ ਹੈ, ਉਹ ਆਪਣੇ ਆਪ ਸੁਤੰਤਰ ਹੋ ਜਾਂਦਾ, ਆਪਣੇ ਆਪ ਆਜ਼ਾਦ ਹੋ ਜਾਂਦਾ। ਅਸੀਂ ਹੁਣ ਅੱਗੇ ਵਧੀਏ ਕਿ ਪੰਜਾਬ ਨੂੰ ਵੀ ਆਜ਼ਾਦ ਕਰਵਾਉਣਾ ਹੈ, ਅਸੀਂ ਨਸ਼ਿਆਂ ਤੋਂ ਨਸ਼ਾ ਮੁਕਤ ਕਰਨਾ ਹੈ। ਇਹਦੇ ਵਾਸਤੇ ਵੀ ਸਰਕਾਰ ਕਾਫੀ ਜ਼ਿਆਦਾ ਸੰਜੀਦਾ ਹੋ ਚੁੱਕੀ ਹੈ ਤੇ ਕਾਫੀ ਵੱਡੇ ਸਟੈਪ ਲਿੱਤੇ ਜਾ ਰਹੇ ਨੇ। ਉਹਦੇ ਬਾਰੇ ਤੁਸੀਂ ਜ਼ਰਾ ਜ਼ਿਕਰ ਕਰੋ। ਜਿਸ ਤਰ੍ਹਾਂ ਜਿੰਨੀਆਂ ਵੀ ਸਰਕਾਰਾਂ ਆਈਆਂ ਹੁਣ ਤੱਕ, ਪੜਾਅ ਪੜਾਅ ਉਹਨਾਂ ਨੇ ਆਪਣਾ ਪੂਰਾ ਜ਼ੋਰ ਲਾਇਆ ਨਸ਼ਿਆਂ ਨੂੰ ਦੂਰ ਰਹਿਣ ਲਈ ਔਰ ਨਸ਼ਾ ਮੁਕਤ ਪੰਜਾਬ ਕਰਨ ਲਈ। ਵੈਸੇ ਹਰ ਕੋਈ ਚਾਹੁੰਦਾ ਕਿ ਪੰਜਾਬ ਨਸ਼ਾ ਮੁਕਤ ਹੋ ਜੇ, ਪਰ ਇਹਦੇ ਪਿੱਛੇ ਕਈ ਤਰ੍ਹਾਂ ਦੇ ਜਿਹੜੇ ਸਿਸਟਮ ਚੱਲਦੇ ਰਹੇ, ਜਿਹਦੇ ਵਿੱਚ ਕਈ ਜਿਹੜੇ ਨੇਤਾ ਜਿਹੜੇ ਸਾਡੇ ਸੀ ਉਹ ਵੀ ਇਨਵੋਲਵ ਹੋ ਗਏ ਔਰ ਉਹਨਾਂ ਨੇ ਵੀ ਨਸ਼ੇ ਦੀ ਤਸਕਰੀ ਕੀਤੀ। ਜਿਹੜੇ ਅੱਜ ਕੱਲ੍ਹ ਜੇ ਆਪਾਂ ਨਾਂ ਲਈਏ ਤਾਂ ਜੇਲ੍ਹਾਂ ਵਿੱਚ ਵੀ ਬੰਦ ਨੇ, ਜਿਨ੍ਹਾਂ ਦੀ ਜ਼ਮਾਨਤਾਂ ਨਹੀਂ ਹੋ ਰਹੀਆਂ, ਜਿਨ੍ਹਾਂ 'ਚ ਮਜੀਠੀਆ ਸਾਹਿਬ ਨੇ ਔਰ ਹੋਰ ਵੀ ਕਈ ਨੇਤਾ ਨੇ, ਬਾਹਰਲੇ ਹੋਰ ਗੈਂਗਸਟਰਸ ਬੈਠੇ ਹੋਏ ਨੇ, ਬਹੁਤ ਲੋਕ ਜਿਹੜੇ ਜੇਲ੍ਹਾਂ 'ਚ ਬੰਦ ਨੇ ਔਰ ਇਸ ਤਸਕਰੀ 'ਚ ਕਰਦੇ ਰਹੇ। ਔਰ ਫਲੌਰ ਦੇਖੋ, ਜਿਹੜਾ ਟ੍ਰੇਨਿੰਗ ਸੈਂਟਰ ਆਪਾਂ ਅੱਗੇ ਜ਼ਿਕਰ ਕੀਤਾ ਸੀਗਾ, ਉਹ 'ਚ ਜਿਹੜੀ ਪੁਲਿਸ ਦੀ ਟ੍ਰੇਨਿੰਗ ਹੁੰਦੀ ਹੈ, ਉਹਦੇ ਵਿੱਚ ਆਪ ਪੁਲਿਸ ਇਨਵੋਲਵ ਹੈ। ਉਹਨਾਂ ਦੇ ਕੇਸ ਹੋ ਗਏ ਔਰ ਗੰਨਾ ਪਿੰਡ ਆ, ਤਲਵੰਡੀ ਪਿੰਡ ਆ, ਜਿਹਦੇ 'ਚੋਂ ਚਿੱਟਾ ਆ ਰਿਹਾ ਔਰ ਲੇਡੀਜ਼ ਵੇਚਦੀਆਂ ਔਰ ਉਹਨਾਂ 'ਚੋਂ ਚਿੱਟਾ ਵੀ ਆ ਰਿਹਾ, ਉਹਦੇ 'ਚੋਂ ਸਮੈਕ ਆ ਰਹੀ ਆ, ਉਹ ਹੀਰੋਇਨ ਆ ਰਹੀ ਹੈ, ਉਹ ਵੇਖੋ ਲੋਕ ਖਾ ਰਹੇ ਆ। ਪਰ ਇਹਦੇ 'ਚ ਇਹ ਹੈਗਾ ਕਿ ਜੇ ਅਸੀਂ
ਇਹਨੂੰ ਇੱਕ ਤਰੀਕੇ ਨਾਲ ਲਈਏ ਜਿਹਦੇ 'ਚ ਇਸ ਸਿਸਟਮ 'ਚ ਸਾਰੀ ਦੁਨੀਆ ਇਨਵੋਲਵ ਹੋ ਜੇ, ਪੂਰਾ ਪੰਜਾਬ ਇਨਵੋਲਵ ਹੋ ਜੇ। ਸਿਰਫ ਤੇ ਸਿਰਫ ਸਰਕਾਰ ਇਕੱਲੀ ਤੇ ਇਹ ਭਾਰੂ ਮਾਮਲਾ ਹੈਗਾ, ਸਰਕਾਰ ਕੋਲ ਪੂਰਾ ਨਹੀਂ ਹੋ ਸਕਦਾ। ਸੰਜੀਦਾ ਮਾਮਲਾ ਹੈ। ਤੁਸੀਂ ਦੇਖੋ ਹੁਣ ਪਿੱਛੇ ਜੇ ਆਪਾਂ ਸਾਈਕਲ ਰੈਲੀ ਵੀ ਕੀਤੀ ਹੈ। ਸਿੱਧੂ ਸਾਹਿਬ ਦੇ ਕੇਸ 'ਚ ਕੀ ਹੋਇਆ ਕਿ ਜਿਹੜੀ ਬੈਰਕ 'ਚ ਉਹਨਾਂ ਨੂੰ ਰੱਖਿਆ ਗਿਆ, ਉੱਥੇ ਉਹ ਪੁਲਿਸ ਆਫੀਸਰ ਵੀ ਸੀਗਾ ਇੰਦਰਜੀਤ ਸਿੰਘ, ਜਿਹੜਾ ਜਿਹਨੂੰ ਸਸਪੈਂਡ ਕੀਤਾ ਗਿਆ ਹੈ, ਜੋ ਨੌਕਰੀ ਤੇ ਨਹੀਂ ਹੈ। ਤੋ ਇਸ ਵਕਤ ਉਹ ਜੇਲ੍ਹ 'ਚ ਹੈ ਕਿਉਂਕਿ ਉਹ ਵੀ ਇਨਵੋਲਵ ਸੀ ਇਸ ਰੈਕਟ ਦੇ ਵਿੱਚ, ਨਸ਼ਿਆਂ ਦੇ ਵਿੱਚ। ਗੱਲ ਬਲਕਾਰ ਜੀ ਇਹ ਹੈ ਕਿ ਇਹ ਨੈਟਵਰਕ ਇੰਨਾ ਜ਼ਬਰਦਸਤ ਹੈ ਕਿ ਕਿਸੇ ਦਾ ਕੁਝ ਨਹੀਂ ਪਤਾ ਕੌਣ ਨਸ਼ਾ ਸਪਲਾਈ ਕਰਦਾ ਹੈ। ਇੱਥੇ ਭੀਖ ਮੰਗਦੇ ਭਿਖਾਰੀ ਤੁਰੇ ਫਿਰਦੇ ਨੇ, ਮੰਗਤੇ ਤੁਰੇ ਫਿਰਦੇ ਨੇ, ਅੰਦਰ ਖਾਤੇ ਉਹ ਨਸ਼ਾ ਸਪਲਾਈ ਕਰਦੇ ਪਏ ਨੇ, ਉਹ ਵੀ ਨੈਟਵਰਕ ਹੈ। ਉੱਥੇ ਗੰਨੇ ਦਾ ਜੂਸ ਵੇਚਦਾ ਪਿਆ, ਅੰਦਰ ਖਾਤੇ ਉਹ ਨਸ਼ਾ ਵੀ ਸਪਲਾਈ ਕਰਦਾ ਪਿਆ, ਉੱਤੋਂ ਗੰਨੇ ਦਾ ਜੂਸ ਵੇਚਦਾ ਪਿਆ। ਇਹ ਅੰਡਰ ਕਵਰ ਬਹੁਤ ਬੈਠੇ ਹੋਏ ਨੇ, ਪਤਾ ਨਹੀਂ ਕਿੱਥੇ ਕਿੱਥੇ ਕਿੱਡਾ ਵੱਡਾ ਨੈਟਵਰਕ ਹੈ, ਕਿੱਥੋਂ ਕਿੱਥੋਂ ਫੜੋਗੇ। ਇਹ ਤਾਂ ਇਹ ਹੈ ਕਿ ਪੁਲਿਸ ਹਰ ਥਾਂ ਦੇ ਉੱਤੇ ਸੂਹ ਨਹੀਂ ਲੈ ਸਕਦੀ, ਤੇ ਜਿੱਥੋਂ ਜਿਹਨੂੰ ਸੂਹ ਮਿਲੇ ਉਹ ਜਾ ਕੇ ਪ੍ਰਸ਼ਾਸਨ ਨੂੰ ਦੱਸੇ, ਕਿਉਂਕਿ ਇਹ ਨਸ਼ੇ ਦਾ ਜਿਹੜਾ ਕੋਡ ਹੈ ਨਾ, ਇਹ ਕੈਂਸਰ ਜਿਹੜਾ ਹੈ, ਇਹਨੂੰ ਸਭ ਨੇ ਮਿਲ ਕੇ ਖਤਮ ਕਰਨਾ। ਇਹ ਦੁਨੀਆ ਦੇ ਵਿੱਚ ਕਿਤੇ ਵੀ ਹੋਵੇ, ਸਿਰਫ ਪੰਜਾਬ ਨਹੀਂ। ਠੀਕ ਹੈ, ਜਿਸ ਤਰ੍ਹਾਂ ਕਿਹਾ ਕਿ ਮਿਲ ਕੇ ਆਪਾਂ ਕਰਨਾ, ਜਿਹਦੇ 'ਚ ਬ੍ਰਾਂਚਸ ਹੋਣ, ਜਿਸ ਤਰ੍ਹਾਂ ਆਪਾਂ ਕਹਿ ਰਹੇ ਹਾਂ ਹੁਣ ਤਾਂ STF ਜਾਂ ਪੁਲਿਸ ਦੀਆਂ ਸਪੈਸ਼ਲ ਫੋਰਸਾਂ ਬਣਾਤੀਆਂ, ਉਹ ਆ ਰਹੀਆਂ ਪਿੰਡਾਂ 'ਚ ਪਿਆ ਰਹੀਆਂ। ਕਿਉਂ ਨਾ ਪਿੰਡ ਦੀ ਜਿਹੜੀ ਪੰਚਾਇਤ ਉਹ ਇਨਵੋਲਵ ਹੋਵੇ, ਕਿਉਂ ਨਾ ਪਿੰਡ ਦੇ ਨੰਬਰਦਾਰ ਜਿਹੜੇ ਪਹਿਲੋਂ ਸੀਗੇ ਆਪਣੇ ਉਹ ਇਨਵੋਲਵ ਹੋਣ, ਪਿੰਡ ਦੇ ਵਿਦਿਆਰਥੀ, ਸਟੂਡੈਂਟ ਫੈਡਰੇਸ਼ਨ, ਬਿਲਕੁਲ ਸਹੀ, ਔਰ ਜਿਹਦੇ 'ਚ ਸਾਡੀਆਂ ਜਿੰਨੀਆਂ ਯੂਥ ਦੀਆਂ ਏਜੰਸੀਆਂ ਨੇ, ਜਿਹਦੇ ਵਿੱਚ ਬਾਕੀ NGO ਹੈ ਜਿਹੜੀਆਂ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਸੇਵਾ ਕਰਦੀਆਂ ਪੰਜਾਬ ਦੀ, ਉਹਨਾਂ ਨੂੰ ਇੱਕ ਇਨਵੋਲਵ ਹੋਣਾ ਚਾਹੀਦਾ। ਧਾਰਮਿਕ ਏਜੰਸੀਆਂ, ਧਾਰਮਿਕ ਜਥੇਬੰਦੀਆਂ, ਸ਼੍ਰੋਮਣੀ ਕਮੇਟੀ ਜਿਹੜੀ SGPC ਹੈ, ਇਹ ਵੀ ਇੱਥੇ ਚਾਉਣਾ ਚਾਹੀਦਾ ਇਹਨਾਂ ਨੂੰ। ਬਿਲਕੁਲ ਸਰ। ਔਰ ਇਹਨਾਂ ਕੋਲ ਪੈਸਾ ਵੀ ਬਹੁਤ ਹੈ, ਇਹਨਾਂ ਕੋਲ ਪੈਸੇ ਦੀ ਕੋਈ ਇੱਦਾਂ ਨਹੀਂ ਹੈਗੀ, ਔਰ ਧਾਰਮਿਕ ਕੰਮ ਕਰਦੇ ਆ, ਔਰ ਇਹ ਪੰਜਾਬ ਦੇ ਭਲੇ ਲਈ ਕੰਮ ਹੈਗਾ। ਔਰ ਜਿਸ ਤਰ੍ਹਾਂ ਦੇ ਸਾਡੇ ਔਰ ਡੇਰਾਵਾਦ ਆ ਪੰਜਾਬ 'ਚ, ਜਿੰਨੇ ਡੇਰੇ ਨੇ, ਜਿਹੜੇ ਬਾਬੇ ਉੱਥੇ ਬੈਠੇ ਨੇ, ਸੰਤ ਮਹੰਤ ਬੈਠੇ ਆ, ਵੀ ਇਹਨਾਂ 'ਚ ਆ ਸਕਦੇ ਆ ਜਦੋਂ ਬਾਕੀ ਕੰਮ ਕਰ ਰਹੇ ਆ, ਲੋਕਾਂ ਨੂੰ ਰਿੱਧੀਆਂ ਸਿੱਧੀਆਂ ਦਿਖਾ ਰਹੇ ਆ, ਲੋਕਾਂ ਦਾ ਭਲਾ ਕਰ ਰਹੇ ਆ, ਜਾਂ ਉਹ 'ਚ ਇਸ ਤਰ੍ਹਾਂ ਦੀ ਇਨਵੋਲਵਮੈਂਟ ਆ, ਤੇ ਇਹ ਕਿਉਂ ਨਹੀਂ ਕਰਦੇ। ਬਿਲਕੁਲ, ਜੇ ਪੰਜਾਬ ਪੂਰਾ ਯੂਨਾਈਟ ਹੋ ਜੇ, ਇੱਕ ਮੁੱਠ ਹੋ ਜੇ, ਤੇ ਬਿਲਕੁਲ ਸਾਫ਼ ਸੁਥਰਾ ਹੋ ਸਕਦਾ ਪੰਜਾਬ। ਔਰ ਦੂਜੀ ਰਹੀ ਗੱਲ, ਜਿਹੜੇ ਡਾਕਟਰ ਨੇ, ਜਿਹੜੇ ਵਿਗਿਆਨੀ ਆ, ਉਹਨਾਂ ਨੂੰ ਇਹ ਚਾਹੁੰਣਾ ਚਾਹੀਦਾ, ਕਿਉਂਕਿ ਜਦੋਂ ਇੱਕਦਮ ਉਹਨਾਂ ਨੂੰ ਛਡਾਉਂਦੇ ਆ, ਜਿਹੜੇ ਬੱਚਾ ਖਾ ਰਿਹਾ, ਮੁੰਡਾ ਖਾ ਰਿਹਾ, ਹੁਣ ਉਹਦੇ ਵੱਸ ਦੀ ਗੱਲ ਨਹੀਂ, ਉਹਨੂੰ ਚਿੱਟਾ ਦਿੱਤਾ ਨੇ, 2 ਦਿਨ 3 ਦਿਨ ਖਾਦਾ, ਉਹਦੀ ਦੁਨੀਆ ਹੀ ਹੋਰ ਬਣ ਗਈ। ਜਦੋਂ ਉਹਦੇ ਕੋਲ ਛਡਾਉਣਗੇ, ਇਹਦੇ ਸਿੰਪਟਮ ਹੋਰ ਬਦਲ ਜਾਂਦੇ ਆ। ਸਿੰਪਟਮ ਬਦਲਣ ਨਾਲ ਉਹਦੇ ਕੋਲ ਤੁਰਿਆ ਨਹੀਂ ਜਾਊਗਾ, ਬੇਸੁੱਧ ਹੋ ਜਾਊਗਾ। ਪਰ ਉਹਨੂੰ ਇੱਕ ਦਵਾਈ ਦਿੰਦੇ ਆ, ਫਿਰ ਜਿਹੜੇ ਓਟ ਕਲੀਨਿਕ ਆ ਉਹਨਾਂ 'ਚੋਂ, ਜਿਹੜੇ ਉਹਨਾਂ 'ਚੋਂ ਦਵਾਈ ਦਿੰਦੇ ਆ ਨਾ, ਉਹ ਦਵਾਈ ਜਿਹੜੀ ਦਿੰਦੇ, ਗੋਲੀ ਖਾਂਦੇ, ਜਿੰਨੇ ਚਿਰ ਖਾਂਦਾ ਉਹਨਾਂ ਚਿਰ ਠੀਕ ਹੈ, ਜਦੋਂ ਖਤਮ ਹੋ ਗਈ ਖਤਮ, ਉਹ ਜਿੰਨੇ ਚਿਰ ਖਾਊਗਾ ਉਹਨਾਂ ਚਿਰ ਫਿਰ ਉਹਦੇ ਅੰਦਰ ਇੱਕ ਨਸ਼ਾ ਇਸ ਤਰ੍ਹਾਂ ਦਾ ਸਿੰਪਟਮ, ਇਹਦੇ ਲੱਛਣ ਆ, ਜਿਹੜਾ ਖਾ ਰਿਹਾ ਨਾ, ਜਦੋਂ ਉਹਨੂੰ ਇਸ ਤੋਂ ਪਿੱਛੇ ਨੂੰ ਕਰੋਗੇ, ਹਟਾਓਗੇ, ਪਰ ਇਹਦਾ ਧਿਆਨ ਉੱਥੇ ਰਹੂਗਾ। ਫਿਰ ਅੱਜ ਵੀ, ਕੱਲ੍ਹ ਵੀ, ਪਰਸੋਂ ਵੀ ਉਹ ਧਿਆਨ ਉੱਥੇ ਰਹੂਗਾ ਦਾ, ਕਿਉਂਕਿ ਜਿੰਨੀ ਦੇਰ ਤੱਕ ਅਟਰਨਲ ਵਿਲ ਨਹੀਂ ਉਹਦੀ ਪਾਵਰਫੁਲ ਹੁੰਦੀ, ਜਿਹਦੇ 'ਚ ਉਹ ਨਹੀਂ ਆ ਪਾਉਂਦਾ ਵੀ ਮੈਂ ਛੱਡੂਗਾ। ਕਈ ਤਰ੍ਹਾਂ ਦੀ ਵੀਡੀਓ ਹੈਗੀ ਹੈ, ਇੱਕ ਮੈਂ ਵੀਡੀਓ ਦੇਖੀ ਸੀ, ਉਹਦੇ 'ਚ ਇੱਕ ਲੜਕੀ ਹੈ, ਉਹਨੇ ਪੂਰਾ ਬਿਆਨ ਕੀਤਾ ਉਹਦੇ 'ਚ ਵੀ ਮੈਂ ਇਸ ਦਲਦਲ 'ਚ ਧਸ ਗਈ ਸੀ, ਮੇਰੀ ਮਾਂ ਮੈਨੂੰ ਬਚਾਉਂਦੀ ਸੀ, ਪਰ ਮੈਂ ਬਾਜ ਨਹੀਂ ਸੀ ਆਉਂਦੀ, ਮੈਂ ਐਕਟਿਵਾ ਲੈ ਜਾਂਦੀ, ਇੱਕ ਦਿਨ ਦੀ ਐਕਟਿਵਾ ਲੈ ਕੇ ਮੈਂ ਐਕਸੀਡੈਂਟ ਹੋ ਗਿਆ, ਮੈਂ ਡਿੱਗ ਪਈ, ਮੈਨੂੰ ਲੋਕਾਂ ਨੇ ਚੁੱਕਿਆ, ਪਰ ਫਿਰ ਵੀ ਮੈਂ ਦੀ ਫੱਟੜੇ ਉੱਥੇ ਚਲੀ ਗਈ ਜਿੱਥੋਂ ਮੈਂ ਦਵਾਈ ਲੈਣਾ ਸੀਗਾ ਚਿੱਟਾ, ਉੱਥੋਂ ਲਈ ਆ। ਫਿਰ ਵੀ ਮਾਂ ਮੇਰੇ ਗਲ ਲੱਗ ਕੇ ਰੋ ਜਾਂਦੀ, ਜਾਂ ਤਾਂ ਮੈਂ ਮਰ ਜਾਣਾ, ਜਾਂ ਤੈਨੂੰ ਜ਼ਹਿਰ ਦੇ ਦੇਣਾ, ਜਾਂ ਮੈਂ ਜ਼ਹਿਰ ਖਾ ਲੈਣਾ। ਫਿਰ ਆਂਦੀ ਉਹੀ ਗੱਲ, ਉਹਨਾਂ ਜੋ ਮੂੰਹ ਤੋਂ ਮਾਂ ਤੋਂ ਨਿਕਲੀ, ਉਹ ਮੇਰੇ ਫਾਦਰ ਦੀ ਡੈਥ ਹੋ ਗਈ। ਆਂਦੀ ਫਿਰ ਮੈਨੂੰ ਪਤਾ ਲੱਗਾ, ਮੈਂ ਹੋਸ਼ ਚਾਹੀ ਮੇਰੇ ਫਾਦਰ ਨਹੀਂ ਰਹੇ ਦੁਨੀਆ 'ਤੇ। ਫਿਰ ਆਂਦੀ ਮੈਂ ਹੌਲੀ ਮੇਰੀ ਮਾਂ ਨੇ ਮੈਨੂੰ ਇੱਕ ਊਟ ਕਲੀਨਿਕ 'ਚ ਲੈ ਕੇ ਗਈ, ਮੈਂ ਹੌਲੀ ਛੱਡਣ ਦੀ ਕੋਸ਼ਿਸ਼ ਕੀਤੀ, ਕਈ ਸਾਲ ਲੱਗੇ, ਪਰ ਹੁਣ ਮੈਂ ਨੰਬਰ 9 ਆਂਦੀ, ਮੈਂ ਪੱਕਾ ਮਨ ਬਣਾ ਲਿਆ। ਇਹ ਚੀਜ਼ ਵੀ ਹੈਗੀ ਆ ਅੰਦਰਲੀ ਜਿਹੜੀ ਵੇਲਾ, ਉਹਦੇ ਨਾਲ ਹੋ ਸਕਦਾ। ਬਿਲਕੁਲ ਸਹੀ ਗੱਲ ਹੈ। ਔਰ ਦੂਸਰੀ ਗੱਲ ਇਹ ਹੈ ਕਿ ਮਿਲ ਜੁਲ ਕੇ ਇਸ ਚੀਜ਼ ਨੂੰ ਆਪਾਂ ਸੋਲਵ ਕਰ ਸਕਦੇ ਹਾਂ। ਸੋ ਜਿਹੜੇ ਤੁਸੀਂ ਇਹ ਗੱਲ ਕੀਤੇ ਨੇ ਕਿ ਧਾਰਮਿਕ ਸਥਾਨ ਬਣੇ ਹੋਏ ਨੇ, ਧਾਰਮਿਕ ਸਥਾਨਾਂ ਤੇ ਇਹ ਸਾਰੀਆਂ ਧਾਰਮਿਕ ਗੱਲਾਂ ਹੁੰਦੀਆਂ ਨੇ, ਉੱਥੋਂ ਵੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਨਸ਼ਿਆਂ ਨੂੰ ਛੱਡੋ, ਨਾਲੇ ਮੱਥਾ ਟੇਕਣ ਜਾ ਕੇ, ਨਾਲੇ ਬੱਚੇ ਇਹ ਲੈ ਲੈਣ, ਸਹੁੰ ਚੁੱਕ ਲੈਣ ਕਿ ਮੈਂ ਇਸ ਤੋਂ ਬਾਅਦ ਨਹੀਂ, ਬਿਲਕੁਲ ਹੈਲਪ ਕਰਨ ਪੂਰੀ। ਔਰ ਨਾਲ ਉੱਥੇ ਇਹ ਵੀ ਹੋਣਾ ਚਾਹੀਦਾ ਕਿ ਸਭ ਨੂੰ ਕਹੋ ਵੀ ਆਪਣਾ ਇਨਕਮ ਟੈਕਸ ਪੂਰਾ ਜਮ੍ਹਾਂ ਕਰਾਓ, ਦੇਸ਼ ਨੂੰ ਨਾ ਲੁੱਟੋ। ਇਹ ਸਾਰੀਆਂ ਵੀ ਹਦਾਇਤਾਂ ਉੱਥੋਂ ਮਿਲਣੀਆਂ ਚਾਹੀਦੀਆਂ ਨੇ, ਕਿਉਂਕਿ ਜਦੋਂ ਗੁਰੂ ਜੀ ਕਹਿਣਗੇ ਤੇ ਫਿਰ ਆਪੇ ਜਿਹੜੇ ਉੱਥੇ ਜਾਂਦੇ ਸੰਗਤ ਹੈ ਉਹ ਆਪੇ ਮੰਨੇਗੀ ਕਿ ਸਾਡੇ ਗੁਰੂ ਜੀ ਨੇ ਕਿਹਾ। ਗੁਰੂ ਜੀ ਦੀ ਗੱਲ ਮੰਨਣੀ ਚਾਹੀਦੀ ਹੈ। ਤਾਂ ਦੇਸ਼ ਦੀ ਭਲਾਈ ਦੇ ਜਿੰਨੇ ਕੰਮ ਨੇ ਨਾ, ਇਹ ਡੇਰਿਆਂ ਤੋਂ ਸ਼ੁਰੂ ਹੋਣੇ ਚਾਹੀਦੇ ਨੇ, ਕਿਉਂਕਿ ਲੋਕੀ ਧਾਰਮਿਕ ਸੋਚਦੇ ਨੇ। ਸਾਡਾ ਜਿਹੜਾ ਸਾਰਾ ਸਮਾਜ ਹੈ ਧਾਰਮਿਕ ਪ੍ਰਵਿਰਤੀ ਦਾ, ਤਾਂ ਇਹ ਧਾਰਮਿਕ ਆਗੂ, ਧਾਰਮਿਕ ਸੰਸਥਾਵਾਂ, ਧਾਰਮਿਕ ਸਥਾਨ ਇਹ ਬੀੜਾ ਚੁੱਕਣ ਤੇ ਲੋਕਾਂ ਨੂੰ ਸਮਝਾਉਣ ਵੀ ਦੇਸ਼ ਨੂੰ, ਪੰਜਾਬ ਨੂੰ ਕਿਵੇਂ ਸੰਭਾਲਣਾ, ਸਮਾਜ ਨੂੰ ਕਿਵੇਂ ਸੰਭਾਲਣਾ। ਸਾਰੀਆਂ ਇੰਸਟਰਕਸ਼ਨਸ, ਸਾਰੀਆਂ ਹਦਾਇਤਾਂ ਉੱਥੇ ਆਉਣੀਆਂ ਚਾਹੀਦੀਆਂ ਨੇ
ਤਾਂ ਇਹ ਵੀ ਇੱਕ ਨਵਾਂ ਰਾਹ ਖੁੱਲ੍ਹ ਸਕਦਾ ਹੈ ਪੰਜਾਬ ਦੇ ਸੁਧਾਰ ਦਾ। ਪਰ ਇਹ ਜਿਸ ਤਰ੍ਹਾਂ ਨਾ ਆਪਾਂ ਗੱਲ ਕੀਤੀ ਹੈ ਇਨ ਐਡੀਸ਼ਨ ਇਹ ਗੱਲ ਹੋ ਸਕਦੀ ਹੈ ਜਿਸ ਤਰ੍ਹਾਂ ਭਗਵੰਤ ਮਾਨ ਜੀ ਨੇ ਇਹਦੇ 'ਤੇ ਬਹੁਤ ਬੀੜਾ ਚੁੱਕਿਆ ਔਰ ਇਹਨਾਂ ਨੇ ਯਤਨ ਕੀਤੇ, ਯਤਨਸ਼ੀਲ ਵੀ ਆ ਔਰ ਇਸ ਨੂੰ ਨੱਥ ਪਾਉਣ ਲਈ ਉਹਨਾਂ ਨੇ ਫੋਰਸਾਂ ਵੀ ਤਿਆਰ ਕਰ ਦਿੱਤੀਆਂ। ਪਰ ਇੱਕ ਗੱਲ ਹੈਗੀ ਉਹਨਾਂ ਦੀ ਸਲਾਹ ਹੈ ਔਰ ਇਹਦੇ 'ਚ ਬਹੁਤ ਜਿਹੜੇ ਆ ਸਾਡੇ ਪ੍ਰਵਾਸੀ ਭਾਰਤੀ ਆ ਉਹਨਾਂ ਨੂੰ ਸੁਨੇਹੇ ਵੀ ਆ ਰਹੇ ਆ, ਸੱਦਾ ਪੱਤਰ ਵੀ ਆ ਰਹੇ ਆ। ਜੇ ਪ੍ਰਵਾਸੀ ਭਾਰਤੀਆਂ ਦੇ ਯੋਗਦਾਨ ਲਿਆ ਜਾਵੇ ਔਰ ਉਹਨਾਂ ਦਾ ਪੈਸਾ ਵੀ ਖਰਚਾਇਆ ਜਾਵੇ ਔਰ ਕੇਂਦਰ ਖੋਲ੍ਹੇ ਜਾਣ ਔਰ ਉੱਥੋਂ ਆਪਰੇਟ ਕਰਨ, ਉਹ ਇੱਥੋਂ ਪੈਸਾ ਕਰਨ, ਇੱਥੋਂ ਜਾ ਕੇ ਚਲਾਉਣ। ਜਦੋਂ ਕਿ ਇੱਕ ਕਿਸਾਨ ਅੰਦੋਲਨ ਕਾਮਯਾਬ ਹੋਇਆ, ਉਹਨਾਂ ਨੇ ਪੈਸਾ ਦਿੱਤਾ ਉੱਥੋਂ ਔਰ ਆਇਆ, ਅਕਾਊਂਟ ਖੁੱਲ੍ਹ ਗਏ, ਸਾਰਾ ਕੁਝ। ਇਹ ਜਿਹੜੇ ਨਸ਼ਾ ਮੁਕਤ ਕੇਂਦਰ ਨੇ ਇੱਕ ਵਾਰੀ ਅਕਾਊਂਟ ਇੱਦਾਂ ਦਾ ਦੇਣ ਸਾਡੇ ਪ੍ਰਵਾਸੀ ਭਾਰਤੀਆਂ ਨੂੰ ਤਾਂ ਹੈਲਪ ਕਰ ਸਕਦੇ ਬਹੁਤ ਵਧੀਆ ਤਰੀਕੇ ਨਾਲ। ਇਸੇ ਕਰਕੇ ਉਹਨਾਂ ਨੂੰ ਪਤਾ ਹੈਗਾ ਕਿ ਇੱਥੋਂ ਬਹੁਤ ਪੰਜਾਬ ਦਾ ਮੁੰਡਾ ਇੱਥੋਂ ਸ਼ਿਫਟ ਹੋ ਰਿਹਾ, ਇੱਥੋਂ ਜਾ ਕੇ ਪੜ੍ਹਾਈ ਲਈ ਜਾ ਰਿਹਾ, ਕੈਨੇਡਾ, ਅਮਰੀਕਾ, ਇੰਗਲੈਂਡ ਔਰ ਨਿਊਜ਼ੀਲੈਂਡ ਸਾਰੀ ਜਗ੍ਹਾ 'ਤੇ। ਔਰ ਉੱਥੋਂ ਦੇ ਪ੍ਰਵਾਸੀ ਭਾਰਤੀ ਜਿਹੜੇ ਬੈਠੇ, ਜਿਹੜੇ ਪੁਰਾਣੇ ਲੋਕ ਬੈਠੇ, ਉਹਨਾਂ ਨੂੰ ਪਤਾ ਵੀ ਪੰਜਾਬ ਸੁੰਨਾ ਹੋ ਰਿਹਾ, ਪੰਜਾਬ 'ਚੋਂ ਹੁਣ ਜਿਹੜੇ ਨਾ ਮੁੰਡੇ ਆ ਰਹੇ ਇੱਧਰ, ਪੈਸਾ ਵੀ ਸਾਡਾ ਉੱਧਰ ਟ੍ਰਾਂਸਫਰ ਹੋ ਰਿਹਾ, ਇਕੋਨਮੀ ਵੀ ਡਾਊਨ ਹੋ ਰਹੀ ਆ, ਡਾਲਰ ਮਹਿੰਗਾ ਹੋ ਰਿਹਾ ਔਰ ਇਸ ਚੀਜ਼ ਨੂੰ ਵੀ ਥੋੜ੍ਹੀ ਜਿਹੀ ਨੱਥ ਪੈਣੀ ਚਾਹੀਦੀ ਆ। ਔਰ ਜਿਸ ਤਰ੍ਹਾਂ ਹੁਣੇ ਭਗਵੰਤ ਮਾਨ ਜੀ ਨੇ ਇੱਕ ਐਡਵਾਈਜ਼ਰੀ ਬੋਰਡ ਬਣਾ ਲਿਆ ਔਰ ਉਹ ਮੋਹਾਲੀ, ਖਰੜ ਔਰ ਚੰਡੀਗੜ੍ਹ ਦਾ ਅਰਾਊਂਡ ਜਿਹੜੇ ਰਿਟਾਇਰਡ ਵਾਈਸ ਚਾਂਸਲਰ ਹੈ ਅਤੇ ਡਾਇਰੈਕਟਰ ਇੱਕ ਗਰੁੱਪ ਬਣਾ ਰਿਹਾ। ਉਹ 'ਚ 12 ਜਿਹੜੇ ਪ੍ਰੋਮੀਨੈਂਟ ਲੋਕ ਨੇ। ਬਲਦੇਵ ਸਿੰਘ ਢਿੱਲੋਂ ਨੇ ਜਿਹੜੇ ਵਾਈਸ ਚਾਂਸਲਰ ਰਹੇ ਆ, ਰਿਟਾਇਰਡ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ, ਔਰ ਵਾਈਸ ਚਾਂਸਲਰ ਜਿਹੜੇ ਆਏ ਗਏ ਉਹ ਹੁਣ ਉਹ ਦੱਸਣਗੇ ਕਿ ਪੰਜਾਬ ਦੇ ਵਿੱਚ ਕੀ ਕੁਝ ਕਰਨਾ ਚਾਹੀਦਾ, ਇਹਦੀ ਪਲਾਨ ਕੀ ਹੋਣਾ ਚਾਹੀਦਾ, ਕੀ ਰੋਡ ਮੈਪ ਹੋਣਾ ਚਾਹੀਦਾ। ਔਰ ਉਹ ਵੀ ਇਸ ਤਰ੍ਹਾਂ ਦਾ ਮਸਲਾ ਮੇਰਾ ਖਿਆਲ ਉਹ ਲੈ ਕੇ ਆਉਣਗੇ ਕਿਉਂਕਿ ਇਸ ਵੇਲੇ ਪੱਕ ਦਾ ਮਸਲਾ ਵਾ, ਇਹ ਤੋਂ ਸਾਰੇ ਚਿੰਤਾਜਨਕ ਆ। ਔਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਪੰਜਾਬ ਗੌਰਮੈਂਟ ਨੂੰ ਵੀ ਉਹਦੇ ਵੱਲ ਥੋੜ੍ਹਾ ਜਿਹਾ ਧਿਆਨ ਰੱਖਣਾ ਚਾਹੀਦਾ। ਆਫਟਰ ਆਲ ਪੈਸਾ ਤਾਂ ਚੱਲੂਗਾ, ਉਹਦੇ ਵਿੱਚ ਪੈਸੇ ਨਾਲ ਸਾਰਾ ਕੁਝ ਹੋਣਾ। ਪਰ ਦੂਸਰੀ ਗੱਲ ਆ ਜਿਹੜੀ ਸਲਾਹ ਤਾਂ ਹੁਣ ਦੇਣਗੇ ਜਿਹੜੇ ਰਿਟਾਇਰਡ ਪ੍ਰਿੰਸੀਪਲ ਨੇ ਜਾਂ ਜਿਹੜੇ ਵਾਈਸ ਚਾਂਸਲਰ ਨੇ ਜਾਂ ਡਾਇਰੈਕਟਰ ਨੇ। ਔਰ ਇਹ ਵਧੀਆ ਬੋਰਡ ਬਣਾਤਾ, ਆਪਾਂ ਬਹੁਤ ਵਾਰੀ ਡਿਸਕਸ ਕੀਤਾ ਵੀ ਸੀਗਾ ਕਿਸ ਤਰ੍ਹਾਂ ਦਾ ਕੋਈ ਸਲਾਹਕਾਰ ਐਡਵਾਈਜ਼ਰੀ ਬੋਰਡ ਹੋਣਾ ਚਾਹੀਦਾ। ਹੁਣ ਉਹ ਫਾਰਮ ਬਣ ਚੁੱਕੀ ਹੈ। ਔਰ ਇੱਕ ਚੀਜ਼ ਜੋ ਤੁਸੀਂ ਪੈਸੇ ਧੇਲੇ ਦੀ ਗੱਲ ਕੀਤੀ ਹੈ, ਸੋ ਪੈਸੇ ਧੇਲੇ ਦੀ ਗੱਲ ਦੇ ਨਾਲ ਜੁੜਿਆ ਹੋਇਆ ਕਿ 22 ਮਈ ਤੋਂ 26 ਮਈ ਤੱਕ ਸਵਿਟਜ਼ਰਲੈਂਡ ਦੇ ਵਿੱਚ ਜੋ ਵਰਲਡ ਇਕਨੋਮਿਕ ਫੋਰਮ ਹੈ ਉਹਦਾ ਹੋਣ ਜਾ ਰਿਹਾ ਹੈ, ਓਪਨ ਹੋ ਰਿਹਾ ਡਿਸਕਸ 3 ਦਿਨ ਦਾ ਉਹਦਾ। ਹਾਂਜੀ 3 ਦਿਨ ਵਾਸਤੇ ਡਿਸਕਸ਼ਨਸ ਨੇ, ਮਤਲਬ ਇੱਕ ਉਹਨਾਂ ਦੀ ਮੀਟਿੰਗ ਸਮਝ ਲਓ, ਮੀਟਿੰਗ ਹੋਣ ਜਾ ਰਹੀ ਹੈ। ਤਾਂ ਉਹਦੇ ਵਿੱਚ ਉਹਨਾਂ ਵੱਖੋ-ਵੱਖ ਦੇਸ਼ਾਂ ਦੀ ਇਕਨੋਮੀ ਨੂੰ ਡਿਸਕਸ ਕਰਨਾ ਹੈ, ਟੋਟਲ ਓਵਰਆਲ ਇਕਨੋਮੀ ਨੂੰ ਡਿਸਕਸ ਕਰਨਾ ਹੈ, ਯੂਕਰੇਨ ਔਰ ਰਸ਼ੀਆ ਦੀ ਵਾਰ ਦਾ ਕੀ ਇੰਪੈਕਟ ਹੋ ਰਿਹਾ ਹੈ ਉਹ ਡਿਸਕਸ ਕਰਨਾ ਹੈ। ਸੋ ਪਿੱਛੇ ਜਿਹੀ ਰਿਪੋਰਟ ਆਈ ਸੀ ਕਿ ਉਹੀ ਤਾਂ ਅਸੀਂ ਹਮੇਸ਼ਾ ਹੀ ਜਾਣਦੇ ਹਾਂ, ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ, ਇਹ ਤਾਂ ਚੱਲ ਹੀ ਰਿਹਾ ਦੌਰ। ਸੋ ਰਿਪੋਰਟ ਕੀ ਆਈ ਸੀ ਜਿਹੜੀ ਪਿੱਛੇ ਜੇ ਕਿ 2 ਤਰ੍ਹਾਂ ਦੀ ਜਾਇਦਾਦ, ਇੱਕ ਤਾਂ ਇੱਕ ਬੰਦਾ ਪਿਛੋਕੜ ਤੋਂ ਹੀ ਅਮੀਰ ਹੈ, ਉਹਨੇ ਬਹੁਤ ਕੁਝ ਆਪਣੇ ਐਨਸੈਸਟਰਸ ਤੋਂ ਲਿੱਤਾ ਹੈ, ਠੀਕ ਹੈ। ਇੱਕ ਤਾਂ ਉਹਦੇ ਕੋਲ ਬਹੁਤ ਪੈਸਾ ਹੈ, ਜਾਇਦਾਦ ਬਹੁਤ ਹੈ ਉਹਦੀ ਜੋ ਉਹਨੇ ਆਪਣੇ ਬਜ਼ੁਰਗਾਂ ਤੋਂ ਲਿੱਤੀ, ਤੇ ਨਾਲ ਉਹਦੀ ਆਪਣੀ ਕਮਾਈ ਵੀ ਜ਼ਿਆਦਾ ਹੈ, ਜੱਦੀ ਜਾਇਦਾਦ ਹੈ, ਨਾਲ ਉਹ ਆਪਣੀ ਕਮਾਈ ਵੀ ਕਰਦਾ ਪਿਆ, ਉਹ ਤਾਂ ਅਮੀਰ ਹੈ। ਹੁਣ ਦੂਜਾ ਬੰਦਾ ਉਹ ਹੈ ਜਿਹਨੂੰ ਜੱਦੀ ਜਾਇਦਾਦ ਨਹੀਂ ਮਿਲੀ, ਸਭ ਕੁਝ ਆਪਣੇ ਆਪ ਕਮਾਉਣਾ ਹੈ ਉਹਨੇ, ਉਹ ਉਸਦਾ ਅਮੀਰ ਉਹਨਾਂ ਨਹੀਂ ਹੈ। ਔਰ ਦੂਜੀ ਗੱਲ ਨਾਲ ਰਲਵੀਂ ਗੱਲ ਕਿ ਉਹਦੀਆਂ ਪੇਮੈਂਟਸ ਇੰਨੀਆਂ ਨਹੀਂ ਹੈਗੀਆਂ। ਹੁਣ ਇੱਕ ਬੰਦੇ ਦੀ ਤਨਖਾਹ 2 ਲੱਖ ਰੁਪਈਆ ਮਹੀਨਾ, ਇੱਕ ਬੰਦਾ 20,000 ਰੁਪਇਆ ਮਹੀਨਾ। ਹੁਣ ਉਹ ਪੇਮੈਂਟਸ ਦੇ ਵਿੱਚ ਹੀ ਇੰਨੀ ਜ਼ਿਆਦਾ ਡਿਫਰੈਂਸ ਹੈ, ਇੰਨੀ ਕਮੀ ਹੈ, ਤਾਂ ਉਹ ਤੁਸੀਂ ਗਰੀਬੀ ਤੇ ਅਮੀਰੀ ਨੂੰ ਇੱਕ ਬਰਾਬਰ ਕਿਵੇਂ ਕਰੋਗੇ? ਹੁਣ ਇਹਦੇ 'ਚ ਤੁਸੀਂ ਕਹੋਗੇ ਕਿ ਜਿਹੜਾ ਜ਼ਿਆਦਾ ਪੇਮੈਂਟ ਲੈ ਰਿਹਾ ਜੀ ਉਹਦੀ ਡਿਗਰੀਆਂ ਜ਼ਿਆਦਾ ਨੇ, ਉਹ ਜ਼ਿਆਦਾ ਪੜ੍ਹਾਈ ਕੀਤੀ ਹੋਈ ਹੈ, ਜ਼ਿਆਦਾ ਮਿਹਨਤ ਕੀਤੀ ਹੋਈ, ਕਿਉਂ ਨਾ ਲਵੇ? ਓਕੇ, ਬਿਲਕੁਲ ਠੀਕ ਹੈ। ਔਰ ਜਿਹਨੇ ਘੱਟ ਕੀਤੀ ਹੈ ਉਹਨੂੰ ਘੱਟ ਮਿਲੇਗੀ ਕਿਉਂਕਿ ਉਹਦੀ ਕਾਬਲੀਅਤ ਘੱਟ ਹੈ, ਜਿਹਦੀ ਵੱਧ ਕਾਬਲੀਅਤ ਉਹਨੂੰ ਵੱਧ ਮਿਲਣਾ ਚਾਹੀਦਾ। ਓਕੇ, ਬਿਲਕੁਲ ਠੀਕ ਆ। ਹੁਣ ਜਿਹਦੀ ਵੱਧ ਕਾਬਲੀਅਤ ਹੈ ਉਹ ਵੱਡਾ ਦਿਲ ਵੀ ਤਾਂ ਦਿਖਾਵੇ ਨਾ ਕਿ ਜਿਹੜਾ ਕੁਝ ਉਹ ਕਮਾਉਂਦਾ ਪਿਆ ਸਭ ਕੁਝ ਸੰਭ ਵੀ ਜਾਂਦਾ ਹੈ। ਤੇ ਜੇ ਉਹ ਸੁਸਾਇਟੀ ਬਾਰੇ ਸੋਚੇ ਕਿ ਲਿੱਤਾ ਕਿਹਦੇ ਤੋਂ ਹੈ, ਸੁਸਾਇਟੀ ਤੋਂ ਹੀ ਲਿੱਤਾ, ਤੇ ਸੁਸਾਇਟੀ ਨੂੰ ਵਾਪਸ ਵੀ ਕਰਨਾ ਚਾਹੀਦਾ। ਤੇ ਜੇ ਉਹ ਵੱਡਾ ਦਿਲ ਦਿਖਾਵੇ, ਵੱਡੀ ਸੋਚ ਦਿਖਾਵੇ, ਤੇ ਉਹਨਾਂ ਲੋਕਾਂ ਦੇ ਨਾਲ ਖੜਾ ਹੋ ਜਾਵੇ ਜਿਹੜੇ ਵਾਕਈ ਲੋੜਵੰਦ ਨੇ, ਜਿਨ੍ਹਾਂ ਨੂੰ ਜ਼ਰੂਰਤ ਹੈ, ਜਿਹੜੇ ਗਰੀਬ ਨੇ, ਉਹਨਾਂ ਦੀ ਮਦਦ ਵਾਸਤੇ ਜਿੱਥੇ ਤੱਕ ਜਾ ਸਕਦਾ ਉਹ ਜ਼ਰੂਰ ਕਰੇ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਆਪਣੀਆਂ ਭਾਵਨਾਵਾਂ ਤੋਂ ਆਉਣਗੀਆਂ। ਇਹਦੇ ਵਾਸਤੇ ਕੋਈ ਲਾਅ ਨਹੀਂ ਬਣ ਸਕਦਾ, ਕੋਈ ਰੂਲਸ ਨਹੀਂ ਬਣ ਸਕਦਾ। ਇਹ ਤਾਂ ਤੁਹਾਡੀ ਇਨਰ ਸੈਲਫ ਆ, ਤੁਹਾਡੀ ਅੰਤਰ-ਆਤਮਾ ਹੈ ਕਿ ਤੁਸੀਂ ਉਸ ਚੀਜ਼ ਨੂੰ ਸਮਝਦੇ ਹੋ, ਦੂਸਰੇ ਦੇ ਦੁੱਖ ਨੂੰ ਸਮਝਦੇ ਹੋ, ਉਹਦੇ ਨਾਲ ਖੜੇ ਹੁੰਦੇ ਹੋ ਕਿ ਨਹੀਂ ਹੁੰਦੇ ਹੋ। ਇਹ ਤੁਹਾਡੀ ਅੰਤਰ-ਆਤਮਾ ਹੈ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਤੇਰੇ ਕਰਮਾਂ ਦਾ ਫਲ ਹੈ ਜੀ, ਤੂੰ ਪਾਪ ਕੀਤੇ ਹੋਣਗੇ ਪਿਛਲੇ ਜਨਮ ਦੇ ਵਿੱਚ, ਜਿਵੇਂ ਸਾਨੂੰ ਅਕਸਰ ਕਹਿ ਦਿੱਤਾ ਜਾਂਦਾ ਹੈ, ਤੂੰ ਉਹ ਪਾਪਾਂ ਦੀ ਸਜ਼ਾ ਭੁਗਤਦਾ ਪਿਆ। ਇਹ ਗੱਲਾਂ ਵੱਖਰੀਆਂ ਨੇ, ਨਾ ਸਾਨੂੰ ਇਸ ਬਾਰੇ ਪਤਾ ਹੈ, ਨਾ ਅਸੀਂ ਇਸ ਦੀ ਅਸਲੀਅਤ ਜਾਣਦੇ ਹਾਂ। ਸਾਨੂੰ ਜੋ ਸਮਝਾਇਆ ਜਾਂਦਾ ਜਾਂ ਪੜ੍ਹਾਇਆ ਜਾਂਦਾ ਜਾਂ ਪੜ੍ਹਦੇ ਹਾਂ ਜਾਂ ਸੁਣਦੇ ਹਾਂ, ਅਸੀਂ ਉਹੀ ਗੱਲ ਕਰਦੇ ਹਾਂ। ਪਰ ਇਸ ਵਕਤ ਅਸੀਂ ਸਿਰਫ ਇਹ ਕਹਾਂਗੇ ਕਿ ਉਸ ਬੰਦੇ ਨੂੰ ਲੋੜ ਹੈ ਤਾਂ ਉਹਦੇ ਨਾਲ
ਖੜੇ ਹੋਈਏ, ਉਹਦੀ ਜ਼ਰੂਰਤ ਪੂਰੀ ਕਰੀਏ। ਜਿੰਨੇ ਵੀ ਅਸੀਂ ਕਾਬਿਲ ਹੈਗੇ ਆ, ਜਿੰਨੇ ਜੋਗੇ ਹੈਗੇ ਆ, ਉਨੀ ਉਹਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਇਹ ਵੱਡਾ ਦਿਲ, ਵੱਡੀ ਸੋਚ ਦਿਖਾਉਣੀ ਚਾਹੀਦੀ ਹੈ। ਅਮੀਰ ਲੋਕਾਂ ਨੂੰ, ਗਰੀਬ ਲੋਕਾਂ ਦੀ ਸਹਾਇਤਾ ਜ਼ਰੂਰ ਕਰਨੀ ਚਾਹੀਦੀ ਹੈ। ਪਰ ਪਤਾ ਕਿੱਥੋਂ ਤੱਕ ਇਹ ਮੰਤਵ ਅੱਜ ਦਾ ਨਹੀਂ ਗਾ, ਇਹ ਬੜਾ ਪੁਰਾਣਾ ਹੈਗਾ। ਜਦੋਂ ਦੇਖੋ ਦੁਨੀਆ ਦੀ ਸ਼ੁਰੂਆਤ ਤੋਂ ਹੀ ਨਾ ਇਜਾਰੇਦਾਰੀ, ਪੂੰਜੀਪਤੀ ਔਰ ਸਾਰਾ ਕੁਝ ਪਹਿਲੋਂ ਰਿਹਾ। ਉਹਦਾ ਕਰਕੇ ਫਿਰ ਕ੍ਰਾਂਤੀਆਂ ਵੀ ਆਈਆਂ। ਕਾਰਲ ਮਾਰਕਸ ਨੂੰ ਪੜ੍ਹ ਲਓ, ਜਿੱਥੋਂ ਵੀ ਹੈਗਾ। ਹਿੰਦੁਸਤਾਨ 'ਚ ਰਜਵਾੜਾਸ਼ਾਹੀ ਰਹੀ ਆ, ਬਾਦਸ਼ਾਹ ਰਹੇ ਵੀ ਆ, ਡੈਮੋਕ੍ਰੇਸੀ ਤਾਂ ਹੈ ਹੀ ਨਹੀਂ ਸੀਗੀ। ਅੰਗਰੇਜ਼ ਆਉਣ ਤੋਂ ਪਹਿਲਾਂ ਜਾਂ ਮੁਗਲ ਆਉਣ ਤੋਂ ਪਹਿਲਾਂ ਅਸੀਂ ਬਹੁਤ ਵੰਡੇ ਸੀ ਰਿਆਸਤਾਂ 'ਚ। ਹਿੰਦੁਸਤਾਨ ਪੂਰਾ ਰਿਆਸਤਾਂ ਨਾਲ ਵੰਡਿਆ ਹੋਇਆ ਸੀਗਾ। ਆਪਣੇ ਆਪਣੇ ਥਾਂ ਚੌਧਰੀ ਸੀਗੇ, ਆਪਣੇ ਆਪਣੇ ਥਾਂ ਰਾਜੇ ਮਹਾਰਾਜੇ ਸੀਗੇ, ਚੱਲਦਾ ਸੀ ਕੰਮ ਸਾਰਾ ਹੀ। ਪਰ ਇਹਦੇ ਨਾਲ ਜਦੋਂ ਇਹ ਰਿਹਾ ਪੂੰਜੀਪਤੀ ਜਾਂ ਪੂੰਜੀਵਾਦ ਖਤਮ ਕਰਨ ਦਾ ਆਇਆ, ਜੇ ਆਕਸਫੋਮ ਜਿਹੜੀ ਇੱਕ ਏਜੰਸੀ ਆ, ਉਹਨਾਂ ਨੇ ਇੱਕ ਦੱਸਿਆ ਕਿ ਜਿਹੜਾ ਬਣਾ ਰਿਹਾ ਇਸ ਵੇਲੇ ਪ੍ਰਜਾਪਤੀ ਜਾਂ ਜਿੰਨੇ ਆ ਰਹੇ ਅਰਬਪਤੀ ਜਿੰਨੇ ਆ ਰਹੇ ਆ, ਉਹਨਾਂ 'ਚ ਇਹ ਹੈਗਾ ਕਿ ਆਉਣ ਵਾਲੇ ਸਾਲਾਂ 'ਚ ਜਿਹੜੇ ਆ ਤੁਹਾਨੂੰ ਬਹੁਤ ਜ਼ਿਆਦਾ ਦਿਸਣਗੇ। ਔਰ ਇੰਡੀਆ 'ਚ ਤੱਕ ਹੀ ਬਹੁਤ ਹੋ ਗਿਆ। ਜਦੋਂ ਕਿ 2009 ਤੋਂ ਲੈ ਕੇ ਹੁਣ ਤੱਕ 119 ਤੱਕ ਪਹੁੰਚ ਗਿਆ ਸਾਰਾ ਕੁਝ। ਔਰ ਜਿਹਦੇ ਵਿੱਚ ਗਰੀਬੀ ਹੈ, ਗਰੀਬੀ ਉਹਨਾਂ ਨੇ ਕਹਿਤਾ 2030 ਤੱਕ ਤਾਂ ਇਹ 27 ਕਰੋੜ ਤੋਂ ਵੀ ਅੱਗੇ ਨਿਕਲ ਜੂਗੀ। ਇਹ ਗਰੀਬੀ ਇੱਥੋਂ ਤੱਕ ਪਹੁੰਚ ਜਾਣੀ ਹੈ। ਇਹ ਡਾਟੇ ਉਹਨਾਂ ਦੇ, ਔਰ ਖਾਸ ਕਰਕੇ ਜਿਹੜੀਆਂ ਡਿਵੈਲਪ ਕੰਟਰੀਆਂ ਉਹਨਾਂ 'ਚ ਹੀ ਹੈਗਾ। ਕਿਉਂਕਿ ਇਸ ਵੇਲੇ ਜਿਹੜਾ ਸਿੱਕੇ ਦਾ ਫਲਾਵਾ ਅਮਰੀਕਾ 'ਚ ਵੀ ਇਹ ਹਾਲ ਹੋ ਗਿਆ। ਜੋ ਬਾਈਡਨ ਨੇ ਕਹਿ ਦਿੱਤਾ ਕਿ ਇਸ ਵੇਲੇ ਜਿਹੜਾ ਇਹ ਲੋਕ ਆਰਥਿਕ ਪਾੜੇ ਨਾਲ ਗੁਜ਼ਰ ਰਹੇ ਆ, ਪਰ ਇਹਨਾਂ ਨੂੰ ਥੋੜ੍ਹਾ ਜਿਹਾ ਆਂਦਾ ਸਹਾਰਨਾ ਚਾਹੀਦਾ ਸਾਰਾ ਕੁਝ। ਤਦ ਅਸੀਂ ਫਿਰ ਵੀ ਪਰ ਆਂਦਾ ਸਾਡਾ ਨੀਤੀ ਜਿਹੜੀ ਹੈਗੀ ਬਾਹਰਲੀ ਕੰਟਰੀਆਂ ਨਾਲ ਫਿਰ ਵੀ ਅਸੀਂ ਬਿਹਤਰ ਹਾਂ, ਬਹੁਤ ਸੁਪਰ ਕੰਟਰੀ ਉਹਨਾਂ ਦਾ ਰਹਿਣਾ ਹੈਗਾ। ਹੁਣ ਜਿੱਥੇ ਅਮਰੀਕਾ ਦੀਆਂ ਜੜ੍ਹਾਂ ਹਿੱਲ ਰਹੀਆਂ ਤੇ ਇੰਡੀਆ ਵਰਗੇ ਕੰਟਰੀ ਦਾ ਕੀ ਹੋਊਗਾ? ਜਦੋਂ ਕਿ ਸਾਡੇ ਪ੍ਰਧਾਨ ਮੰਤਰੀ ਜੀ ਉੱਥੇ ਜਾ ਕੇ ਕਹਿੰਦੇ ਗਰੋਥ ਬੜੀ ਹੋ ਰਹੀ ਹੈ ਜੀ, ਗਰੋਥ ਇਸ ਵੇਲੇ ਜਿਹੜੀ ਹੈ ਬੜਾ ਦੂਰ ਤੱਕ ਚਲੇ ਗਈ ਆ, ਜਦੋਂ ਕਿ ਸਿਲੰਡਰ ਹੀ 11,000 ਦੇ ਤੋਂ ਉੱਪਰ ਚਲੇ ਗਿਆ ਸੀਗਾ। ਔਰ ਗਰੀਬ ਆਦਮੀ ਇੱਕ ਸਿਲੰਡਰ ਜਿਹੜਾ ਬਾਲਦਾ, ਉਹਦੇ 4 ਬੱਚੇ ਹੈਗਾ, ਕਿੰਨੀ ਦੇਰ ਚਲਾਊਗਾ? ਜਿਹਨੇ ਤੇਲ ਪਾ ਕੇ ਗੱਡੀ ਬਾਹਰ ਲੈ ਕੇ ਜਾਣੀ, ਉਹ ਕੀ ਕਰੂਗਾ? ਹੈ ਨਾ। ਇਹ ਚੀਜ਼ਾਂ ਜਿਹੜੀਆਂ ਰੋਜ਼ ਦੀ ਜ਼ਿੰਦਗੀ 'ਚ ਜਿਹੜਾ 90% ਜਿਹੜਾ ਪੈਸਾ ਸਾਡਾ ਤੇਲ ਦੇ ਇੰਧਨ ਦੇ ਵਿੱਚ ਚਲਾਉਣ ਦੇ ਵਿੱਚ ਹੀ ਆ ਜਾਂਦਾ, ਜਿਸ 'ਚ ਮੋਟਰਸਾਈਕਲ ਵੀ ਆ, ਕਾਰਾਂ ਵੀ ਆ। ਲੋਕਾਂ ਨੂੰ ਜ਼ਰੂਰਤ ਹੈ। ਹੁਣ ਤੁਰਨਾ ਤਾਂ ਲੋਕ ਭੁੱਲ ਗਏ, ਸਾਈਕਲ ਚਲਾਉਣਾ ਭੁੱਲ ਗਏ ਹੈਗਾ, ਤੇਲ ਹੀ ਚੱਲਣਾ ਸਾਰਾ ਕੁਝ। ਔਰ ਪੈਸਾ ਕਿੱਥੋਂ ਆਉਣਾ? ਤੁਹਾਡੀ ਜੇਬ 'ਚ ਆਉਣਾ। ਔਰ ਇਸੇ ਕਰਕੇ ਤੁਸੀਂ ਰੋਜ਼ਮਰਾ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ, ਬਾਕੀ ਰਹਿ ਗਿਆ ਮੋਬਾਈਲ, ਫਿਰ ਕੱਪੜੇ ਸੂਟਡ ਬੂਟਡ ਹੋਣਾ, ਸਾਰਾ ਕੁਝ ਹੈਗਾ। ਸੋਹਣੀਆਂ ਪਗੜੀਆਂ ਬੰਨ੍ਹਣੀਆਂ, ਸੋਹਣੀਆਂ ਪੈਂਟਾਂ ਪਾਉਣੀਆਂ, ਬੂਟ ਸੋਹਣੇ ਪਾਉਣੇ ਹੋਣਾ, ਸਾਰਾ ਕੁਝ ਕਰਕੇ ਫਿਰ ਅਸੀਂ ਕੀ ਹੋਣਾ? ਫਿਰ ਕਰਜ਼ੇ ਵਾਲਾ ਹੋਣਾ। ਜਿਨਸਾਂ ਸਾਡੀਆਂ ਦੇ ਭਾਅ ਉਹਨੇ ਹੋਣੇ ਨੇ, 6 ਮਹੀਨਿਆਂ ਬਾਅਦ ਤਾਂ ਜਿਨਸ ਆਉਣੀ ਆ। ਹੁਣ ਦੇਖੋ ਅਰਬਪਤੀ ਤਾਂ ਹੋਰ ਹੋਊਗਾ, ਕਿਉਂਕਿ ਉਹਦਾ ਪੈਸਾ ਤਾਂ ਅੱਗੇ ਦਾ ਅੱਗੇ ਚੱਲਦਾ, ਉਹਨੂੰ ਵਿਆਜ ਮਿਲ ਰਿਹਾ ਹੈ ਨਾ। ਉਹਦਾ ਸਾਰਾ ਪੈਸਾ ਜਦੋਂ ਲੋਕਾਂ ਨੂੰ 'ਚ ਵੰਡਿਆ ਹੈਗਾ, ਉਹਦਾ ਆਪਣੇ ਆਪ ਆਉਂਦਾ। ਉਹਨੇ ਰੱਖੇ ਆ, ਸੀਏ ਰੱਖੇ ਆ, ਉਹ ਪੈਸਾ ਜੋੜਦੇ ਆ, ਕਰਦੇ ਆ, ਸਾਰਾ ਕੁਛ ਆ ਰਿਹਾ। ਉੱਥੇ ਤਕਸੀਮ, ਜ਼ਰਬ, ਗੁਣਾ, ਘਟਾਓ ਸਾਰਾ ਕੁਛ ਹੁੰਦਾ। ਤਾਂ ਜਿਹੜਾ ਗਰੀਬ ਆਦਮੀ ਆ ਉਹ ਵੇਖ ਰਿਹਾ ਜਾ ਰਿਹਾ, ਉਹਦਾ ਕਿੰਨੇ ਪੈਸੇ ਚਲੇ ਗਏ। ਕੱਲ੍ਹ ਤਾਂ ਇੰਨੇ ਕਢਾਏ, ਕੱਲ੍ਹ ਮੈਂ ਆਂਦਾ ਯਾਰ 9,000 ਕਢਾਇਆ ਹੈਗਾ, ਤਾਂ ਅੱਜ ਕਿੰਨਾ ਰਹਿ ਗਿਆ? 2,000। ਕਿੱਧਰ ਚਲੇ ਗਿਆ? ਤਾਂ ਹੀ ਆਂਦੇ ਨੇ ਕਿ ਯਾਰ ਤੂੰ ਅੱਜ ਤਰੀਕ ਹੈ ਨਾ, ਤੂੰ ਆਂਦਾ 26 ਤਰੀਕ ਵਰਗਾ ਮੂੰਹ ਬਣਾਇਆ, ਉਸ ਕਰਕੇ ਕਿ ਪੈਸੇ ਮੁੱਕ ਜਾਂਦੇ ਆ। ਤੁਸੀਂ ਸੀਏ ਦੀ ਗੱਲ ਕੀਤੀ, ਜੋ ਸੀਏ ਹੁੰਦੇ ਨੇ ਚਾਰਟਰਡ ਅਕਾਊਂਟੈਂਟ, ਸਾਰਾ ਅਕਾਊਂਟਸ ਦੇਖਦੇ ਨੇ। ਤਾਂ ਉਹਨੂੰ ਕਿਸੇ ਨੇ ਪੁੱਛਿਆ, ਕਹਿੰਦਾ 2 ਤੇ 2 ਕਿੰਨੇ ਹੁੰਦੇ ਨੇ? 2 'ਚ ਜੋ ਜੋੜ ਦਈਏ ਕਿੰਨਾ ਹੁੰਦਾ ਹੈ? ਕਹਿੰਦਾ ਜਿੰਨੇ ਹੁੰਦੇ ਨੇ ਉਹ ਛੱਡੋ, ਤੁਸੀਂ ਕਿੰਨੇ ਬਣਵਾਣੇ ਨੇ ਆਹ ਦੱਸੋ, ਮੈਂ ਉਹਨਾਂ ਅਕਾਊਂਟ ਬਣਾ ਦਾਂਗਾ। ਕਿੰਨੇ ਅਕਾਊਂਟ? ਹਾਂ, ਕਿਉਂ ਨਹੀਂ ਬੋਲਦਾ ਨਾ, ਹਿਸਾਬ ਕਿਤਾਬ ਬੋਲਦਾ ਨਾ ਉਹਦੇ 'ਚ। ਕਿਉਂਕਿ ਜਿਹੜਾ ਅਕਾਊਂਟ ਕਰਦਾ ਨਾ, ਉਹਨੂੰ ਅਕਾਊਂਟ ਦਾ ਹੀ ਚੇਤਾ ਆਊਗਾ। ਉਹਨੇ ਤਾਂ ਉਹੀ ਗੱਲ ਕਰਨਾ ਵੀ ਪੈਸੇ ਦੀ ਗੱਲ ਹੋ ਰਹੀ ਹੈ, ਅਤੇ ਪੈਸੇ ਦਾ ਹੀ ਵਕਫਾ ਹੋ ਰਿਹਾ। ਔਰ ਇਸੇ ਕਰਕੇ ਸੀਏ ਤਾਂ ਲੋਕਾਂ ਨੂੰ ਰੱਖਣੇ ਪੈਂਦੇ ਆ ਜਿਹਨਾਂ ਕੋਲ ਪੈਸਾ ਹੈਗਾ। ਅਤੇ ਜਿਹੜਾ ਵਿਚਾਰਾ ਦਿਹਾੜੀਦਾਰ, ਉਹਨਾਂ ਦਾ ਸੀਏ ਕੋਲ ਹੋਣਾ, ਉਹਦਾ ਤਾਂ ਜੇਬ ਹੀ ਹੈਗਾ। ਜਿਹੜਾ ਆ ਗਿਆ 500 ਰੁਪਈਆ ਰਾਤ ਨੂੰ ਆਉਂਦਿਆਂ ਹੈ ਹੀ ਨਹੀਂ ਗਾ। ਉਹਨੇ ਆਉਂਦਿਆਂ ਬੱਚਿਆਂ ਲਈ ਕੇਲੇ ਵੀ ਲੈਣੇ ਆ। ਸੇਬ ਵੀ ਇਸ ਵੇਲੇ 200 ਰੁਪਏ ਤੋਂ ਉੱਪਰ ਹੋਇਆ। ਔਰ ਗਰੀਬ ਆਦਮੀ ਮੇਰਾ ਖਿਆਲ ਸੇਬ ਨਹੀਂ ਖਾ ਸਕਦਾ। 200 ਰੁਪਏ ਜਿਹੜਾ ਬੰਦਾ 500 ਰੁਪਈਆ ਦਿਹਾੜੀ ਲੈ ਰਿਹਾ, ਉਹ ਕਿਸ ਤਰ੍ਹਾਂ ਜਾ ਕੇ ਚੌਕ ਤੋਂ ਲਊਗਾ ਤੇ ਲੈ ਕੇ ਬੱਚਿਆਂ ਲਈ ਸੇਬ? ਬਹੁਤ ਮੁਸ਼ਕਿਲ ਹੈ ਜੀ ਆਮ ਆਦਮੀ ਵਾਸਤੇ। ਦੁੱਧ ਦਾ ਵੀ ਐਤਕੀ ਹੁਣ ਡੇਅਰੀ ਫਾਰਮਰ ਜਿਹੜੇ ਉਹਨਾਂ ਨੇ ਇੱਥੇ ਕੀਤੀ ਆ, ਐਜੀਟੇਸ਼ਨ ਕੀਤੀ ਆ, ਮੋਹਾਲੀ ਤੇ ਚੰਡੀਗੜ੍ਹ ਦੇ ਆਲੇ ਦੁਆਲੇ ਪੰਜਾਬ ਗੌਰਮੈਂਟ ਨੂੰ ਮਜਬੂਰ ਕੀਤਾ ਕਿ ਰੇਟ ਵਧਾਓ ਜਿਹੜੇ ਦੁੱਧ ਦੇ ਹੈਗੇ। ਪਰ ਹੁਣ ਉਹਨਾਂ ਦੀ ਗੱਲ ਵੀ ਠੀਕ ਹੈ, ਜਦੋਂ ਪੈਟਰੋਲ ਅੱਗੇ ਨੂੰ ਤੁਰਿਆ ਜਾਂਦਾ, ਤੇਲ ਕਿਤੇ ਦਾ ਕਿਤੇ ਪਹੁੰਚ ਗਿਆ, ਦੁੱਧ ਤਾਂ ਵੀ ਪੈਸਾ ਖਰਚ ਰਹੇ ਆ, ਬਿਲਕੁਲ ਪਾ ਰਹੇ ਆ, ਪੱਠੇ ਪਾ ਰਹੇ ਆ। ਹੁਣ ਆਹ ਦੇਖੋ ਨਾ, ਹੁਣ ਜਿਹੜੀ ਸਵਿਟਜ਼ਰਲੈਂਡ ਦੇ ਵਿੱਚ ਹੋਣ ਜਾ ਰਹੀ ਹੈ, ਅੱਗੇ ਵੀ ਹੋਈਆਂ ਨੇ, ਇਹ ਵੀ ਹੋਣ ਜਾ ਰਿਹਾ। ਹੋਣਾ ਕੀ ਇਹਦੇ 'ਚ? ਨਾ ਗੱਲਾਂ ਬਾਤਾਂ, ਲੈਕਚਰ, ਇਮੋਸ਼ਨਲ ਲੈਕਚਰ, ਵੱਡੀਆਂ ਵੱਡੀਆਂ ਗੱਲਾਂ, ਔਰ ਇਹ ਦਿਖਾਉਣ ਦੀ ਕੋਸ਼ਿਸ਼ ਕਿ ਅਸੀਂ ਵਾਕਈ ਦਿਲੋਂ ਚਾਹੁੰਦੇ ਹਾਂ ਕਿ ਗਰੀਬੀ ਦੂਰ ਹੋਵੇ, ਅਸੀਂ ਦਿਲੋਂ ਚਾਹੁੰਦੇ ਹਾਂ ਕਿ ਇਕਨੋਮਿਕ ਡਿਸਪੈਰਿਟੀ ਖਤਮ ਹੋਵੇ, ਅਸੀਂ ਦਿਲੋਂ ਚਾਹੁੰਦੇ ਹਾਂ ਕਿ ਹਰ ਦੇਸ਼ ਤਰੱਕੀ ਕਰੇ, ਅਸੀਂ ਦਿਲੋਂ ਚਾਹੁੰਦੇ ਹਾਂ ਕਿ ਸਭ ਦੇ ਕੋਲ ਸਾਰੇ ਸਾਧਨ ਸੁੱਖ ਸੁਵਿਧਾਵਾਂ ਹੋਣ। ਇਹ ਗੱਲਾਂ ਨੇ, ਇਹ ਹਮੇਸ਼ਾ ਹੁੰਦੀਆਂ ਆਈਆਂ ਨੇ, ਜਦ ਕਿ ਜਿਹੜੀਆਂ ਗੱਲਾਂ ਕਰਨ ਵਾਲੇ ਲੋਕ ਨੇ ਇਹੀ ਅੜਿੱਕਾ ਨੇ, ਇਹੀ ਅੜਿੱਕਾ ਪਾ ਕੇ ਰੱਖਦੇ ਨੇ। ਜਦੋਂ ਆਪਾਂ ਗੱਲ ਸਿਸਟਮ ਦੀ ਕਰਦੇ ਹਾਂ ਨਾ, ਜਿੰਨੀ ਤਰ੍ਹਾਂ ਇਹ ਸਿਸਟਮ ਬਰਕਰਾਰ ਹੈ,
ਜਿਸ ਤਰ੍ਹਾਂ ਇਹ ਸਾਡੀਆਂ ਇਕਨੋਮਿਕ ਯੋਜਨਾਵਾਂ ਬਰਕਰਾਰ ਰਹਿਣਗੀਆਂ, ਬ੍ਰਾਂਚਿਸ ਉੱਦਾਂ ਬਣੀਆਂ ਰਹਿਣਗੀਆਂ, ਉੱਦਾਂ ਦੀਆਂ ਬੈਂਕਾਂ ਰਹਿਣਗੀਆਂ, ਉਹੀ ਸਿਸਟਮ ਰਹੂਗਾ ਤੇ ਗਰੀਬ ਗਰੀਬ ਹੋਊਗਾ, ਅਮੀਰ ਹੋਰ ਅਮੀਰ ਹੋਊ। ਦੇਖੋ ਅੱਜ ਤੱਕ ਇਸ ਸਿਸਟਮ 'ਚ ਇਹ ਜਿਹੜੀ ਪਾਲਿਸੀ ਆ ਕਿਸੇ ਵੀ ਮੁਲਕ ਦੇ ਵਿੱਚ ਪਾਲਿਸੀ ਬਣਦੀ ਹੈ, ਸਿਰਫ ਭਾਰਤ ਦੀ ਨਹੀਂ ਗੱਲ ਕਰ ਰਹੇ, ਸਾਰੇ ਮੁਲਕਾਂ ਨੂੰ ਲੈ ਲਓ। ਜਿਸ ਮੁਲਕ ਦੇ ਵਿੱਚ ਪਾਲਿਸੀ ਬਣਦੀ ਆ ਉਹ ਜਿਹੜੀਆਂ ਪਾਰਟੀਆਂ ਸੱਤਾ 'ਚ ਬੈਠੀਆਂ ਨੇ ਉਹ ਇਸ ਗੱਲ ਨੂੰ ਦੇਖ ਕੇ ਬਣਾਉਂਦੀਆਂ ਨੇ ਕਿ ਕਿੱਦਾਂ ਉਹ ਅਗਲੀਆਂ ਇਲੈਕਸ਼ਨਸ ਪਲਾਨ ਕਰਨਗੀਆਂ, ਕਿੱਦਾਂ ਉਹ ਤਾਕਤ ਵਿੱਚ ਬਣੀਆਂ ਰਹਿਣਗੀਆਂ, ਕਿੱਦਾਂ ਉਹ ਪੋਲਿਟਿਕਸ ਦੇ ਵਿੱਚ ਆਪਣਾ ਕੈਰੀਅਰ ਸਲਾਮਤ ਰੱਖਣਗੀਆਂ, ਕਿੱਦਾਂ ਉਹ ਪਾਵਰ ਹਾਸਿਲ ਕਰਕੇ ਕੁਰਸੀ ਤੇ ਵੱਡੀ ਸੱਤਾ ਹਾਸਿਲ ਕਰ ਸਕਣਗੀਆਂ। ਤੇ ਜਿਹੜੇ ਬਿਜ਼ਨਸਮੈਨ, ਕਾਰਪੋਰੇਟ ਹਾਊਸਿਸ, ਬਿਜ਼ਨਸ ਹਾਊਸਿਸ ਉਹਨਾਂ ਦੀਆਂ ਇਲੈਕਸ਼ਨਸ ਨੂੰ ਸਪਾਂਸਰਸ ਕਰਦੇ ਨੇ, ਉਹਨਾਂ ਨੂੰ ਫਾਇਦਾ ਕਿਵੇਂ ਦਿੱਤਾ ਜਾਵੇ ਤਾਂ ਕਿ ਉਹ ਸਾਨੂੰ ਹੋਰ ਪੈਸਾ ਦੇਣ ਪਾਰਟੀ ਫੰਡ ਦੇ ਵਿੱਚ, ਅਸੀਂ ਖਰਚ ਕਰੀਏ ਔਰ ਇਲੈਕਸ਼ਨ ਜਿੱਤਦੇ ਰਹੀਏ। ਫਿਰ ਉਹ ਨਾਲ ਇਹ ਦੇਖਣਗੀਆਂ ਕਿਹੜੇ ਉਹ ਆਫੀਸਰਸ ਨੇ ਜਿਹੜੇ ਸਾਡੇ ਹੱਕ 'ਚ ਕੰਮ ਕਰਦੇ ਨੇ, ਸਾਡੇ ਵਾਸਤੇ ਕੰਮ ਕਰਦੇ ਨੇ, ਉਹ ਲੋਕ ਜਿਹੜੇ ਸਾਨੂੰ ਸੱਤਾ 'ਚ ਕਾਇਮ ਰੱਖਣ ਵਾਸਤੇ ਸਾਡਾ ਫਾਇਦਾ ਕਰਦੇ ਨੇ, ਉਹਨਾਂ ਸਾਰਿਆਂ ਨੂੰ ਫਾਇਦਾ ਕਿਵੇਂ ਦੇਣਾ ਤਾਂ ਕਿ ਇਹ ਟੀਮ ਬਣੀ ਰਵੇ, ਇਹ ਟੀਮ ਮੁੜ ਕੇ ਆਉਂਦੀ ਰਵੇ, ਮੁੜ ਕੇ ਦੇਸ਼ ਦੇ ਉੱਤੇ ਕਾਬਜ਼ ਹੁੰਦੇ ਰਹੀਏ ਤੇ ਅਸੀਂ ਰਾਜ ਕਰਦੇ ਰਹੀਏ। ਤੇ ਉਹਦੇ ਵਿੱਚ ਆਮ ਆਦਮੀ ਦੇ ਕਿਤੇ ਆਇਆ ਹੀ ਨਹੀਂ, ਆਮ ਲੋਕ ਤੇ ਕਿਤੇ ਆਏ ਨਹੀਂ ਹੈਗੇ, ਕਾਮਨ ਪੀਪਲ ਕਿੱਥੇ ਹੈਗੇ ਨੇ? ਉਹ ਤਾਂ ਪੁੱਛਿਆ ਇਹਨਾਂ ਨੂੰ ਜਾਊਗਾ ਜਿਹੜੇ ਅਰਬਪਤੀ ਆ ਜਾਂ ਜਿਹੜੇ ਉਹ ਲੋਕ ਨੇ ਜਿਹੜੇ ਉਹਨਾਂ 'ਚ ਕਾਰਪੋਰੇਟ ਨੇ। ਜਦੋਂ ਦੇਖੋ ਯੋਜਨਾਵਾਂ ਬਣਦੀਆਂ, ਜਦੋਂ ਵਿੱਤੀ ਯੋਜਨਾਵਾਂ ਬਣਦੀਆਂ, ਉਹ 'ਚ ਫਾਈਨਾਂਸ ਮਿਨਿਸਟਰ ਵੀ ਹੁੰਦੇ ਆ, ਉਹ 'ਚ ਪੂਰਾ ਬੋਰਡ ਹੁੰਦਾ, ਸਾਰਾ ਬਣਾਇਆ ਜਾਂਦਾ, ਰੋਡ ਮੈਪ ਬਣਦਾ, ਸਾਰਾ ਕੁਝ 'ਚ ਪਲਾਨਿੰਗ ਬਣਦੀਆਂ। ਔਰ ਉਦੋਂ ਬਾਅਦ ਦੇਖੋ ਜੇ ਬਜਟ ਹੈਗਾ, ਜੇ ਬਜਟ ਆ ਰਿਹਾ ਤਾਂ ਬਜਟ ਦਾ ਵੀ ਬੈਨੀਫਿਟ ਉਹਨਾਂ ਲੋਕਾਂ ਨੂੰ ਜਾਊਗਾ ਜਿਹੜੇ ਬੰਦੇ ਕਾਰਪੋਰੇਟ ਆ, ਜਿਹੜੇ ਸਰਕਾਰ ਨੂੰ ਸਹਾਰਾ ਦੇ ਕੇ ਚਲਾ ਰਹੇ ਆ। ਬਿਲਕੁਲ ਸਹੀ ਗੱਲ ਹੈ। ਉਹ ਸਿਰਫ ਹਿੰਦੁਸਤਾਨ ਨਹੀਂ, ਸਭ ਜਗ੍ਹਾ, ਅਮਰੀਕਾ ਵੀ ਉਹਦੇ 'ਚ ਹੈਗਾ, ਉਹ 'ਚ ਯੂਕੇ ਵੀ ਹੈਗਾ, ਉਹਦੇ 'ਚ ਇਹ ਲੋਕ ਬੈਠੇ ਨੇ। ਹੁਣ ਇੰਗਲੈਂਡ ਦਾ ਸੋਨਾ ਸਾਰੇ ਪਾਸੇ ਕਿਉਂ ਜ਼ਿਆਦਾ ਮਹਿੰਗਾ ਵਿਕਦਾ ਔਰ ਕਿਉਂ ਉਹਨਾਂ ਕੋਲ ਜ਼ਿਆਦਾ? ਕਿਉਂਕਿ ਇੱਕ ਤਾਂ ਉਹਨਾਂ ਨੇ ਜਦੋਂ ਵੀ ਲੋਕਾਂ 'ਤੇ ਰਾਜ ਕੀਤਾ, ਉਹ ਉਹਨਾਂ ਦਾ ਇਹਨਾਂ ਦਾ ਸੂਰਜ ਨਹੀਂ ਛਿਪਦਾ ਕਿਤੇ ਵੀ, ਕਿਸੇ ਦੇਸ਼ 'ਚ ਵੀ ਉਦੋਂ ਸੋਨਾ ਇਕੱਠਾ ਕਰਕੇ ਲਿਆ। ਆਸਟ੍ਰੇਲੀਆ ਵਰਗੇ ਕੰਟਰੀ ਜਿਹੜੇ ਸਭ ਤੋਂ ਦੁਨੀਆ 'ਚ ਡਾਲਰ ਸਭ ਤੋਂ ਮਹਿੰਗਾ ਹੈਗਾ, ਔਰ ਉਹ ਦੇਖੋ ਨਿਊਜ਼ੀਲੈਂਡ ਉਹਨਾਂ ਕੋਲ ਰਿਹਾ ਹੈਗਾ, ਹਿੰਦੁਸਤਾਨ ਤਾਂ ਰਿਹਾ ਹੈਗਾ, ਜਿਹਦੇ ਵਿੱਚ ਪੰਜਾਬ ਬਾਅਦ 'ਚ ਆਇਆ, 200 ਸਾਲ ਆਪਾਂ ਵੀ ਇਹਨਾਂ ਦੇ ਰਹੇ ਅੰਦਰ। ਔਰ ਇਹ ਦੇਖੋ ਨਿੱਕਾ ਜਿਹਾ ਦੇਸ਼ ਕਿੱਥੋਂ ਤੱਕ ਲੈ ਗਿਆ। ਅਜੇ ਵੀ ਪਾਉਂਡ ਇਹਨਾਂ ਦਾ ਪੂਰੀ ਦੁਨੀਆ 'ਚ ਮਹਿੰਗਾ ਹੋਊਗਾ, ਜਦੋਂ ਵੀ ਪਾਉਂਡ ਜਦੋਂ ਵੇਖੂਗਾ ਤੇ ਡਾਲਰ ਜਿਹੜਾ ਡਾਲਰ ਮਹਿੰਗਾ ਹੈਗਾ, ਅਮਰੀਕਾ ਦਾ ਡਾਲਰ ਕਿਤੇ ਤੁਸੀਂ ਜਾ ਕੇ ਚਲਾ ਲਓ, ਕੋਈ ਰੋਕੂਗਾ ਨਹੀਂ ਤੁਹਾਨੂੰ ਜਿੱਥੇ ਵੀ ਚਲਾਓਗੇ। ਤੇ ਹਿੰਦੁਸਤਾਨ ਦਾ ਰੁਪਈਆ ਜਿਹੜਾ ਹੈਗਾ ਅੰਬਾਲੇ ਤੋਂ ਅੱਗੇ ਬੰਦ ਆ, ਇੱਥੇ ਤੱਕ ਦਿੱਲੀ ਤੋਂ ਦੇਖੋ ਉਹਨਾਂ ਨੇ। ਇਹ ਨਾ ਬਲਕਾਰ ਜੀ ਇੱਕ ਬਹੁਤ ਵੱਡਾ ਕਲੱਬ ਹੈ, ਬਿਲਕੁਲ ਬਹੁਤ ਅਮੀਰ ਲੋਕਾਂ ਦਾ, ਬੜੇ ਰੱਜੇ ਪੁੱਜੇ ਲੋਕਾਂ ਦਾ, ਅਮੀਰ ਲੋਕਾਂ ਦਾ ਇੱਕ ਬਹੁਤ ਵੱਡਾ ਕਲੱਬ ਹੈ। ਤੇ ਉਸ ਕਲੱਬ ਦੇ ਵਿੱਚ ਤੁਹਾਡੀ ਤੇ ਮੇਰੀ ਐਂਟਰੀ ਨਹੀਂ ਹੋ ਸਕਦੀ। ਠੀਕ ਆ, ਸਾਡੀ ਦੋਵਾਂ ਦੀ ਐਂਟਰੀ ਬੈਨ ਹੈ ਤੇ ਸਾਡੇ ਵਰਗੇ ਹੋਰ ਲੋਕ ਵੀ ਨੇ ਜਿਨ੍ਹਾਂ ਦੀ ਐਂਟਰੀ ਬੈਨ ਹੈ। ਇਹ ਸਿਰਫ ਉੱਪਰ ਦੇ 1% ਲੋਕ ਨੇ ਜਿਹੜੇ ਇਹਦੇ 'ਚ ਐਂਟਰੀ ਕਰਦੇ ਨੇ, ਬਾਕੀ 99% ਬੈਨ ਨੇ। ਕਿਉਂ? ਜਿਹੜੇ 1% ਲੋਕ ਨੇ ਇਹਨਾਂ ਨੇ ਸਾਰੀਆਂ ਪਾਲਿਸੀਆਂ ਬਣਾਉਣੀਆਂ ਨੇ, ਇਹ ਸਭ ਕੁਝ ਇਹ ਕੰਟਰੋਲ 'ਚ ਰੱਖਣਾ ਹੈ, ਸਭ ਕੁਝ ਆਪਣੇ ਕਬਜ਼ੇ 'ਚ ਰੱਖਣਾ ਹੈ। ਸਾਡੀ ਕਿਸਮਤ ਉਹਨਾਂ ਦੇ ਹੱਥ ਵਿੱਚ ਹੈ, ਉਹਨਾਂ ਦੇ ਕੰਟਰੋਲ ਵਿੱਚ ਹੈ। ਜਿੱਧਰ ਨੂੰ ਉਹ ਤੁਣਕਾ ਮਾਰਦੇ ਨੇ ਸਾਡੀ ਕਿਸਮਤ ਉਧਰ ਨੂੰ ਜਾਂਦੀ ਹੈ ਉਹਨਾਂ ਦੇ। ਸੋ ਅਸੀਂ ਲੋਕ ਕੋਈ ਪਿਛਲੇ ਕੁਝ ਨਹੀਂ ਕਰ ਸਕਦੇ, ਪਿਛਲੇ ਜਨਮ ਦਾ ਲੇਖਾ ਜੋਖਾ ਨਹੀਂ ਗਾ, ਇਸੇ ਜਨਮ 'ਚ ਭੁਗਤਦਾ ਬੰਦਾ ਜੋ ਵੀ ਹੈਗਾ ਕੰਟਰੋਲ। ਤੁਸੀਂ ਹੁਣ ਕਿਹਾ ਨਾ ਸੀਏ ਨੂੰ ਪੁੱਛਿਆ ਕਿਸੇ ਨੇ ਕਿ 2 ਤੇ 2 ਕਿੰਨੇ ਹੁੰਦੇ ਆ, ਤਾਂ 2 ਦਾ ਜਿਹੜੇ ਹੈਗਾ ਤੁਸੀਂ ਲਿਆਓ ਕਿੰਨੇ ਕਰਨੇ ਆ, ਔਰ ਉਹਨੂੰ ਹਿਸਾਬ ਦੀ ਗੱਲ ਕਰਦੇ। ਕਿਸੇ ਨੇ ਇਹ ਵੀ ਗੱਲ ਕਹੀ ਕਿ ਭੁੱਖੇ ਨੇ ਭੁੱਖੇ ਦੇ ਅੱਗੇ ਬੁਝਾਰਤ ਪਾਈ, ਤੋ ਆਂਦਾ ਇਹਦਾ ਕੀ ਆ? ਆਂਦਾ ਰੋਟੀ। ਉਸ ਭੁੱਖੇ ਨੇ ਭੁੱਖੇ ਦੇ ਅੱਗੇ ਬਾਤ ਪਈ ਤੇ ਰੋਟੀ ਕਹੂਗਾ 2 ਤੇ 2 ਰੋਟੀ ਦੀ, 2 ਤੇ 2 ਕਿੰਨੇ ਹੋਏ? 4 ਰੋਟੀਆਂ। ਤਾਂ ਹੁਣ ਉਹ ਗੱਲ ਕੀ ਕਰ ਰਿਹਾ, ਉਹਨੂੰ ਨਜ਼ਰ ਆ ਰਿਹਾ ਰੋਟੀ, ਕਿਉਂਕਿ ਉਹ ਭੁੱਖਾ ਹੈ, ਕਿਉਂਕਿ ਸਾਰੀ ਦਿਹਾੜੀ ਦਾ ਉਹਨੂੰ ਹੈਗਾ। ਕਿ ਇੱਕ ਬੰਦਾ ਦੱਸ ਰਿਹਾ ਸੀ, ਕਹਿੰਦਾ ਇੱਕ ਬੱਚਾ ਸੀ ਬਹੁਤ ਛੋਟਾ, ਕਹਿੰਦਾ ਉਹ ਵਿਚਾਰਾ ਸੜਕਾਂ 'ਤੇ ਤੁਰਿਆ ਫਿਰਦਾ, ਫੁੱਟਪਾਥ 'ਤੇ ਮਿਲਿਆ ਮੈਨੂੰ, ਕਹਿੰਦਾ ਮੈਂ ਉਹਨੂੰ ਲੈ ਆਂਦਾ ਘਰ, ਤੈਨੂੰ ਕਿਹਾ ਤੈਨੂੰ ਪੜ੍ਹਾਵਾਂਗੇ ਵੀ, ਤੈਨੂੰ ਨਵਾਉਣਾ ਵੀ ਆ, ਤੈਨੂੰ ਕੱਪੜੇ ਵੀ ਦੇਣੇ ਆ, ਸਾਰਾ ਕੁਝ ਦਿੱਤਾ, ਰੱਖਿਆ ਉਹਨੂੰ ਘਰ ਤਰਸ ਨਾਲ। ਜਦੋਂ ਰੱਖਿਆ ਉਹਨੂੰ ਘਰ, ਜਦੋਂ ਸੌਂਦਾ ਸੀਗਾ ਤੇ ਰਾਤ ਨੂੰ ਬੜਾ ਗੂੜੀ ਨੀਂਦੇ ਸੌਂਦਾ ਸੀ, ਜਦੋਂ ਆਂਦਾ ਘਰਾੜੇ ਮਾਰਦਾ ਸੀਗਾ ਰੋਟੀ ਖਾਣੀ। ਕਹਿੰਦਾ ਇਹ ਰੋਟੀ ਦੇਣੀ ਨਾ ਜਦੋਂ ਉਹਨੂੰ, ਤੇ ਮੇਰੀ ਘਰ ਵਾਲੀ ਨੇ ਰੋਟੀ ਲੈ ਕੇ ਜਾਣੀ ਉਹਦੇ ਕੋਲ, ਤੇ ਉਹਨੇ ਰੋਟੀ ਆਉਂਦੇ ਨੂੰ ਫਿਰ ਖਾਧੀ ਹੋਣੀ, ਪਤਾ ਨਹੀਂ ਫਿਰ ਉਹਨੇ ਲੈ ਕੇ ਆਉਣੀ। ਕਹਿੰਦੀ ਇੱਕ ਵਾਰੀ ਉਹਨੂੰ ਮਾਨਾ ਮੇਰੀ ਘਰ ਵਾਲੀ ਨੇ ਵੇਖਿਆ ਕਿੱਥੇ ਆ, ਰੋਟੀਆਂ ਨਾਲ ਰਜਾਈ ਪਈ ਉਹ 'ਚ ਰੱਖ ਰਿਹਾ ਸੀ। ਦੇਖੋ ਕੀ ਬੱਚੇ ਨੂੰ, ਉਹਨੂੰ ਇਹ ਵੀ ਸ਼ਾਇਦ ਮੁੜ ਕੇ ਆਂਟੀ ਨੇ ਲਿਆਉਣੀ ਨਹੀਂ ਰੋਟੀ, ਜਾਂ ਮੈਂ ਰਾਤ ਨੂੰ ਕੀ ਖਾਊਂਗਾ। ਉਹਨੂੰ ਇਹ ਸੀਗਾ ਵੀ ਇਹ ਨਹੀਂ ਵੀ ਵੱਡਾ ਘਰ, ਉਹਨੂੰ ਸੀ ਮੈਂ ਤਾਂ ਰਾਤ ਭੁੱਖਾ ਰਹਿਣਾ। ਬਹੁਤ ਬੁਰੀ ਹਾਲਤ ਹੈ, ਕੀ ਹੈ ਉਹਦੀ ਚਿੰਤਾ, ਉਹ ਆਂਦਾ ਰੋਟੀ ਲਕਾਉਂਦਾ ਸੀ, ਉਹ ਸੀਗਾ ਇਹ ਰੋਟੀ ਦੀ ਭੁੱਖ ਆ ਬੱਚਿਆਂ ਨੂੰ। ਬਿਲਕੁਲ। ਔਰ ਇਹਦੇ ਉੱਤੇ ਨਾ ਇੱਕ ਬੜੀ ਸੋਹਣੀ ਗੱਲ ਬਣੀ ਹੋਈ ਹੈ ਜੀ। ਇੱਕ ਬੰਦਾ ਬੈਠਾ ਹੈ, ਆ ਜਿਹੜੇ ਸਲਮ ਏਰੀਆ ਨਹੀਂ ਹੁੰਦੇ, ਝੌਂਪੜੀਆਂ ਵਾਲੇ ਗਰੀਬ ਲੋਕਾਂ ਦੇ ਇਲਾਕੇ ਜਿੱਥੇ ਗਰੀਬ ਲੋਕ ਰਹਿੰਦੇ ਨੇ, ਉੱਥੇ ਉਹ ਬੈਠਾ ਇੱਕ ਬੰਦਾ ਤੇ ਕੋਲ ਇੱਕ ਬੱਚਾ ਜ਼ੋਰ ਦੀ ਰੋਈ ਜਾਂਦਾ। ਉੱਥੇ ਇੱਕ ਪੁਲਿਸ ਵਾਲਾ ਨਿਕਲਿਆ ਤੇ ਉਹਨੂੰ ਬੰਦੇ ਨੇ ਕਹਿੰਦਾ, ਓਏ
ਆ ਬੱਚਾ ਕਿਉਂ ਰੋਂਦਾ? ਆਹ ਤੇ ਅੱਗੋਂ ਉਹ ਬੰਦਾ ਉਹਨੂੰ ਕਹਿੰਦਾ ਕਿਉਂ? ਰੋਣਾ ਮਨਾ ਹੈ, ਆਹ ਰੋਟੀ ਖਾਣਾ ਮਨਾ ਹੈ, ਉਹ ਤਾਂ ਬਹੁਤ ਦੇਰ ਤੋਂ ਮਨਾ ਹੈ, ਆਹ ਇਹਨੂੰ ਰੋਟੀ ਨਹੀਂ ਮਿਲਦੀ ਪਈ, ਹੁਣ ਰੋਣਾ ਵੀ ਮਨਾ ਹੈ। ਆਹ ਕਾਨੂੰਨ ਦਿਖਾ ਕਿੱਥੇ ਜਿਹਦੇ ਚ ਲਿਖਿਆ ਰੋਣਾ ਮਨਾ ਹੈ? ਉਹਨੂੰ ਬੱਚਾ ਚੁੱਪ ਕਰਕੇ ਦੇਖਣ ਲੱਗ ਪਿਆ, ਕਹਿੰਦਾ ਕਾਕਾ ਤੂੰ ਕਿਉਂ ਚੁੱਪ ਕਰ ਗਿਆ, ਤੂੰ ਰੋ, ਹੋਰ ਉੱਚੀ ਉੱਚੀ ਰੋ, ਹੋ ਸਕਦਾ ਤੈਨੂੰ ਭੀਖ ਮਿਲ ਜਾਏ, ਉਹ ਭੀਖ ਦੇ ਪੈਸੇ ਨਾਲ ਤੂੰ ਰੋਟੀ ਲੈ ਕੇ ਖਾ ਲਈ। ਬਿਲਕੁਲ। ਫਿਰ ਪੁਲਿਸ ਵਾਲੇ ਨੂੰ ਕਹਿੰਦਾ ਭੀਖ ਮੰਗਣਾ ਜੁਰਮ ਹੈ ਨਾ? ਕਹਿੰਦਾ ਹਾਂ ਹੋ। ਕਹਿੰਦਾ ਫਿਰ ਆਪਾਂ ਜੁਰਮ ਕਰਨ ਲੱਗੇ ਆ ਤੇ ਤੂੰ ਸਾਨੂੰ ਫੜ ਕੇ ਜੇਲ੍ਹ 'ਚ ਲੈ ਕੇ ਜਾ, ਜੇਲ੍ਹ 'ਚ ਰੋਟੀ ਤਾਂ ਮਿਲੂਗੀ। ਬਿਲਕੁਲ। ਦੇਖੋ ਹੁਣ ਇੱਥੇ ਤੱਕ ਗੱਲਾਂ ਚੱਲਦੀਆਂ ਨੇ। ਦੇਖੋ ਸਾਰਾ ਸਿਸਟਮ ਜਿਹੜਾ ਹੈ ਨਾ ਬਿਲਕੁਲ ਇਸ ਤਰ੍ਹਾਂ ਦਾ ਹੋ ਗਿਆ ਤੇ ਬਹੁਤ ਵਿਅੰਗ ਵੀ ਕੱਸੇ ਲੋਕਾਂ ਨੇ। ਬਿਲਕੁਲ ਵਿਅੰਗ ਹੈ। ਲੋਕ ਇਹਨੂੰ ਨਹੀਂ ਸਮਝਦੇ, ਲੋਕ ਕਹਿੰਦੇ ਕੋਈ ਨਹੀਂ ਇਹ ਤਾਂ ਦੁਨੀਆ ਤੇ ਹੈ, ਗਰੀਬ ਲੋਕ ਹੈ, ਇਹਨਾਂ ਦਾ ਤਾਂ ਕੰਮ ਹੀ ਹੋਏ ਨਾ ਇਹੀ ਰੋਟੀ ਖਾਣੀ ਆ। ਦੇਖੋ ਕਈਆਂ ਨੂੰ ਤਾਂ ਰੋਟੀ ਵੀ ਨਸੀਬ ਨਹੀਂ। ਮੈਨੂੰ ਯਾਦ ਆ ਇਹ ਗੰਦਾ ਨਾਲਾ ਲੁਧਿਆਣੇ ਦਾ, ਉਹਦੇ ਕੰਢੇ ਤੇ ਕਿ ਝੌਂਪੜੀਆਂ ਲੱਗੀਆਂ ਸੀਗੀਆਂ, ਝੁੱਗੀਆਂ ਵਾਲੇ ਲੋਕ ਬੈਠੇ ਸੀਗੇ। ਮੈਂ ਇੱਕ ਉੱਤੇ ਫੀਚਰ ਸ਼ੂਟ ਕੀਤਾ ਔਰ ਅਸੀਂ ਦੇਖਿਆ ਜਿਹੜਾ ਮੱਕੀ ਦਾ ਆਟਾ, ਮੱਕੀ ਦੇ ਆਟੇ ਨੂੰ ਭੇਂ ਕੇ ਉਹ ਤਾਂ ਉਹਦੇ ਚੋਂ ਆਟੇ ਨੂੰ ਕਰਕੇ ਮੈਂ ਵੇਖਿਆ ਵੀ ਸ਼ਾਇਦ ਰੋਟੀ ਬਣੂਗੀ। ਰੋਟੀ ਨਹੀਂ, ਕੋਈ ਆਟਾ ਖਾ ਰਹੇ ਲੋਕ। ਆਟਾ ਜਿਹੜੇ ਉੱਥੇ ਬੈਠੇ ਆ, ਕਣਕ ਦਾ ਆਟਾ, ਮੱਕੀ ਦਾ ਆਟਾ ਭਿਉਂ ਕੇ ਉਹ ਖਾ ਰਹੇ। ਉਹਨਾਂ ਕੋਲ ਪਕਾਉਣ ਲਈ ਲੱਕੜਾਂ ਜਾਂ ਉਹ ਕੁਛ ਹੈ ਨਹੀਂ, ਜਾਂ ਉਹਦੇ 'ਚ ਤਵਾ ਨਹੀਂ, ਜਾਂ ਉਹਨਾਂ ਕੋਲ ਕੀ ਆ, ਭੁੱਖੇ ਆ ਵਿਚਾਰੇ। ਔਰ ਗੱਲ ਬਿਲਕੁਲ ਸੱਚੀ ਆ। ਔਰ ਦੇਖੋ ਝੁੱਗੀ ਝੌਂਪੜੀ ਵਾਲੇ ਲੋਕ ਆਟਾ ਕੱਚਾ ਖਾ ਰਹੇ। ਇਹ ਦੇਖੋ ਇਹ ਗੱਲ ਹੈਗੀ। ਜੇ ਅਸੀਂ ਕਹੀਏ ਕਿ ਇਹਨਾਂ ਨੇ ਯਾਰ ਇਹ ਗੱਲਾਂ ਆਮ ਹੈਗੀਆਂ, ਵੀਡੀਓ ਵੀ ਹੈਗੀਆਂ। ਉੜੀਸਾ 'ਚ ਤੁਸੀਂ ਚਲ ਜਾਓ, ਉਹ ਜਿੱਥੇ ਕਿ ਲੋਕ ਸੁੱਟਦੇ ਆ, ਭਾਂਡੇ ਧੋਂਦੇ ਆ, ਸਾਰਾ ਕੁਝ ਉੱਥੇ ਲੋਕ ਬੈਠੇ ਵਿਚਾਰੇ ਬੱਚੇ ਖਾਣ ਲਈ। ਇਹ ਹੈਗੀ ਹੈ ਗਰੀਬੀ ਦੀ। ਅਸੀਂ ਫਿਰ ਆਨੇ ਯਾਰ ਗਰੀਬੀ ਤੇ ਖਤਮ ਹੋ ਜਾਣੀ ਹੈ, ਲੀਡਰ ਸਾਡੇ ਆਂਦੇ ਗਰੀਬੀ ਤੇ ਇਸ ਤਰ੍ਹਾਂ ਖਤਮ ਹੋ ਜਾਣੀ ਹੈ, ਭੁੱਖੇ ਮਰ ਜਾਣੇ, ਗਰੀਬ ਖਤਮ ਹੋ ਜਾਣਗੇ ਤੇ ਗਰੀਬੀ ਆਪੇ ਖਤਮ ਹੋ ਜਾਣੀ। ਚਲੋ ਆਪਾਂ ਅੱਗੇ ਵਧੀਏ ਜੀ। ਪ੍ਰਧਾਨ ਮੰਤਰੀ ਸਾਹਿਬ ਹੁਣ ਜਾਪਾਨ ਚੱਲੇ ਨੇ। ਹਾਂ ਤੇ ਉੱਥੇ ਬੜੀਆਂ ਮੁਲਾਕਾਤਾਂ ਵੀ ਹੋਣੀਆਂ ਨੇ। ਸ਼ਾਇਦ ਜੋ ਬਾਈਡਨ ਸਾਹਿਬ ਵੀ ਆਉਣਗੇ, ਉਹਨਾਂ ਨਾਲ ਵੀ ਮੁਲਾਕਾਤ ਹੋਏਗੀ। ਤੇ ਜਾਪਾਨ ਨਾਲ ਤੇ ਸਾਡੀ ਇੱਕ ਕੁਦਰਤੀ ਸਾਂਝ ਵੀ ਹੈ, ਇੱਕ ਕਲਚਰਲ ਸਾਂਝ ਵੀ ਹੈ, ਕਿਉਂਕਿ ਏਸ਼ੀਆ ਕੰਟੀਨੈਂਟ ਹੈ ਤੇ ਇੱਧਰ ਦੇ ਮੁਲਕਾਂ ਦਾ ਆਪਸ ਦਾ ਮਿਲਵਰਤਨ ਮੁੱਢ ਕਦੀਮ ਤੋਂ ਹਿਸਟਰੀ ਤੋਂ ਚੱਲਿਆ ਆ ਰਿਹਾ। ਇਹਦੇ ਬਾਰੇ ਜ਼ਰਾ ਸਾਡੇ ਦਰਸ਼ਕਾਂ ਨਾਲ ਗੱਲਬਾਤ ਕਰੋ ਕਿ ਇਹ ਕੀ ਸਾਰੀ ਮੁਲਾਕਾਤ ਹੋਣੀ ਹੈ, ਇਹਦੇ ਚੋਂ ਨਿਕਲਣਾ ਕੀ ਹੈ, ਕਾਹਦੇ ਵਾਸਤੇ ਚੱਲੇ ਨੇ? ਅੱਛਾ, ਇਹਦੇ 'ਚ ਇਹ ਕਹਿੰਦੇ 12 ਕੰਟਰੀ ਜਿਹੜੀ ਹੈਗੀ ਆ ਉਹਦੇ 'ਚ ਹੋਰ ਵੀ ਨਾਲ ਇਕੱਠੇ ਹੋ ਰਹੇ ਆ। ਬਾਈਡਨ ਆ ਹੀ ਰਹੇ ਅਮਰੀਕਾ ਦੇ, ਔਰ ਟੋਕੀਓ ਹੋ ਰਹੀ ਹੈ। ਟੋਕੀਓ ਦੇ ਵਿੱਚ ਪ੍ਰਧਾਨ ਮੰਤਰੀ ਆਪਣੇ ਗਏ ਆ, 3 ਦਿਨ ਦਾ ਉੱਥੇ ਦੌਰਾ ਇਹਨਾਂ ਦਾ। ਔਰ ਇਹਦੇ 'ਚ ਜਿਹੜੇ ਉਹ ਹੈਗੇ ਉਹਨਾਂ ਦਾ ਨਾਂ ਹੈਗਾ ਫੂਮੀਓ ਕਿਸ਼ੀਦਾ, ਜਿਹੜੇ ਇਹਦੇ ਜਾਪਾਨ ਦੇ ਪ੍ਰਧਾਨ ਮੰਤਰੀ, ਉਹਨਾਂ ਨੇ ਦਾਵਤ ਦਿੱਤੀ ਆ ਆਪਣੇ ਪ੍ਰਧਾਨ ਮੰਤਰੀ ਨੂੰ। ਮੋਦੀ ਜੀ ਉੱਥੇ ਪਹੁੰਚ ਰਹੇ ਆ ਔਰ ਇਹਦੇ 'ਚ ਉਹਨਾਂ ਨੇ ਤਾਂ ਵੈਸੇ ਇਹ ਗੱਲ ਵਧੀਆ ਕੀਤੀ ਹੈ ਮੋਦੀ ਜੀ ਨੇ ਪਹਿਲਾਂ ਹੀ ਕਿ ਤੁਹਾਡੇ ਨਾਲ ਸਾਡਾ, ਜਾਪਾਨ ਨਾਲ ਸਾਡਾ ਜਿਹੜਾ ਹੈਗਾ ਕੁਦਰਤੀ ਸਹਿਚਾਰ ਆ, ਸਾਡਾ ਤੁਹਾਡੇ ਨਾਲ ਇੱਕ ਬਹੁਤ ਵਧੀਆ ਸਾਂਝ ਆ। ਇਸ ਕਰਕੇ ਕਿਉਂਕਿ ਮਹਾਤਮਾ ਬੁੱਧ ਜੀ ਦਾ ਜਿਹੜੇ ਪੈਰੋਕਾਰ ਰਹੇ ਨੇ ਬੋਧੀ ਧਰਮ ਦੇ, ਔਰ ਉਹਨਾਂ ਦੇ ਉੱਥੇ ਬਹੁਤ ਸ਼ਿਸ਼ ਨੇ, ਔਰ ਬੁੱਧ ਧਰਮ ਉੱਥੇ ਬਹੁਤ ਫੈਲਿਆ ਜਾਪਾਨ 'ਚ, ਬਹੁਤ ਗਏ। ਨੇਪਾਲ 'ਚ ਤਾਂ ਇਹਨਾਂ ਦਾ ਜਨਮ ਹੋਇਆ ਔਰ ਉਹਨੂੰ ਬਾਅਦ ਇਹ ਉੱਥੇ ਜਦੋਂ ਪਹੁੰਚੇ ਆ, ਔਰ ਉਹਨਾਂ ਦੀ ਜਿਹੜੀ ਸਾਡਾ ਨਾਲ ਮਿਲਦਾ ਜੁਲਦਾ ਬੜਾ ਕੁਛ ਸਾਡੀ ਸੋਚ ਨਾਲ। ਇਸ ਕਰਕੇ ਕਿਉਂਕਿ ਆਪਣੇ ਇੰਡੀਆ 'ਚੋਂ ਤਾਂ ਨਾਲ ਰਹੇ ਆ, ਬੁੱਧੀ ਸਾਰਾ ਕੁਛ ਗਏ ਆ, ਅਤੇ ਉੱਥੋਂ ਉਹ ਜਦੋਂ ਉੱਥੇ ਪਹੁੰਚੇ ਆ, ਔਰ ਜਦੋਂ ਪ੍ਰਧਾਨ ਮੰਤਰੀ ਨੂੰ ਲੋਕ ਉੱਥੋਂ ਮਿਲੇ ਨੇ, ਉਹ ਲੋਕ ਜਿੰਨੇ ਵੀ ਉੱਥੇ ਜਨਤਾ ਹਿੰਦੀ ਬੋਲਦੀ, ਔਰ ਬਹੁਤ ਅੱਛੇ ਕਲਾਕਾਰ ਨੇ ਜਿਹੜੇ ਉੱਥੇ। ਔਰ ਇਹਨਾਂ ਨੇ ਕਿਹਾ ਜਿਹੜੇ ਪ੍ਰੋਫੈਸ਼ਨਲ ਲੋਕ ਨੇ, ਜਿਹੜੇ ਆਰਟ ਨਾਲ ਭਰਪੂਰ ਨੇ, ਕਲਾ ਨਾਲ ਭਰਪੂਰ ਹੈ, ਉਹ ਬੰਦੇ ਉੱਥੇ ਬੈਠੇ ਨੇ। ਕਿਉਂਕਿ ਇਹ ਕੰਟਰੀ ਇੱਦਾਂ ਦਾ ਜਾਪਾਨ ਦੀਆਂ ਘੜੀਆਂ ਕੀ, ਇਲੈਕਟ੍ਰੋਨਿਕਸ ਕੀ, ਚਾਈਨਾ ਤਾਂ ਹੁਣ ਆਇਆ ਨਾ ਲਾਈਨ 'ਤੇ ਜਾਂ ਥੋੜ੍ਹੀ ਦੇਰ ਪਹਿਲੋਂ, ਪਰ ਜਾਪਾਨ ਪਹਿਲੋਂ ਦਾ ਸੀਗਾ। ਔਰ ਜਾਪਾਨ ਨੇ ਪੂਰੇ ਵਰਲਡ 'ਚ ਸਾਰਾ ਕੁਝ ਦੇ ਦਿੱਤਾ ਸੀਗਾ ਇਲੈਕਟ੍ਰੋਨਿਕਸ ਦੇ ਲਿਹਾਜ਼ ਨਾਲ, ਔਰ ਅਜੇ ਵੀ ਉਹ ਇਸੇ ਤਰ੍ਹਾਂ ਹੈਗਾ। ਇਹਦੀ ਇੱਕ ਆਰਟ ਹੈ, ਉਦੋਂ ਕਿਹਾ ਜਾਂਦਾ ਇਕਿਗਾਈ ਜਾਪਾਨ ਦੇ ਵਿੱਚ। ਮਤਲਬ ਉਹ ਕਹਿੰਦੇ ਨੇ ਇਕਿਗਾਈ ਨਹੀਂ ਕਹਿਣਾ, ਇਕਿਗਾਈ ਇੱਦਾਂ ਕਹਿਣਾ, ਇਕਿਗਾਈ ਖੁਸ਼ ਹੋ ਕੇ ਕਹਿਣਾ। ਉਹ ਕਹਿੰਦੇ ਨੇ ਕਿ ਕੋਈ ਨਾ ਕੋਈ ਐਸਾ ਕਾਰਨ ਲੱਭ ਲਓ ਜ਼ਿੰਦਗੀ ਦੇ ਵਿੱਚ ਕਿ ਤੁਸੀਂ ਖੁਸ਼ ਕਿਵੇਂ ਰਹਿ ਸਕਦੇ ਹੋ। ਇਕਿਗਾਈ ਸਾਨੂੰ ਇਹ ਸਿਖਾਉਂਦੀ ਹੈ ਕਿਸ ਤਰ੍ਹਾਂ ਤੁਸੀਂ ਖੁਸ਼ ਰਹਿਣਾ। ਔਰ ਇਸ ਆਰਟ ਨੂੰ ਅੱਗੇ ਡਿਵੈਲਪ ਕਰਦੇ ਨੇ ਕਿ ਜਿੱਦਾਂ ਕੋਈ ਭਾਂਡਾ ਟੁੱਟ ਗਿਆ, ਉਹ ਸੁੱਟਦੇ ਨਹੀਂ, ਉਹ ਭਾਂਡੇ ਨੂੰ ਜੋੜਦੇ ਨੇ, ਟੁੱਟੇ ਹੋਏ ਨੂੰ ਟੁਕੜੇ ਇਕੱਠੇ ਕਰਕੇ ਜੋੜਦੇ ਨੇ। ਜਿੱਥੇ ਜਿੱਥੇ ਜੋੜ ਪਿਆ ਨਾ, ਉੱਥੇ ਸੋਨੇ ਦੇ ਪਾਣੀ ਨਾਲ ਨਕਾਸ਼ੀ ਕਰਦੇ ਨੇ। ਬੜੇ ਆਰਟ ਉਹ ਭਾਂਡਾ ਬੜਾ ਖੂਬਸੂਰਤ ਲੱਗਦਾ, ਥਾਂ ਥਾਂ ਤੋਂ ਉੱਤੋਂ ਜੁੜਿਆ ਹੋਇਆ, ਔਰ ਜਿੱਥੋਂ ਜਿੱਥੇ ਜੋੜ ਪਿਆ ਉਹ ਸੋਨੇ ਦੇ ਪਾਣੀ ਨਾਲ ਨਕਾਸ਼ੀ, ਉਹ ਬਿਲਕੁਲ ਸੋਨੇ ਦੇ ਪਾਣੀ ਵਰਗਾ ਬੜਾ ਪਿਆਰਾ ਭਾਂਡਾ ਬਣਦਾ। ਉਹ ਕਹਿੰਦੇ ਨੇ ਕਿ ਜ਼ਿੰਦਗੀ ਵੀ ਇਦਾਂ ਦੀ ਹੁੰਦੀ ਹੈ, ਟੁਕੜੇ ਟੁਕੜੇ ਹੁੰਦੇ ਨੇ, ਔਰ ਜ਼ਿੰਦਗੀ ਨੂੰ ਟੁਕੜਿਆਂ ਨਾਲ ਜੋੜ ਕੇ ਤੁਸੀਂ ਖੂਬਸੂਰਤ ਇੱਕ ਰੂਪ ਦੇਣਾ ਹੁੰਦਾ ਹੈ। ਤੇ ਨਕਾਸ਼ੀ ਕਾਹਦੀ ਹੁੰਦੀ ਹੈ? ਉਹ ਜਿਹੜੀ ਨਕਾਸ਼ੀ ਹੈ, ਉਹ ਨਕਾਸ਼ੀ ਕਾਹਦੇ ਨਾਲ ਕਰਨੀ ਹੈ? ਤੁਹਾਡੇ ਕੋਲ ਕਿਹੜਾ ਸੋਨਾ, ਤੁਹਾਡੇ ਆਪਣੇ ਗੁਣ, ਤੁਹਾਡੇ ਆਪਣਾ ਹੁਨਰ, ਆਪਣੇ ਹੁਨਰ ਨਾਲ ਨਕਾਸ਼ੀ ਕਰੋ
ਉਹ ਜ਼ਿੰਦਗੀ ਦੇ ਟੁਕੜਿਆਂ ਨੂੰ ਜੋੜ ਕੇ ਇੱਕ ਖੂਬਸੂਰਤ ਆਕਾਰ ਦਿਓ ਤੇ ਜ਼ਿੰਦਗੀ ਨੂੰ ਖੂਬਸੂਰਤ ਬਣਾਓ। ਉਹ ਖੁਸ਼ੀ ਹੈ, ਉਹ ਹੈ ਇਕਿਗਾਈ। ਸਹੀ ਗੱਲ। ਇਹ ਤੁਹਾਨੂੰ ਖੁਸ਼ੀ ਮਿਲਦੀ ਹੈ, ਇਹ ਉਹ ਪਰੰਪਰਾ ਹੈ। ਸੋ ਇਹ ਹੈ ਜਾਪਾਨ ਤੋਂ ਅਸੀਂ ਸਿੱਖਿਆ ਇਕਿਗਾਈ ਜਿਹੜੀ ਇਹ ਆਰਟ ਆ। ਸੋ ਇਦਾਂ ਭਾਰਤ ਤੋਂ ਸਿੱਖਣਾ, ਭਾਰਤ ਨੇ ਉਹਨਾਂ ਤੋਂ ਸਿੱਖਣਾ ਸਿਖਾਉਣਾ, ਇਹ ਤਾਂ ਜ਼ਿੰਦਗੀ ਹੈ। ਇਹ ਹਮੇਸ਼ਾ ਚੱਲਦੇ ਰਹਿੰਦੇ। ਬੜਾ ਕਲਚਰ ਅੱਛਾ ਉਹਨਾਂ ਦਾ। ਬਿਲਕੁਲ ਕਲਚਰ ਅੱਛਾ ਹੈ, ਪਰ ਇਹ ਕਿਉਂ ਬੁਲਾਇਆ ਜਾ ਰਿਹਾ, ਕਿਉਂ ਸਭ ਨੂੰ ਇਨਵਾਈਟ ਕੀਤਾ ਉਹਨਾਂ ਨੇ? ਇਹਦਾ ਮੰਤਵ ਕੀ ਹੈ, ਮੋਟਿਵ ਕੀ ਹੈ? ਇਹਦਾ ਵਿੱਚ ਇਹ ਹੈਗਾ ਕਿ ਜਿਹਦੇ ਚ ਵਿਸ਼ਵ ਇੱਕ ਸੰਸਥਾ ਆਰਥਿਕ ਪਾੜੇ ਦੀ ਗੱਲ ਆ, ਜਿਹਦੇ ਚ ਸਾਰੀ ਕੰਟਰੀ ਨੂੰ ਇਕੱਠੇ ਹੋਣ ਦਾ ਮਤਲਬ ਆ। ਔਰ ਬਾਈਡਨ ਨੇ ਕਿਹਾ ਉਹਦੇ ਚ ਕਿ ਇਸ ਵੇਲੇ ਸਾਡੀ ਵੀ ਜਿਹੜੀ ਸਥਿਰਤਾ ਜਿਹੜੀ ਡੋਲ ਰਹੀ ਆ, ਸਾਡੇ ਕੋਈ ਉਹਨਾਂ ਨਹੀਂ ਹੈਗਾ। ਮਨੀ ਇਨਫਲੇਸ਼ਨ ਹੋ ਗਈ ਹੈ, ਪੈਸਾ ਵਾਧੂ ਹੋ ਗਿਆ ਸਾਡੇ ਤੋਂ, ਖਲਾਰਾ ਪੈ ਗਿਆ। ਔਰ ਉਹਦੇ 'ਚ ਜਿਹੜੀਆਂ ਚੀਜ਼ਾਂ ਲੈ ਰਹੇ ਆ ਉਹ ਮਹਿੰਗੀਆਂ ਹੈਗੀਆਂ, ਕਿਤੇ ਵੀ ਲਾਓ। ਹਾਲਾਂਕਿ ਹਰ ਦੇਸ਼ ਕੋ ਆਪਣੇ ਕੋ ਨਹੀਂ ਚੀਜ਼ ਬਣਦੀ, ਕੁਛ ਨਾ ਕੁਛ ਤੁਹਾਨੂੰ ਬਾਹਰੋਂ ਲੈਣੀ ਪੈਣੀ ਹੈ, ਉਹਦੇ 'ਚ ਉਹ ਚੀਜ਼ਾਂ ਲੈਣੀਆਂ ਪੈਣੀਆਂ। ਜਦੋਂ ਕਿ ਜਿਹੜੇ ਆ ਮੋਬਾਈਲ ਆ ਅਮਰੀਕਾ ਤੱਕ ਜਿਹੜੇ ਆ ਬਹੁਤ ਚਾਈਨਾ ਦੇ ਗਏ ਉੱਥੇ, ਜਿਹੜੇ ਸਿਮ ਕਾਰਡ ਆ ਚਾਈਨਾ ਦਿੰਦਾ ਰਿਹਾ ਉਹਨਾਂ ਨੂੰ, ਬਹੁਤ ਚੀਜ਼ਾਂ ਜਿਹੜੀਆਂ ਉਹਨਾਂ ਨੂੰ। ਹਾਲਾਂਕਿ ਉਹਨਾਂ ਦੀ ਨਾਸਾ ਕਿੰਨਾ ਵੱਡੀ ਉਹਨਾਂ ਦੇ ਵਿੱਚ ਪ੍ਰਯੋਗਸ਼ਾਲਾ ਉਹਨਾਂ ਦੀਆਂ ਵੱਡੀਆਂ ਦੁਨੀਆ 'ਤੇ ਕੀ ਕੁਛ ਰਿਸਰਚ ਹੋ ਗਈਆਂ, ਕਿੰਨੀਆਂ ਮਿਜ਼ਾਈਲਾਂ, ਕਿੰਨੇ ਪਰਮਾਣੂ, ਕੀ ਕੁਛ ਬਣਾਇਆ। ਪਰ ਕਈ ਚੀਜ਼ਾਂ ਤੋਂ ਫਿਰ ਨਿਗੂਣਾ ਹੋ ਜਾਂਦਾ ਬੰਦਾ। ਕਈ ਚੀਜ਼ਾਂ ਵਿੱਚ ਸੂਈ, ਨਿੱਕੀ ਚੀਜ਼ ਦੇਖ ਲਓ, ਸੂਈ ਦੇ ਕਾਰਖਾਨੇ ਤਾਂ ਨਹੀਂ ਹੋਣਗੇ ਜਿਹੜੀਆਂ ਸੂਈਆਂ ਬਣਾਉਂਦੇ ਆਪਾਂ ਜਾਂ ਮਸ਼ੀਨਾਂ ਚੱਲਦੀਆਂ। ਕਈ ਚੀਜ਼ਾਂ ਲੋੜ ਦੀਆਂ ਜ਼ਰੂਰੀ ਹੁੰਦੀਆਂ ਜਿਸ 'ਚ ਮੈਨੂਅਲ ਕੰਮ ਹੁੰਦਾ। ਜੇ ਹੁਣ ਪਾਲਿਸ਼ ਕਰਨੀ, ਜੁੱਤੀ ਪਾਲਿਸ਼ ਕਰਨੀ, ਤਾਂ ਉਹ ਵੀ ਇੱਕ ਬਹੁਤ ਵੱਡੀ ਬਿਲਕੁਲ ਸਹੀ ਗੱਲ। ਹਾਲਾਂਕਿ ਆਪਾਂ ਨੂੰ ਨਾ ਸਮਝੀਏ ਜੋ ਮਰਜ਼ੀ ਹੈ, ਪਰ ਉਹ ਬਹੁਤ ਵੱਡਾ ਪ੍ਰੋਫੈਸ਼ਨ ਹੈ। ਹਰ ਪ੍ਰੋਫੈਸ਼ਨ ਨੂੰ ਸਮਝੋ। ਅਸੀਂ ਇਹੀ ਕਹਿੰਦੇ ਆ, ਇਹ ਜਿਹੜਾ ਕਾਟੇਜ ਇੰਡਸਟਰੀ ਹੈ, ਹੈਂਡੀਕ੍ਰਾਫਟ, ਹੱਥਾਂ ਨਾਲ ਕੰਮ ਕਰਨਾ, ਇਹ ਕਲਾ, ਇਹ ਹੁਨਰ, ਇਹ ਸਭ ਨੂੰ ਕਦਰ ਮਿਲਣੀ ਚਾਹੀਦੀ ਹੈ, ਸਭ ਦੀ ਕਦਰ ਹੋਣੀ ਚਾਹੀਦੀ ਹੈ। ਹਰ ਹੱਥ ਨੂੰ ਕੰਮ ਮਿਲਣਾ ਚਾਹੀਦਾ, ਤਾਂ ਆਪਣੇ ਆਪ ਇੰਪਲੋਇਮੈਂਟ ਹੋਏਗੀ ਤੇ ਆਪਣੇ ਆਪ ਗਰੀਬੀ ਦੂਰ ਹੋਣੀ ਹੈ। ਇਹਦੇ 'ਚ ਹੋਰ 12 ਕੰਟਰੀ ਹੋਰ ਵੀ ਇਹਦੇ 'ਚ ਜਿਹੜੀਆਂ ਬੜੀਆਂ ਡਿਵੈਲਪ ਕੰਟਰੀ ਆ, ਜਿਸ 'ਚ ਇੰਡੋਨੇਸ਼ੀਆ ਹੈਗਾ, ਜਿਹਦੇ 'ਚ ਸਵਿਟਜ਼ਰਲੈਂਡ ਵੀ ਹੈਗਾ, ਜਿਸ 'ਚ ਨਿਊਜ਼ੀਲੈਂਡ ਹੈਗਾ, ਜਿਸ 'ਚ ਇੰਗਲੈਂਡ ਆ, ਜਿਹਦੇ 'ਚ ਨਾਲ ਇਹਨਾਂ ਦੇ ਅਮਰੀਕਾ ਤਾਂ ਹੈ ਹੀ ਹੈ, ਪਰ ਉਹ 'ਚ ਸਾਊਥ ਕੋਰੀਆ ਉਹ ਵੀ ਹੈਗੇ ਜਿਹੜੇ ਕੰਟਰੀ, ਵੱਡੇ ਕੰਟਰੀ ਆ। ਔਰ ਉਹਦੇ 'ਚ ਇਹਨਾਂ ਨੇ ਕਿਹਾ ਕਿ ਕੋਈ ਵੀਡੀਓ ਨਾਲ ਵੀ ਜਿਹੜੀ ਉਹਨਾਂ ਦੀ ਵਾਰਤਾਲਾਪ ਹੋਊਗੀ, ਕੁਝ ਤਾਂ ਉੱਥੇ ਪਹੁੰਚ ਵੀ ਗਏ ਆ ਔਰ ਬੜੇ ਵੱਡੇ ਸਕੇਲ ਤੇ ਕੀਤਾ, ਕਿਉਂਕਿ ਅਮਰੀਕਾ ਇਨਵੋਲਵ ਹੈ। ਚਾਈਨਾ ਦੇ ਤਾਂ ਨਾਲ ਉਹਨਾਂ ਦੀ ਬਿਲਕੁਲ ਸਹੀ ਗੱਲ ਨਹੀਂ ਹੈਗੀ, ਚਾਈਨਾ ਤੋਂ ਦੂਰ ਹੀ ਹੈ, ਚਾਈਨਾ ਨਾਲ ਉਹਨਾਂ ਦਾ ਥੋੜੀ ਹੈ। ਔਰ ਥੋੜਾ ਪੂਰਾ 36 ਦਾ ਅੰਕੜਾ ਹੈ ਇਸੇ ਤਰ੍ਹਾਂ। ਸੋ ਗੱਲ ਇਹ ਆ ਕਿ ਜਿੰਨੀ ਵੀ ਸਟੱਡੀ ਮੈਂ ਕੀਤੀ ਔਰ ਜਿੰਨਾ ਵੀ ਮਾਹਿਰਾਂ ਨਾਲ ਗੱਲਬਾਤ ਮੈਂ ਕੀਤੀ, ਜਿੰਨਾ ਵੀ ਉਹਦੇ ਚੋਂ ਨਿਚੋੜ ਨਿਕਲਿਆ, ਜਿੰਨੀ ਕਿ ਮੈਨੂੰ ਸਮਝ ਆਈ, ਮੈਂ ਇਹ ਸਮਝਦਾ ਬਲਕਾਰ ਜੀ, ਜਿੰਨਾ ਮਰਜ਼ੀ ਦਿਮਾਗ ਲੜਾ ਲਓ, ਜਿੰਨੀਆਂ ਮਰਜ਼ੀ ਕਿਤਾਬਾਂ ਲਿਖ ਲਓ, ਜਿੰਨਾ ਮਰਜ਼ੀ ਡਿਸਕਸ਼ਨਸ, ਡਿਬੇਟਸ ਦੇ ਵਿੱਚ ਤੁਸੀਂ ਹਿੱਸਾ ਲੈ ਲਓ, ਗੁਰੂ ਨਾਨਕ ਸਾਹਿਬ ਨੇ ਨਿਚੋੜ ਕੱਢ ਕੇ ਰੱਖ ਦਿੱਤਾ, ਕਿਰਤ ਕਰ, ਨਾਮ ਜਪ, ਵੰਡ ਛਕ। ਇਸ ਤੋਂ ਵੱਡੀ ਕੋਈ ਇਕਨੋਮਿਕਸ ਨਹੀਂ, ਇਸ ਤੋਂ ਵੱਡੀ ਕੋਈ ਪੋਲੀਟੀਕਲ ਸਾਇੰਸ ਨਹੀਂ। ਗੁਰੂ ਨਾਨਕ ਪਿਤਾ ਨੇ ਜੋ ਇਹ ਨਿਚੋੜ ਕੱਢਿਆ ਨਾ, ਜਦੋਂ ਤੱਕ ਇਸ ਨਿਚੋੜ ਦੇ ਉੱਤੇ ਪੂਰੀ ਮਾਨਵ ਜਾਤੀ, ਪੂਰਾ ਸੰਸਾਰ, ਪੂਰੀ ਇਨਸਾਨੀਅਤ ਨਹੀਂ ਖੜੀ ਹੁੰਦੀ, ਉਦੋਂ ਤੱਕ ਕੋਈ ਸਮੱਸਿਆ ਹੱਲ ਨਹੀਂ ਹੋਣੀ। ਇਹਦੇ ਉੱਤੇ ਚੱਲਾਂਗੇ ਤਾਂ ਹੀ ਸਾਰੀਆਂ ਸਮੱਸਿਆਵਾਂ ਹੱਲ ਹੋਣੀਆਂ ਨੇ। ਔਰ ਹੈਰਾਨੀ ਦੀ ਗੱਲ ਇਹ ਹੈ ਕਿ ਸਾਡੇ ਕੋਲ ਹੱਲ ਮੌਜੂਦ ਹੈ, ਸੋਲਿਊਸ਼ਨ ਮੌਜੂਦ ਹੈ, ਸਾਨੂੰ ਪਤਾ ਹੱਲ ਇਹੀ ਹੈ, ਫਿਰ ਵੀ ਅਸੀਂ ਉੱਤੇ ਚੱਲਦੇ ਨਹੀਂ। ਐਵੇਂ ਦਿਮਾਗ ਲੜਾਈ ਜਾਂਦੇ ਆ, ਐਵੇਂ ਬਹਿਸ ਕਰੀ ਜਾਂਦੇ ਆ, ਵੱਡੇ ਵੱਡੇ ਡਿਬੇਟਸ ਕਰੀ ਜਾਂਦੇ ਆ। ਕੀ ਮਿਲਣਾ ਉਹਦੇ ਚੋਂ? ਕਿਉਂ ਟਾਈਮ ਜ਼ਾਇਆ ਕਰਦੇ ਪਏ ਆ ਜਦੋਂ ਸਾਨੂੰ ਸੋਲਿਊਸ਼ਨ ਮਿਲਿਆ ਹੋਇਆ? ਤਾਂ ਇਸ ਸੋਲਿਊਸ਼ਨ ਦੇ ਉੱਤੇ ਸਾਰੀ ਦੁਨੀਆ ਨੂੰ ਚੱਲਣਾ ਚਾਹੀਦਾ। ਜਿਹੜੀ ਅਸੀਂ ਕਹਿੰਦੇ ਆ ਨਾ, ਵਨ ਵਰਲਡ ਗਵਰਨਮੈਂਟ ਬਣਾਈਏ, ਪੂਰੀ ਦੁਨੀਆ ਦੀ ਇੱਕੋ ਹੀ ਗਵਰਨਮੈਂਟ ਹੋਵੇ, ਇੱਕੋ ਹੀ ਕਰੰਸੀ ਹੋਵੇ, ਇੱਕੋ ਹੀ ਬੈਂਕ ਹੋਵੇ, ਅਸੀਂ ਸਾਰੇ ਇੱਕੋ ਪਰਿਵਾਰ ਵਾਕਣ ਰਹੀਏ, ਦੁਨੀਆ ਇੱਕ ਪਰਿਵਾਰ ਬਣ ਜਾਏ, ਜੋ ਅਸੀਂ ਇਹ ਕਹਿੰਦੇ ਆ। ਜਦੋਂ ਤੱਕ ਗੁਰੂ ਨਾਨਕ ਪਾਤਸ਼ਾਹ ਦਾ ਪਰਸਪੈਕਟਿਵ ਨਹੀਂ ਨਾ ਅਪਣਾਵਾਂਗੇ, ਉਹਨਾਂ ਦਾ ਨਜ਼ਰੀਆ ਨਹੀਂ ਅਪਣਾਵਾਂਗੇ, ਠੀਕ ਹੈ ਨਾ, ਕਿਰਤ ਕਰ, ਨਾਮ ਜਪ, ਵੰਡ ਛਕ ਦੇ ਉੱਤੇ ਨਹੀਂ ਚੱਲਾਂਗੇ, ਉਦੋਂ ਤੱਕ ਪੂਰੀ ਦੁਨੀਆ ਨੇ ਇਕੱਠਾ ਨਹੀਂ ਹੋਣਾ। ਇਹ ਗੱਲ ਤਾਂ ਬਿਲਕੁਲ ਸੱਚ ਜਿਹੜਾ ਹੈ ਨਾ, ਸੱਚ ਤਾਂ ਸੱਚ ਹੈ, ਸੱਚ ਤਾਂ ਸੱਚ ਹੈ। ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ। ਸੱਚ ਦੀ ਜਿਹੜੀ ਵਿਦਿਆ ਬਹੁਤ ਵੱਡੀ ਹੈ। ਗੁਰੂ ਨਾਨਕ ਬਾਣੀ 'ਚ ਇਹ ਸਾਰਾ ਕੁਝ ਵੱਡਾ ਉਪਦੇਸ਼ ਉਹਨਾਂ ਦਾ, ਜਿਹਦੇ 'ਚ ਉਹਨਾਂ ਨੇ ਜਦੋਂ ਏਕ ਓਂਕਾਰ ਦਾ ਉਹਨਾਂ ਨੇ ਸਾਰਾ ਬਣਤਰ ਬਣਾਈ ਹੈ, ਸਾਰਾ ਕੁਝ ਦੱਸਿਆ। ਉਹਦੇ ਬਾਅਦ ਮੂਲ ਮੰਤਰ ਦੇ ਜਿਹੜੇ 13 ਸ਼ਬਦ ਆ, ਸੁਲਤਾਨਪੁਰ ਲੋਧੀ ਜਦੋਂ ਉਹਨਾਂ ਨੇ ਚੁੱਭੀ ਮਾਰੀ ਵੇਈ 'ਚ, ਉਦੋਂ ਬਾਅਦ ਉਹਨਾਂ ਨੇ ਇਹ ਉਚਾਰੇ। ਔਰ ਉਹਦੇ ਵਿੱਚ ਸਾਰਾ ਗੋਡ ਇਜ਼ ਵਨ ਦੇ ਵਿੱਚ ਦਿੱਤਾ ਵਾ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਵੀ ਇਹਦਾ ਆਕਾਰ ਥਾਪਿਆ ਨਹੀਂ ਜਾਂਦਾ, ਉਹ ਤਾਂ ਗੁਰੂ ਸਾਹਿਬ ਦੇ ਇਹ ਆਪਣੇ ਆਪ ਤੁਹਾਡੇ ਕੋਲ ਪ੍ਰਵੇਸ਼ ਹੁੰਦਾ ਇਹਨਾਂ ਦਾ। ਔਰ ਇਹ ਬੜੀ ਵੱਡੀ ਜਿਹੜੀ ਆ ਡੂੰਘੀ ਗੱਲ ਹੈ, ਉਹਨੂੰ ਸਮਝਣਾ ਆਮ ਆਦਮੀ ਦੀ ਗੱਲ ਨਹੀਂ। ਪਰ ਉਹਦੇ ਵਿੱਚ ਇਹਨਾਂ ਨੇ ਜਦੋਂ ਨਿਕਲੇ 3 ਦਿਨਾਂ ਬਾਅਦ, ਵੇਈ ਤੋਂ ਬਾਅਦ, ਜਦੋਂ ਇਹਨਾਂ ਨੇ ਉਚਾਰਿਆ ਮੂਲ ਮੰਤਰ, ਉਹਦੇ ਵਿੱਚ ਇਹ ਹੈਗਾ ਜਦੋਂ ਆਪਣਾ ਇੱਕ ਬੰਦਾ
ਪੂਰਾ ਹੁੰਦਾ ਨਾ, ਜਦੋਂ ਆਪਾਂ ਨਾ ਮਰਦਾ ਜਦੋਂ ਦਾ ਸੰਸਕਾਰ ਕਰਦੇ ਹਾਂ ਤਾਂ ਆਪਾਂ ਕੀ ਕਹਿੰਦੇ ਆਂਦੇ ਬੰਦਾ ਉਹ ਕੀ ਕਹਿੰਦੇ ਕਿੱਥੇ ਪੂਰਾ ਹੋ ਗਿਆ, ਪੂਰਾ ਹੋ ਗਿਆ, ਪੂਰਾ ਮੀਨਸ ਹੁਣ ਕੰਪਲੀਟ ਹੋ ਗਿਆ। ਉਹਦੇ ਬਾਅਦ ਫਿਰ ਚੌਥਾ ਹੁੰਦਾ, ਚੌਥੇ ਤੇ ਫੁੱਲ ਚੁਣੇ ਜਾਂਦੇ ਆ। ਇਹ ਹੈ ਕੰਪਲੀਟ, ਇੱਕ ਕਨਸੈਪਟ ਬਣਾਇਆ ਉਹਨਾਂ ਨੇ ਉਸ ਟਾਈਮ ਤੋਂ, ਜਦੋਂ ਆਪਾਂ ਇਸੇ ਤਰ੍ਹਾਂ ਕਰਦੇ ਹਾਂ। ਫਿਰ ਜਿਹੜਾ ਹੈਗਾ ਨਾ ਵੀ ਹੁੰਦੇ ਵੀ ਜਿੱਦਾਂ ਮਿਹਨਤ ਕਰਨੀ, ਕੰਮ ਕਰਨਾ, ਤੇ ਕਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ ਕਾਲ, ਤੂੰ ਮਿਹਨਤ ਕਰ, ਕਾਲ ਖਾਏ ਕੁਛ ਹੱਥੋਂ ਦੇ, ਫਿਰ ਤੈਨੂੰ ਵਾਹਿਗੁਰੂ ਦਾ ਫਿਰ ਉਹ ਮਾਰਗ ਤੇਰਾ ਮਿਲ ਜਾਣਾ, ਤੈਨੂੰ ਕੁਛ ਹੱਥੋਂ ਦੇ, ਫਿਰ ਇਹ ਕੰਮ ਕਰੇਗਾ ਫਿਰ ਤੈਨੂੰ ਸਾਰਾ ਕੁਝ ਮਿਲ ਜੂਗਾ, ਮਿਹਨਤ ਨਾਲ ਹੈਗਾ। ਜਿਸ ਤਰ੍ਹਾਂ ਤੁਸੀਂ ਕਿਰਤ ਦੀ ਗੱਲ ਕੀਤੀ ਹੈ ਨਾ, ਦਸਾਂ ਨੌਆਂ ਦੀ ਮਿਹਨਤ ਦੀ ਗੱਲ ਕੀਤੀ ਹੈ, ਦਸਵੰਧ ਦੀ ਗੱਲ ਕੀਤੀ ਹੈ, ਇਹ ਉਹਨਾਂ ਦਾ ਬੜਾ ਵੱਡਾ ਉਪਦੇਸ਼ ਹੈ ਦੁਨੀਆ ਦੇ ਨਾਂ 'ਤੇ। ਔਰ ਜੇ ਦੁਨੀਆ ਮੰਨ ਜੇਗੀ, ਪੂਰੇ ਲੋਕ ਮੰਨਣਗੇ। ਔਰ ਅਮਰੀਕਾ ਤੱਕ ਜਿਹੜੇ ਆ ਇਹਨਾਂ ਦੇ ਵਾਈਟ ਹਾਊਸ ਸੀਗਾ ਓਬਾਮਾ ਦੇ ਟਾਈਮ 'ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੀਗਾ ਉੱਥੇ ਆਕਾਰ, ਉੱਥੇ ਹੀ ਸਾਰਾ ਕੁਝ ਹੁੰਦਾ ਸੀਗਾ। ਨਾਸਾ ਦੇ ਵਿੱਚ ਵੀ ਹੈ, ਪ੍ਰਕਾਸ਼ ਕੀਤਾ ਸੀ ਵਾਈਟ ਹਾਊਸ 'ਚ ਵੀ। ਔਰ ਸਾਰੀ ਦੁਨੀਆ, ਮਹਾਰਾਜਾ ਰਣਜੀਤ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੀ ਉਪਾਸਨਾ ਜਿਹੜਾ ਨਾਲ ਸੀਗਾ ਪ੍ਰਕਾਸ਼ ਕਰਦੇ ਸੀ ਜਦੋਂ ਜੰਗਾਂ ਯੁੱਧਾਂ 'ਤੇ ਵੀ ਜਾਂਦੇ ਸੀਗੇ। ਔਰ ਉਦੋਂ ਚੜ੍ਹਦੀ ਕਲਾ ਰਹੀ ਉਹਨਾਂ ਦੀ। ਇਹ ਗੱਲ ਬਿਲਕੁਲ ਤੁਸੀਂ ਗੱਲ ਬੜੀ ਅੱਛੀ ਸ਼ੁਰੂ ਕੀਤੀ ਹੈ। ਔਰ ਜਦੋਂ ਇਹਨਾਂ ਦੀ ਓਟ ਹੈ, ਜਦੋਂ ਇਹਨਾਂ ਦਾ ਆਸਰਾ ਵਾ, ਜਦੋਂ ਇਹਦੇ 'ਚ ਤੁਹਾਨੂੰ ਇਹਨਾਂ ਦਾ ਪ੍ਰਵਾਸਾ ਵਾ, ਤੁਹਾਨੂੰ ਕਿਸੇ ਗੱਲ ਦੀ ਘਾਟ ਨਹੀਂ ਦਿੰਦੀ। ਗੁਰੂ ਕਾ ਲੰਗਰ ਕਦੀ ਖਤਮ ਹੋਇਆ ਉਹਦੇ 'ਚ ਅਟੁੱਟ ਆਂਦੇ, ਅਟੁੱਟ ਵਰਤ ਰਿਹਾ, ਕਦੀ ਖਤਮ ਹੋਇਆ ਦੇਖਿਆ? ਇਹ ਗੁਰੂ ਦੇਖੋ, ਹਰਿਮੰਦਰ ਸਾਹਿਬ ਗੋਲਡਨ ਟੈਂਪਲ 1 ਲੱਖ ਤੋਂ ਵੱਧ ਯਾਤਰੀ ਆਉਂਦੇ ਆ। ਔਰ ਦਿਨ ਬ ਦਿਨ ਉੱਥੇ ਜਿੰਨਾ ਵੀ ਫਰੈਸ਼ ਤਾਜ਼ਾ ਜਿੰਨਾ ਵੀ ਲੰਗਰ ਵਰਤਿਆ ਜਾਂਦਾ, ਲੋਕ ਉੱਥੇ ਆ ਕੇ ਖਾਂਦੇ ਆ। ਖੀਰ ਵੀ ਆ ਉੱਥੇ, ਦਾਲ ਵੀ ਆ ਉੱਥੇ, ਸਭ ਕੁਝ, ਸਾਰਾ ਪੜਥਾ ਵੀ ਉੱਥੇ, ਹਰ ਤਰ੍ਹਾਂ ਦੀ ਔਰ ਹਰ ਤਰ੍ਹਾਂ ਲੋਕ ਖਾਂਦੇ ਆ। ਬਿਲਕੁਲ ਸਹੀ ਗੱਲ, ਬਾਹਰ ਨਹੀਂ ਮਿਲੂਗਾ ਜਿਹੜਾ ਉੱਥੇ ਮਿਲਣਾ। ਸੋ ਪੰਜਾਬ ਦੀ ਧਰਤੀ ਦੇ ਉੱਤੇ ਅਜਿਹੇ ਲੋਕ ਵੀ ਬੈਠੇ ਨੇ, ਚਿੱਟ ਫੰਡ ਕੰਪਨੀਆਂ ਖੋਲੀਆਂ ਹੋਈਆਂ, ਠੱਗੀਆਂ ਮਾਰਦੇ ਨੇ। ਪਰਲ ਗਰੁੱਪ, ਤੁਸੀਂ ਜ਼ਰਾ ਦੱਸੋ ਪਰਲ ਗਰੁੱਪ, ਮੈਂ ਤਾਂ ਨਹੀਂ ਕਹਿ ਸਕਦਾ, ਤੁਸੀਂ ਦੱਸੋਗੇ। ਪਰਲਸ ਗਰੁੱਪ ਹੈ ਔਰ ਇਹਦਾ ਬੜਾ ਰੌਲਾ ਪਿਆ ਜਦੋਂ ਭਗਵੰਤ ਮਾਨ ਜੀ ਸੰਸਦ ਸੀ ਨਾ, ਮੈਂਬਰ ਸੀਗੇ ਪਾਰਲੀਮੈਂਟ 'ਚ, ਉੱਥੇ ਇਹਨਾਂ ਨੇ ਇੱਕ ਦੋ ਵਾਰੀ ਮੁੱਦਾ ਚੁੱਕਿਆ। ਬਿਲਕੁਲ ਜੀ, ਬਿਲਕੁਲ। ਉਹਦੇ ਵਿੱਚ ਹੁਣ ਤਾਂ ਖੁਦ ਆਪ ਇੱਥੇ ਮੁੱਖ ਮੰਤਰੀ ਆ, ਪਰ ਉਹਨਾਂ ਨੇ ਚਿੱਟ ਫੰਡ ਇੱਕ ਸ਼ੁਰੂ ਕੀਤਾ ਸੀਗਾ ਜਿਹਦੇ 'ਚ ਜਿਹੜੀ ਮਨੀ ਤੁਹਾਡੀ ਦੁੱਗਣੀ ਤਿੱਗਣੀ ਹੋ ਜੂਗੀ। ਉਹ ਲਾਲਚ ਦੇ ਕੇ ਲੋਕਾਂ ਨੂੰ ਇਹਨਾਂ ਨੇ ਫੰਡ ਇਕੱਠੇ ਕਰ ਲਏ। ਔਰ ਇਹਨਾਂ ਦੀ 300 ਏਕੜ ਜ਼ਮੀਨ ਜਿਹੜੀ ਹੈ ਇੱਥੇ ਹੀ ਆ, ਹੁਣ ਲੁਧਿਆਣੇ ਆ, ਉਹ ਉਹਨਾਂ ਨੇ ਟ੍ਰੇਸ ਆਊਟ ਕੀਤੀ ਆ। ਔਰ ਉਹਦੇ 'ਚ ਲੋਟਾ ਜੀ ਇੱਕ ਕਮੇਟੀ ਬਣਾਈ ਆ, ਉਹ ਕਮੇਟੀ ਦੇ ਚੇਅਰਮੈਨ ਉਹ ਨੇ, ਉਹ ਸਾਰਾ ਟ੍ਰੇਸ ਆਊਟ ਹੋ ਰਿਹਾ, ਲੱਭ ਰਹੇ ਇਹਨਾਂ ਨੂੰ। ਔਰ ਇਹਦੇ ਵਿੱਚੋਂ ਕਈ ਤਾਂ ਭਗੌੜੇ ਹੋਏ, ਭੱਜ ਗਏ ਆ। ਔਰ ਇਹਨਾਂ ਨੇ ਪੰਜਾਬ 'ਚ ਇੱਕ ਐਸਾ ਠੱਗੀ ਮਾਰੀ ਆ ਕਿ ਇੰਨਾ ਪੈਸਾ ਲੋਕਾਂ ਦਾ ਇਕੱਠਾ ਕੀਤਾ, ਖਰਾਬ ਕੀਤਾ। ਪਰਲਸ ਗਰੁੱਪ ਬਹੁਤ ਵੱਡਾ ਗਰੁੱਪ ਸੀਗਾ, ਬਹੁਤ ਵੱਡਾ। ਔਰ ਇਹਦੇ 'ਚ ਜੋ ਕੁਛ ਉਹਨਾਂ ਨੇ ਬਣਾਇਆ, ਇੰਡਸਟਰੀਆਂ ਲੱਗੀਆਂ ਸੀ ਇਹਨਾਂ ਦੀਆਂ, ਔਰ ਕਿਤੇ ਕਿਤੇ ਜ਼ਮੀਨਾਂ ਸੀ, ਕਿੰਨੇ ਕੰਮ ਕਰ ਰਹੇ ਸੀ, ਕਿੰਨਾ ਕੁਛ ਸੀ ਇਹਨਾਂ ਕੋਲ। ਔਰ ਇਹ ਸਾਰਾ ਐਸਟੈਬਲਿਸ਼ਮੈਂਟ ਲੋਕਾਂ ਦੀ ਠੱਗੀ ਨਾਲ ਇਹਨਾਂ ਨੇ ਕੀਤੀ। ਬਿਲਕੁਲ ਸਹੀ ਗੱਲ ਹੈ। ਹੁਣ ਇਹ ਠੱਗੀ ਤੋਂ ਆਪਾਂ ਅੱਗੇ ਚੱਲਦੇ ਹਾਂ, ਕਿਉਂਕਿ ਠੱਗੀਆਂ ਤਾਂ ਚੱਲਦੀਆਂ ਪਈਆਂ ਨੇ ਔਰ ਇਹਨੂੰ ਹੁਣ ਗਵਰਨਮੈਂਟ ਨੇ ਨੱਥ ਪਾਉਣੀ ਹੈ। ਆਪਾਂ ਚੰਗੇ ਕੰਮ ਵੱਲ ਚੱਲੀਏ। ਕਿ ਜਿਹੜਾ ਹੁਣ ਸਾਡੇ ਕੋਲ 2 에ਅਰਪੋਰਟ ਨੇ, ਚੰਡੀਗੜ੍ਹ ਦਾ 에ਅਰਪੋਰਟ ਹੈ, ਅੰਮ੍ਰਿਤਸਰ ਦਾ 에ਅਰਪੋਰਟ ਹੈ। ਇਹਦੇ ਵਿੱਚੋਂ ਚਾਹੁੰਦੇ ਨੇ ਕਿ ਵੱਖ-ਵੱਖ ਦੇਸ਼ਾਂ ਨੂੰ ਇੰਟਰਨੈਸ਼ਨਲ ਫਲਾਈਟਸ ਜਾਣ, ਕਮਰਸ਼ੀਅਲ ਬਣਾ ਦਿਓ ਇਹਨਾਂ 에ਅਰਪੋਰਟਸ ਨੂੰ, ਕਮਰਸ਼ੀਅਲ ਫਲਾਈਟਸ ਹੋਣੀਆਂ ਚਾਹੀਦੀਆਂ ਨੇ। ਬਹੁਤ ਵਧੀਆ ਡਿਸੀਜਨ ਹੈ, ਕਿਉਂਕਿ ਜਦੋਂ ਤੱਕ ਸਾਡੇ ਕੋਲ ਕਮਰਸ਼ੀਅਲ 에ਅਰਪੋਰਟ ਨਹੀਂ ਹੋਣਗੇ, ਉਦੋਂ ਤੱਕ ਸਾਡਾ ਜਿਹੜਾ ਇਕੋਨਮੀ ਦਾ ਲੈਵਲ ਹੈ ਨਾ, ਉਹ ਉੱਤੇ ਨਹੀਂ ਹੋਣਾ। ਕਿਉਂਕਿ ਪੰਜਾਬ ਦੇ ਆਲੇ ਦੁਆਲੇ ਕੋਈ ਸਮੁੰਦਰ ਤਾਂ ਹੈ ਨਹੀਂ ਕਿ ਸੀ ਪੋਰਟ ਹੋਵੇ ਤੇ ਉੱਥੇ ਲੋਕਾਂ ਨੂੰ ਕੰਮ ਮਿਲੇ ਤੇ ਉੱਥੇ ਰੋਜ਼ਗਾਰ ਮਿਲਣ ਨਾਲ ਗਰੀਬੀ ਨੂੰ ਵੀ ਕਾਫੀ ਹੱਦ ਤੱਕ ਦੂਰ ਕੀਤਾ ਜਾ ਸਕੇ ਤੇ ਬਾਕੀ ਕਮਰਸ਼ੀਅਲ ਮਾਲ ਆਵੇ ਜਾਵੇ, ਕਿਉਂਕਿ ਸੀ ਪੋਰਟਸ ਦੇ ਉੱਤੇ, ਬੰਦਰਗਾਹਾਂ ਦੇ ਉੱਤੇ ਹੁੰਦਾ। ਪਰ ਜੇ ਕਮਰਸ਼ੀਅਲ 에ਅਰਪੋਰਟ ਹੋ ਜਾਣ ਤਾਂ ਇਹਦੇ ਨਾਲ ਵੀ ਰੋਜ਼ਗਾਰ ਮਿਲ ਸਕਦਾ ਹੈ। ਇਹਦੇ ਨਾਲ ਵੀ ਜਦੋਂ ਦੇਖੋ, ਜਦੋਂ ਵਪਾਰ ਤਰੱਕੀ ਕਰੇਗਾ ਉਦੋਂ ਹੀ ਸਟੇਟ ਤਰੱਕੀ ਕਰੇਗੀ। ਵਪਾਰ ਦੇ ਨਾਲ ਹੀ ਸਭ ਕੁਝ ਹੈ। ਪੁਰਾਣੇ ਸਮੇਂ ਦੇ ਵਿੱਚ ਵੀ ਜਿਹੜੇ ਧਾੜਵੀ ਵੀ ਆਏ ਨੇ ਤੇ ਨਾਲ ਵਪਾਰੀ ਵੀ ਤਾਂ ਆਏ ਨੇ, ਕਲਾਕਾਰ ਵੀ ਆਏ ਨੇ। ਤਾਂ ਉਸੇ ਹਿਸਾਬ ਨਾਲ ਜੇ ਦੇਖੇ, ਵਪਾਰ ਨਾਲ ਹੀ ਰਿਲੇਸ਼ਨਸ ਵਧੀਆ ਹੁੰਦੇ ਨੇ। ਜੇ ਤੁਸੀਂ ਕਿਸੇ ਨਾਲ ਹੱਥ ਮਿਲਾਉਣਾ ਹੈ, ਦੂਸਰੇ ਦੇਸ਼ ਨਾਲ ਹੱਥ ਮਿਲਾਉਣਾ ਹੈ, ਤਾਂ ਜਦੋਂ ਤੱਕ ਵਪਾਰਿਕ ਸੰਬੰਧ ਤੁਹਾਡੇ ਸਟਰੋਂਗ ਨਹੀਂ, ਉਦੋਂ ਤੱਕ ਹੱਥ ਨਹੀਂ ਮਿਲਦੇ। ਪੈਸਾ ਇੰਪੋਰਟੈਂਟ ਹੈ, ਇਕੋਨਮੀ ਇੰਪੋਰਟੈਂਟ ਹੈ, ਕਿਉਂਕਿ ਪੈਸੇ ਨਾਲ ਹੀ ਸਭ ਕੁਝ ਹੋਣਾ ਹੈ। ਇਹ ਗੱਲ ਠੀਕ ਹੈ ਕਿ ਹੁਣ ਜਿਹੜੀ ਮੌਕਾ ਸਰਕਾਰ ਆਈ ਹੈ, ਮੌਜੂਦਾ ਸਰਕਾਰ, ਇਹਨਾਂ ਨੇ ਕੀਤਾ ਕਿ ਜਿਹੜਾ ਪੰਜਾਬ ਹੈ ਇਸ ਵੇਲੇ ਤਕਰੀਬਨ ਬਾਹਰ ਹੀ ਹੈ। ਔਰ ਇਹਦੇ 'ਚ ਜਿਹੜੇ ਜਹਾਜ਼ ਚੱਲਣੇ ਆ, ਫਲਾਈਟ ਜਾਣੀ ਆ, ਅੰਮ੍ਰਿਤਸਰ ਤੋਂ ਕੈਨੇਡਾ ਸਿੱਧੀਆਂ ਜਾਂਦੀਆਂ ਸੀਗੀਆਂ, ਚੰਡੀਗੜ੍ਹ ਤੋਂ ਸੀਗੀਆਂ, ਪਰ ਇਹ ਬਿਲਕੁਲ ਕੁਛ ਤਰੀਕੇ ਨਾਲ ਬੰਦ ਹੋ ਗਈਆਂ, ਕਿਉਂਕਿ ਕੁਛ ਤਾਂ ਕਰੋਨਾ ਦਾ ਕਰਕੇ ਹੋ ਗਿਆ ਕੰਮ, ਕੁਛ ਇਸ ਵੇਲੇ ਅਮਰੀਕਾ 'ਚ ਵੀ ਕਰੋਨਾ ਦੁਬਾਰਾ ਫੈਲਣ ਕਰਕੇ ਵੀ ਫਲਾਈਟ ਬੰਦ ਪਈ। ਬਿਲਕੁਲ। ਔਰ ਇਹਨਾਂ ਨੇ ਜਿਹੜੇ ਕੇਂਦਰੀ ਮੰਤਰੀ ਨੇ, ਜਹਾਜ਼ ਰਾਨੀ ਦੇ ਜਿਹੜੇ ਕੇਂਦਰੀ ਮੰਤਰੀ, ਉਹਨਾਂ ਨਾਲ ਡਿਸਕਸ ਕੀਤਾ ਵਾ ਕਿ ਤੁਸੀਂ ਮੋਹਾਲੀ ਔਰ ਚੰਡੀਗੜ੍ਹ ਤੇ ਅੰਮ੍ਰਿਤਸਰ ਤੋਂ ਸਿੱਧੀਆਂ ਫਲਾਈਟ ਜਾਣ। ਇਸ ਵੇਲੇ ਨਹੀਂ ਜਾ ਰਹੀਆਂ, ਇਸ ਵੇਲੇ ਤੁਹਾਨੂੰ ਵਾਇਆ ਇੰਗਲੈਂਡ, ਵਾਇਆ ਕੁਵੈਤ, ਉਸ ਸਾਈਡ 'ਤੇ ਜਾਣਾ ਪਊਗਾ।
ਇਧਰੋਂ ਹੀਥਰੋ 에ਅਰਪੋਰਟ ਵੱਲ ਦੀ ਜਾਣਾ ਪਊਗਾ, ਫਿਰ ਤੁਹਾਨੂੰ ਫਿਰ ਉਹ ਤੋਂ ਬਾਅਦ ਵੈਨਕੂਵਰ ਜਾਂ ਬਾਕੀ ਜਿਹੜਾ ਹੈਗੇ ਸਿਟੀ ਕੈਨੇਡਾ ਦੇ ਉੱਥੇ ਜਾਣਾ ਪਊਗਾ, ਕਿਉਂਕਿ ਜਿਹੜਾ ਸੈਂਟਰਲ ਹੱਬ ਹੈ ਜਲੰਧਰ ਦੇ ਵਿੱਚ ਚਾਹੁੰਦੇ ਸੀਗੇ ਕਿ ਲੋਕ ਵੀ ਸਾਡੇ ਇੱਥੇ ਬਣੇ। ਇਹਦਾ ਪ੍ਰਪੋਜ਼ ਹੋਇਆ ਸੀਗਾ ਕਪੂਰਥਲੇ 에ਅਰਪੋਰਟ ਬਣਨ ਲਈ, ਪਰ ਉਹ ਕਿਸੇ ਤਰੀਕੇ ਨਾਲ ਰਹਿ ਗਿਆ। ਜਦੋਂ ਪੈਸਾ ਪੂਸਾ ਵੀ ਆ ਗਿਆ, ਜਗ੍ਹਾ ਵੀ ਵੇਖੀ ਗਈ, ਕਿਉਂਕਿ ਇਹਦੇ ਨੇੜੇ ਤਾਂ ਕੋਈ ਨਹੀਂਗਾ। ਆਦਮਪੁਰ ਵਾਲਾ ਸ਼ੁਰੂ ਹੋਇਆ ਸੀ ਡੋਮੈਸਟਿਕ ਜਹਾਜ਼ ਉੱਥੋਂ ਚੱਲਣ ਲਈ ਦਿੱਲੀ ਤੱਕ, ਉਹ ਵੀ ਨਹੀਂ ਚੱਲੇ। ਹੁਣ ਉਹ ਤੋਂ ਬਾਅਦ ਅਜੇ ਵੀ ਫਿਰ ਲੋਕਾਂ ਨੂੰ ਵਿਚਾਰਿਆਂ ਨੂੰ 7 ਘੰਟੇ ਦਿੱਲੀ ਜਾਣਾ ਪੈਂਦਾ। ਉਹ ਤੋਂ ਬਾਅਦ ਉੱਥੋਂ ਦਿੱਲੀ ਤੋਂ ਤੁਹਾਨੂੰ ਕੋਈ ਡੋਮੈਸਟਿਕ ਫਲਾਈਟ ਲੈਣੀ ਪਊਗੀ, ਫਿਰ ਤੁਸੀਂ ਉਸ ਕੰਟਰੀ ਜਾਓਗੇ, ਵਾਇਆ ਕੰਟਰੀ ਉੱਥੇ ਜਾਣਾ ਪੈਣਾ। ਤੁਸੀਂ ਜਾਣਾ ਕੈਨੇਡਾ ਵਾ ਤੇ ਪਰ ਤੁਹਾਨੂੰ ਵਾਇਆ ਕੁਵੈਤ ਲੈ ਕੇ ਜਾਣਾ। ਬਿਲਕੁਲ, ਸਾਨੂੰ ਇਹ ਚੀਜ਼ ਦੇਖਣੀ ਚਾਹੀਦੀ ਹੈ। ਪੈਸੇ ਬਰਬਾਦ ਹੁੰਦੇ ਸੀ ਲੋਕਾਂ ਦੇ। ਜਦੋਂ ਬੰਬਈ ਤੋਂ ਥਾਣਾ ਤੱਕ ਰੇਲਵੇ ਲਾਈਨ ਬਣਾਈ ਹੈ ਅੰਗਰੇਜ਼ਾਂ ਨੇ, ਸਭ ਤੋਂ ਪਹਿਲੀ ਰੇਲਵੇ ਲਾਈਨ ਉੱਥੋਂ ਚੱਲੀ ਰਹੀ, ਠੀਕ ਹੈ ਨਾ, ਉਹ ਵੀ ਕਮਰਸ਼ੀਅਲ ਸੀ। ਹਰ ਚੀਜ਼ ਕਮਰਸ਼ੀਅਲ ਹੋਵੇ, ਪੈਸਾ ਕਮਾਣਾ ਕੋਈ ਗਲਤ ਕੰਮ ਨਹੀਂ, ਪਰ ਸ਼ਰਤ ਇਹ ਜਾਇਜ਼ ਤਰੀਕੇ ਨਾਲ। ਨਜਾਇਜ਼ ਤਰੀਕੇ ਨਾਲ 1 ਰੁਪਈਆ ਕਮਾਣਾ ਵੀ ਗਲਤ ਹੈ। ਇਸ ਕਰਕੇ ਜਾਇਜ਼ ਤਰੀਕੇ ਨਾਲ ਕਾਮਰਸ ਹੋਣੀ ਚਾਹੀਦੀ ਹੈ, ਜਾਇਜ਼ ਤਰੀਕੇ ਨਾਲ ਪੈਸਾ ਕਮਾਓ, ਸਹੂਲਤਾਂ ਮਿਲਣ। ਔਰ ਜਦੋਂ ਤੁਸੀਂ ਜਾਇਜ਼ ਤਰੀਕੇ ਨਾਲ ਪੈਸਾ ਕਮਾਉਂਦੇ ਹੋ ਨਾ, ਤੇ ਤੁਹਾਡੇ ਅੰਦਰ ਵਧੀਆ ਗੁਣ, ਇਨਸਾਨੀਅਤ ਦੇ ਗੁਣ ਆਪਣੇ ਆਪ ਆਉਂਦੇ ਨੇ। ਬਿਲਕੁਲ। ਇਸ ਕਰਕੇ ਹਰ ਕੰਮ ਜਾਇਜ਼ ਤਰੀਕੇ ਨਾਲ ਕਰੀਏ, ਤੇ ਹੁਣ ਜਾਇਜ਼ ਦਾ ਹੀ ਹੈ ਕਿ ਆਪਾਂ ਚੱਲੀਏ। ਬਿਲਕੁਲ ਸਮਾਂ ਹੁਣ ਬਿਲਕੁਲ ਸਮਾਂ ਹੀ ਹੈ, ਸਮਾਂ ਸਮਰੱਥ ਹੁੰਦਾ, ਸਮਾਂ ਸਮਰੱਥ। ਲਓ ਜੀ, ਸਮੇਂ ਦੀ ਗੱਲ ਮੰਨੀ ਜਾਵੇ। ਬਿਲਕੁਲ ਜੀ, ਸਮੇਂ ਦੀ ਗੱਲ ਮੰਨਦੇ ਹੋਏ ਚੱਲਦੇ ਹਾਂ ਜੀ, ਚਾਲੇ ਪਾਉਨੇ ਆ। ਤੇ ਤੁਸੀਂ ਵੀ ਆਪਣੇ ਵਿਚਾਰ ਇਨਬਾਕਸ ਜ਼ਰੂਰ ਕਰੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।